गुरु रूप प्यारे साध संगत जे सज जाओ। प्रेम नाल अमृतमय गुरबाणे दे लड़ीवार कथा सरवण करो जी। श्री वाहिगुरु साहिब जी। डंडाओत बंदन अनक बार। सर्व कला समरथ डोलन तेरा खो प्रभु। नानक दे कर हथ ससा शरण परे अब हारे। शास्त्र सिमरत वेद पुकारे। सोदत सोदत सोध विचारा। बिन हर भजन नाही छुटकारा। सास सास हम भूलन हारे। तुम समरथ अगणित अपारे। शरण परे की राख दयाला। नानक तुमरे बाल गोपाला। हम अवगुण परे एक गुण नाही। अमृत छाड़ बिख बिख खाही। माया मोह परम भै भूले। सुत दारा स्यों प्रीत लगाई। एक उत्तम पंथ सुनियो गुर संगत। तह मिलंत जम त्रास मिटाई। एक अरदास पाठ कीरत की। गुर रामदास राखो सरनाई। फिरत फिरत प्रभ आया। परया तो सरनाए। नानक की प्रभ बेनती। अपनी भगति लाए। तुमरी शरण तुम्हारी आसा। तुम ही सजन सुहेले। राखो राखन हार दयाला। नानक कर के गोले। नेत्र पुनीत भय दर्श पेखे। माथे परो रवाल। रस रस गुण गावो ठाकुर कै। मोर हृदय बसो गोपाल। तुम तो राखन हार दयाला। सुंदर सुगर बेअंत पिता प्रभ। हो प्रभु कृपाल। महायानंद मंगल रूप। तुमरे बचन अनूप रसाल। हृदय चरण शब्द सतगुर को
ਨਾਨਕ ਬੰਧਿਓ ਪਾਲ। ਮਹਾ ਆਨੰਦ ਮੰਗਲ ਰੂਪ, ਤੁਮਰੇ ਬਚਨ ਅਨੂਪ ਰਸਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਗਰੀਬਾ ਉਪਰ ਜੇ ਖਿੰਜਾ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਗਰੀਬਾਂ ਉਪਰ ਜੇ ਖਿੰਜਾ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਨ ਹਾਰ। ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਪਜ ਬੜ ਤਾਪ। ਤਿਨ ਮਾਰਿਆ ਜੇ ਰਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ। ਆਪਣੇ ਦਾਸ ਰਾਖੈ ਕੰਠ ਲਾਏ, ਸ਼ਰਨ ਨਾਨਕ ਹਰਿ ਨਾਮ ਧਿਆਏ। ਆਪਣੇ ਦਾਸ ਰਾਖੈ ਕੰਠ ਲਾਏ, ਸ਼ਰਨ ਨਾਨਕ ਹਰਿ ਨਾਮ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਕਲਯੁਗ ਦੇ ਜਹਾਜ਼, ਦੀਨ ਦਿਆਲ ਦੀਨਾ ਬੰਧੂ, ਪਤਿਤ ਪਾਵਨ ਭਗਤ ਵਸ਼ਲ। ਜੁਗਹਿ ਜੁਗ ਅਟਲ ਚਾਵਰ ਛਤਰ ਤਖਤ ਕੇ ਮਾਲਕ। ਅਖਲ ਬ੍ਰਹਮਾਂਡ ਨਾਇਕ ਗਰੀਬ ਨਿਵਾਜ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਚੋਜੀ ਪਿਆਰੇ ਗੁਰੂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਨਤਮਸਤਕ ਹੋ ਰਹੇ ਸਤਿਗੁਰਾਂ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰ ਰਹੇ ਗੁਰੂ ਕਾ ਖਾਲਸਾ, ਗੁਰੂ ਕੀ ਸਾਜੀ ਨਿਵਾਜੀ ਪੂਜਨੀਕ ਸਾਧ ਸੰਗਤ ਜੀਓ। ਵੱਡਿਆਂ ਭਾਗਾ ਕਰਕੇ ਗਰੀਬ ਨਿਵਾਜ ਨੇ ਤੁਰਠ ਕੇ ਕਿਰਪਾ ਕੀਤੀ ਹੈ, ਆਪਣੇ ਪਾਵਨ ਪਵਿੱਤਰ ਅਸਥਾਨਾਂ ਦਾ ਦਰਸ਼ਨ ਦੀਦਾਰ ਬਖਸ਼ਿਸ਼ ਕੀਤਾ ਹੈ। ਗੁਰੂ ਕੀ ਗੋਦ ਦਾ ਆਨੰਦ ਰੂਪੀ ਨਿਗ ਮਾਨਣ ਦਾ ਸੁਭਾਗ ਮਹਾਰਾਜ ਨੇ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ। ਵੱਡਿਆਂ ਭਾਗਾ ਕਰਕੇ ਗੁਰੂ ਕੀ ਸਤਸੰਗਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਅੰਦਰ ਆ ਕਰਕੇ ਗੁਰਬਾਣੀ ਦਾ ਕੀਰਤਨ, ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਕਰਮਾਂ ਵਾਲਿਆਂ ਨੂੰ, ਭਾਗਾ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤਸੰਗਤ ਸਾਨੂੰ ਬਖਸ਼ਿਸ਼ ਕੀਤੀ ਹੈ। ਹਜੂਰ ਫਰਮਾਨ ਕਰਦੇ ਹਨ ਬਾਣੀ ਅੰਦਰ ਕਿ ਭਾਈ ਭਾਗਾ ਤੋਂ ਬਗੈਰ
ਗੁਰੂ ਕੀ ਗੋਦ ਦਾ ਆਨੰਦ ਨਹੀਂ ਮਿਲ ਸਕਦਾ ਏ। ਸਤਸੰਗਤ ਰੂਪੀ ਪਵਿੱਤਰ ਜਿਹੜਾ ਸਥਾਨ ਹੈ ਉਹ ਨਹੀਂ ਪ੍ਰਾਪਤ ਹੋ ਸਕਦਾ ਹੈ। ਬਿਨ ਭਾਗਾ ਸਤਸੰਗ ਨਾ ਲੱਭੈ। ਕਹਿੰਦੇ ਭਾਗਾ ਤੋਂ ਬਗੈਰ ਕਿਸੇ ਵੀ ਮਨੁੱਖ ਮਾਤਰ ਨੂੰ ਕਿਸੇ ਵੀ ਜੀ ਨੂੰ ਸਤਸੰਗਤ ਦਾ ਲਾਹਾ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਨਹੀਂ ਮਿਲਦਾ ਏ। ਜਿਸ ਸੰਗਤ ਅੰਦਰ ਆ ਕਰਕੇ ਸਾਡੇ ਜਨਮਾਂ ਜਨਮਾਂ ਦੀ ਕੀਤੀ ਹੋਏ ਪਾਪਾਂ ਦੀ ਮੈਲ ਜਿਹੜੀ ਹੈ ਇੱਕ ਖਿੰਨ ਵਿੱਚ ਲਾਈ ਜਾਂਦੀ ਹੈ। ਸੋ ਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਸਾਰੇ ਜੀਆਂ ਤਾਈ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਗੁਰ ਸ਼ਬਦ ਦੀ ਲੜੀਵਾਰ ਵਿਚਾਰ ਕਥਾ ਸਰਵਣ ਕਰਨ ਵਾਸਤੇ ਆਪਾਂ ਇਕੱਤਰਿਤ ਹੋਏ ਤੇ ਇਕੱਤਰਿਤ ਹੋ ਰਹੇ ਹਾਂ। ਵੱਡੇ ਅੰਮ੍ਰਿਤ ਵੇਲੇ ਤੋਂ ਆਪ ਗੁਰੂ ਕਾ ਖਾਲਸਾ ਸਤਿਗੁਰਾਂ ਦੇ ਪਾਵਨ ਅਸਥਾਨਾਂ ਤੇ ਦੇਵਤਿਆਂ ਵਾਂਗੂ ਸਮਾਧੀਆਂ ਲਾ ਕਰਕੇ ਬੈਠੇ ਹੋ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਆਪ ਜੀ ਨੇ ਸਰਵਣ ਕੀਤੇ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਸਾਰੇ ਇੱਥੇ ਇਕੱਤਰਿਤ ਹੋਏ ਹਾਂ। ਆਓ ਸਤਿਗੁਰਾਂ ਦੇ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ, ਮਨ ਬਿਰਤਿਆਂ ਨੂੰ ਇਕਾਗਰ ਚੀਤ ਕਰੀਏ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਪਾਤਸ਼ਾਹ ਜੀ ਸੰਗਤ ਅੰਦਰ ਬੈਠਿਆ ਵੀ ਸਾਡੇ ਮਨਾਂ ਅੰਦਰ ਕਈ ਫੁਰਨੇ ਉੱਡਦੇ ਨੇ, ਮਨ ਸਾਡਾ ਟਿਕਦਾ ਨਹੀਂ ਹੈ, ਸੰਕਲਪ ਵਿਕਲਪ ਰੂਪੀ ਕਈ ਵਿਚਾਰ ਉੱਠਦੇ ਨੇ। ਆਪ ਜੀ ਕਿਰਪਾ ਕਰੋ ਸਾਡੇ ਮਨ ਅੰਦਰ ਟਿਕਾਓ ਬਖਸ਼ਿਸ਼ ਕਰੋ, ਸਾਡੇ ਮਨ ਨੂੰ ਇਕਾਗਰਤਾ ਬਖਸ਼ਿਸ਼ ਕਰਨਾ ਕਰੋ, ਜਿਸ ਕਰਕੇ ਸਾਡਾ ਮਨ ਜਿਹੜਾ ਹੈ ਗੁਰ ਸ਼ਬਦ ਵਿੱਚ ਜੁੜ ਸਕੇ, ਸ਼ਬਦ ਦੀ ਵਿਚਾਰ ਅੰਦਰ ਜੁੜ ਸਕੇ। ਐਸੀ ਭਾਵਨਾ ਦੇ ਸਹਿਤ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਿਆਂ ਹੋਇਆਂ ਧੰਨ ਗੁਰੂ ਗੁਰੂ ਕਲਗੀਧਰ ਸਵਾਮੀ ਦੇ ਚਰਨਾਂ ਦਾ ਪਿਆਰ ਵਸਾਓ ਹਿਰਦੇ ਦੇ ਅੰਦਰ, ਨਿਭਾਓ ਸ਼ੀਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ, ਕਰੋ ਰਸਨਾ ਪਵਿੱਤਰ ਸਾਰੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸ਼ਾਂਤੀ ਦੇ ਸੌਮੇ ਨਿਮਰਤਾ ਦੇ ਮੁਜਸਮੇ, ਗੁਰੂ ਗਰੀਬ ਨਿਵਾਜ ਕਲਯੁਗ ਕੇ ਜਹਾਜ, ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਅੰਦਰ ਇਹ ਪਾਵਨ ਪਵਿੱਤਰ ਅੱਜ ਦਾ ਉਪਦੇਸ਼ ਸ਼ਬਦ ਬਖਸ਼ਿਸ਼ ਕਰ ਰਹੇ ਨੇ, ਜਿਸ ਦੀ ਉਥਾਨਕਾ ਵਿਦਵਾਨਾਂ ਨੇ ਇਤਿਹਾਸਕਾਰਾਂ ਨੇ ਇਸ ਪ੍ਰਕਾਰ ਦੱਸੀ ਹੈ। ਜਦੋਂ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰਕੇ ਆਪ ਜੋਤੀ ਜੋਤ ਸਮਾਉਂਦੇ ਹਨ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਜੇਠੇ ਸਪੁੱਤਰ ਪ੍ਰਿਥੀ ਚੰਦ, ਜਿਨ੍ਹਾਂ ਮਨ ਅੰਦਰ ਮਾਇਆ ਦੀ ਲਾਲਸਾ ਏ, ਈਰਖਾ ਦੇ ਵਸ਼ੀਭੂਤ ਹੋ ਕਰਕੇ ਜਹਾਂਗੀਰ ਦੇ ਕਚਹਿਰੀ ਵਿੱਚ ਜਾ ਕਰਕੇ ਬੁਹਾਰ ਲਾਈ ਹੈ, ਪੁਕਾਰ ਲਾਈ ਹੈ ਕਿ ਗੱਦੀ ਦਾ ਹੱਕਦਾਰ ਮੈਂ ਆ, ਗੱਦੀ ਦਾ ਮਾਲਕ ਮੈਂ ਆ, ਜੇਠਾ ਪੁੱਤਰ ਆ। ਕਿਉਂਕਿ ਆਮ ਤੌਰ ਤੇ ਸੰਸਾਰ ਅੰਦਰ ਜਿਹੜੀਆਂ ਗੱਦੀਆਂ ਹੁੰਦੇ ਨੇ, ਲੋਕ ਸੋਚਦੇ ਪਰਿਵਾਰ ਦੇ ਜੇਠੇ ਪੁੱਤਰ ਤੇ ਉਹਦਾ ਹੱਕ ਹੋਵੇ, ਪਰ ਇਹ ਕੋਈ ਸੰਸਾਰਕ ਗੱਦੀ ਨਹੀਂ ਸੀ। ਇਹ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਗਤ ਗੁਰਿਆਈ ਸੀ, ਜਿਸ ਦੇ ਸਾਧ ਸੰਗਤ ਦੀ ਜੋ ਹੱਕਦਾਰ ਹੋਵੇ ਉਹੀ ਬੈਠ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗੱਦੀ ਮਿਲਣ ਕਰਕੇ ਈਰਖਾ ਦੇ ਵਸ ਹੋ ਕਰਕੇ ਬਾਦਸ਼ਾਹ ਦੇ ਦਰਬਾਰ ਜਾ ਕੇ ਸਾਧ ਸੰਗਤ ਜੀ ਪੁਕਾਰ ਲਾਈਏ, ਕਹਿਣਾ ਕੀਤਾ ਕਿ ਭਾਈ ਗੱਦੀ ਦਾ ਮਾਲਕ ਮੈਂ ਆ, ਪਰ ਗੱਦੀ ਤੇ ਮੇਰੇ ਛੋਟੇ ਭਰਾਤਾ ਬੈਠ ਗਏ ਨੇ, ਮੇਰੇ ਕੋਲੋਂ ਸਭ ਕੁਝ ਖੋਹ ਲਿਆ ਤੇ ਮੈਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਹੈ। ਤੇ ਹਜੂਰ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੋ ਨਿਮਰਤਾ ਦੇ ਸੋਮੇ ਹਨ, ਗਰੀਬ ਨਿਆਜ਼ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਪਰ ਥਾਏ ਐਸੇ ਬਚਨ ਉਹਨੇ ਬੋਲਣਾ ਕੀਤੇ ਨੇ ਕਿ ਮੈਨੂੰ ਨਗਰੋਂ ਬਾਹਰ ਕੱਢ ਦਿੱਤਾ ਏ। ਫਰਿਆਦ ਜਦੋਂ ਸੁਣੀ ਹੈ, ਬਾਦਸ਼ਾਹ ਨੇ ਉਹਨੂੰ ਇੱਕ ਪਿੰਡ ਦਿੱਤਾ ਏ, ਜਿਹੜਾ ਭਗਤੇ ਦੇ ਕੋਲ ਗੁਰੂ ਕਾ ਕੋਠਾ ਕਰਕੇ ਵਜਿਆ ਜਾਂਦਾ ਏ। ਉਹ ਪਿੰਡ ਇਹਨੂੰ ਉੱਥੇ ਦੇਣਾ ਕੀਤਾ ਏ ਤੇ ਉਸ ਪਿੰਡ ਨਗਰ ਨੂੰ ਫਿਰ ਪ੍ਰਿਥੀ ਚੰਦ ਨੇ ਵਸਾਉਣਾ ਕੀਤਾ ਹੈ। ਤੇ ਜਿਹੜਾ ਬਾਦਸ਼ਾਹ ਦਾ
ਅਹਿਲਕਾਰ ਸੀ ਨਾ ਜਰਨੈਲ ਸੀ, ਜਿਸ ਦਾ ਨਾਮ ਸੁਲਹੀ ਖਾਨ ਕਰਕੇ ਆਇਆ। ਸੁਲਹੀ ਨਾਲ ਇਹਨੇ ਆਪਣੀ ਸੁਲਾਹ ਕਰ ਲਈ, ਮਿੱਤਰਤਾ ਬਣਾ ਲਈ ਹੈ। ਉਹਦੇ ਅੱਗੇ ਜਾ ਕੇ ਆਪਣਾ ਦੁਖੜਾ ਸੁਣਾਇਆ, ਕਹਿੰਦਾ ਕਿ ਮੇਰੇ ਛੋਟੇ ਭਰਾਤਾਂ ਨੇ ਮੇਰਾ ਸਾਰਾ ਧਨ, ਮੇਰੀ ਮਾਇਆ ਖੋਲੀ, ਨਗਰ ਬਾਹਰੋਂ ਕੱਢ ਦਿੱਤਾ ਏ, ਕੁਛ ਮੈਨੂੰ ਨਹੀਂ ਦਿੱਤਾ ਏ। ਦੁਖੜਾ ਸੁਣ ਕੇ ਜਿਹੜਾ ਸੁਲਹੀ ਖਾਨ ਸੀ ਨਾ, ਆਪਣੇ ਦਾੜੇ ਤੇ ਹੱਥ ਫੇਰਨ ਲੱਗਦਾ ਏ। ਦਾੜੇ ਤੇ ਹੱਥ ਫੇਰ ਕੇ ਅਹੰਕਾਰ ਨਾਲ ਬੋਲਿਆ, ਕਹਿੰਦਾ ਏ ਕਿ ਜੇ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਨਾ ਕਰ ਦਿੱਤਾ ਤੇ ਮੈਂ ਵੀ ਪਿਓ ਦਾ ਪੁੱਤ ਨਹੀਂ ਆ। ਹੰਕਾਰ ਦੇ ਵਸ ਹੋ ਕੇ ਆਪਣੇ ਦਾੜੇ ਤੇ ਹੱਥ ਫੇਰਦਿਆਂ ਹੋਇਆਂ ਐਸੇ ਬਚਨ ਉਹਨੇ ਬੋਲੇ। ਜਦੋਂ ਗੁਰੂ ਕੇ ਸਿੱਖਾਂ ਨੂੰ ਇਸ ਖਬਰ ਦਾ ਪਤਾ ਲੱਗਿਆ ਏ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਪਹੁੰਚਦੇ। ਸਤਿਗੁਰੂ ਲੰਗਰਾਂ ਦੀਆਂ ਸੇਵਾਵਾਂ ਕਰਾ ਰਹੇ ਸਨ। ਸਤਿਗੁਰਾਂ ਨੇ ਹੱਥ ਵਿੱਚ ਇੱਕ ਲਗਰ, ਜਿਹੜੀ ਦੁੱਖ ਭੰਜਨੀ ਬੇਰੀ ਦੀ ਇੱਕ ਟਾਹਣੀ ਫੜੀ ਹੋਈ ਸੀ ਹੱਥ ਵਿੱਚ, ਸਤਿਗੁਰੂ ਸੇਵਾ ਪੈ ਕਰਾਉਂਦੇ ਨੇ। ਤੇ ਜਦੋਂ ਐਸੀ ਖਬਰ ਪੁੱਛਦੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲ, ਸਿੱਖ ਸਤਿਗੁਰਾਂ ਨੂੰ ਦੱਸਦੇ ਨੇ ਤੇ ਸਤਿਗੁਰਾਂ ਨੇ ਭਵਿੱਖਤ ਵਾਕ ਰੂਪ ਵਿੱਚ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਸੀ। ਜਦੋਂ ਸੁਲਹੀ ਖਾਨ ਚੜ੍ਹਾਈ ਕਰਕੇ ਆਇਆ ਨਾ ਬਾਅਦ ਵਿੱਚ, ਤੇ ਪ੍ਰਿਥੀ ਚੰਦ ਨੇ ਮਿਲਾਪ ਕੀਤਾ, ਬੜਾ ਮਾਣ ਸਤਿਕਾਰ ਕੀਤਾ ਹੈ ਉਹਦੇ। ਪ੍ਰਿਥੀ ਚੰਦ ਕੋਲ ਸੁਲਹੀ ਖਾਨ ਰੁਕਿਆ ਜਦੋਂ ਇਹ ਚੜ੍ਹਾਈ ਕਰਕੇ ਆਇਆ ਸੀ, ਤੇ ਆਪਣਾ ਪ੍ਰਤਾਪ ਦਿਖਾਉਣ ਵਾਸਤੇ ਇੱਟਾਂ ਦੇ ਆਵੇ ਜਿਹੜੇ ਪਕਾਏ ਸਨ ਨਾ, ਉੱਥੇ ਲੈ ਕੇ ਗਿਆ ਸੁਲਹੀ ਖਾਨ ਨੂੰ। ਤੇ ਘੋੜੇ ਦਾ ਪੈਰ ਥਿਲਕਣ ਕਰਕੇ ਨਾ ਸੁਲਹੀ ਖਾਨ ਜਿਹੜਾ ਸੀ ਬਲਦੇ ਇੱਟਾਂ ਦੇ ਆਵੇ ਵਿੱਚ ਜਾ ਡਿੱਗਿਆ। ਤੇ ਇਹਦੇ ਕੋਲ ਨਾ ਇੱਕ ਗੰਡਾਸਾ ਹੁੰਦਾ ਸੀ, ਤਬਰ ਹੁੰਦੀ ਸੀ। ਤੇ ਜਦੋਂ ਘੋੜੇ ਤੋਂ ਡਿੱਗਿਆ ਨਾ, ਆਪਣੀ ਤਬਰ ਤੋਂ ਹੀ ਇਹਦਾ ਸਿਰ ਵੱਢਿਆ ਗਿਆ। ਤੇ ਇੱਟਾਂ ਦੇ ਆਵੇ ਵਿੱਚ ਪੈ ਕੇ ਸਾਧ ਸੰਗਤ ਦੀ ਬੜਾ ਝੁਲਸ ਕੇ ਭੜਤਾ ਬਣ ਗਿਆ ਏ। ਨਾਪਾਕ ਹੋ ਕੇ ਮਰਿਆ, ਕਿਉਂਕਿ ਮੁਸਲਮਾਨਾਂ ਦੇ ਅੰਦਰ ਜਿਹੜਾ ਸੜ ਕੇ ਮਰਦਾ ਏ ਨਾ ਅੱਗ ਵਿੱਚ, ਉਹਨੂੰ ਨਾਪਾਕ ਅਪਵਿੱਤਰ ਮੰਨਿਆ ਜਾਂਦਾ ਏ। ਤੇ ਐਸਾ ਸੁਲਹੀ ਖਾਨ ਜਿਹੜਾ ਅਪਵਿੱਤਰ ਹੋ ਕੇ ਮਰਿਆ ਬਾਅਦ ਵਿੱਚ। ਇਹ ਸਤਿਗੁਰਾਂ ਦੇ ਭਵਿੱਖਤ ਵਾਕ ਜਿਹੜੇ ਨੇ ਸੱਚ ਹੋਏ ਨੇ। ਤੇ ਸੰਗਤ ਜਿਨ੍ਹਾਂ ਦੇ ਮਨ ਅੰਦਰ ਭੈ ਸੀ, ਉਹਨਾਂ ਦੀ ਰੱਖਿਆ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਜਿਹੜਾ ਸੀ ਉਸ ਸਮੇਂ ਉਚਾਰਨ ਕੀਤਾ ਏ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਜਿਹੜੀ ਆਪਾਂ ਸਰਵਣ ਕਰਨਾ ਕਰੀਏ। ਗਰੀਬਾ ਉਪਰ ਜੇ ਖਿੰਜਾ ਦਾੜੀ। ਹਜੂਰ ਫਰਮਾਨ ਕਰਦੇ ਨੇ ਕਿ ਜਿਹੜਾ ਸੁਲਹੀ ਖਾਨ ਗਰੀਬ ਨਿਤਾਣਿਆ ਸੰਗਤ ਉੱਪਰ ਦਾੜੀ ਖਿੰਝ ਕੇ ਹੰਕਾਰ ਨਾਲ ਬੋਲਦਾ ਸੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਉਹ ਅਕਾਲ ਪੁਰਖ ਪਰਮੇਸ਼ਰ ਦਾ ਨਿਆਂ ਕੈਸਾ ਹੈ। ਦੇਖੋ, ਉਸ ਵਾਹਿਗੁਰੂ ਨੇ ਉਹਨੂੰ ਅੱਗ ਵਿੱਚ ਸਾੜ ਕੇ ਮਾਰਿਆ ਹੈ। ਜਿਹੜਾ ਚੜ੍ਹਾਈ ਕਰਕੇ ਆਇਆ ਸੀ, ਇੱਟਾਂ ਦੇ ਪੱਕੇ ਆਵੇ ਵਿੱਚ ਬਲਦੀ ਅਗਨ ਵਿੱਚ ਸੜ ਕੇ ਮਰਿਆ। ਆਪਣੇ ਹੀ ਗੰਡਾਸੇ ਨਾਲ ਉਹਦਾ ਸਿਰ ਵੜਿਆ ਗਿਆ। ਐਸੀ ਭੈੜੀ ਮੌਤ ਉਹ ਮਰਿਆ। ਪਰਮੇਸ਼ਰ ਨੇ ਉਹਨੂੰ ਅੱਗ ਵਿੱਚ ਸਾੜ ਕੇ ਮਾਰਨਾ ਕੀਤਾ ਏ। ਜਿਹੜਾ ਸਾਧ ਸੰਗਤ ਜੀ ਆਪਣੇ ਦਾੜੀ ਤੇ ਹੱਥ ਰੱਖ ਕੇ ਬੜਾ ਹੰਕਾਰ ਦਾ ਮਾਰਿਆ, ਅਹੁਦੇ ਦਾ ਸਾਧ ਸੰਗਤ ਜੀ ਹੰਕਾਰ ਕਰਕੇ ਬੋਲਦਾ ਸੀ। ਇਸੀ ਪ੍ਰਕਾਰ ਗਰੀਬਾਂ ਉੱਪਰ ਜੇ ਖਿੰਜਾ ਦਾੜੀ। ਹਜੂਰ ਫਰਮਾਨ ਕਰਦੇ ਨੇ ਗਰੀਬ ਕੌਣ ਨੇ? ਜਿਹੜੇ ਨਿਮਰਤਾ ਵਾਲੇ ਨੇ, ਦੀਨ ਮਨ ਵਾਲੇ ਨੇ, ਜਿਹੜੇ ਮਜਲੂਬ ਨੇ, ਜਿਹੜੇ ਗਰੀਬ ਨੇ ਸੰਸਾਰ ਵਿੱਚ, ਉਹਨਾਂ ਉੱਪਰ ਜਿਹੜਾ ਵਿਅਕਤੀ ਖਿੰਜੇ ਦਾੜੀ ਖਿੰਜਣ ਦਾ ਭਾਵ, ਦਾੜੇ ਤੇ ਹੱਥ ਫੇਰਨ ਦਾ ਭਾਵ ਹੈ ਹੰਕਾਰ ਨਾਲ ਬੋਲਣਾ ਹੈ। ਹੰਕਾਰ ਦੇ ਵਸ਼ੀਭੂਤ ਹੋ ਕਰਕੇ ਨਿਮਾਣਿਆਂ ਤੇ ਨਿਤਾਣਿਆਂ ਤੇ ਆਪਣੇ ਬਲ ਦਾ ਪ੍ਰਗਟਾਵਾ ਕਰਨਾ ਹੈ। ਤੇ ਜਿਹੜੇ ਲੋਕ ਆਪਣੇ ਅਹੁਦੇ ਦਾ ਅਹੰਕਾਰ ਕਰਕੇ ਗਰੀਬ ਗੁਰਬਿਆਂ ਤੇ, ਨਿਮਰਤਾ ਵਾਲਿਆਂ ਤੇ, ਸਾਧੂ ਜਨਾਂ ਤੇ, ਭਗਤਾਂ ਤੇ ਆਪਣੇ ਬਲ ਦਾ ਪ੍ਰਗਟਾਵਾ ਕਰਦੇ ਹਨ। ਦੁਨੀਆ ਅੰਦਰ ਜਿਹੜੇ ਲੋਕ ਹੁੰਦੇ ਨਾ, ਉਹਨਾਂ ਨੂੰ ਆਪਣੇ ਅਹੁਦਿਆਂ ਦਾ, ਆਪਣੀ ਮਾਇਆ ਦਾ ਬਹੁਤ ਅਹੰਕਾਰ ਹੁੰਦਾ ਹੈ। ਤੇ ਇਸ ਅਹੰਕਾਰ ਦੇ ਵਸ਼ੀਭੂਤ ਹੋ ਕਰਕੇ ਨਾ ਜਿਹੜੇ ਮਜਲੂਮ ਹੁੰਦੇ ਨੇ, ਜਿਹੜੇ ਗਰੀਬ ਹੁੰਦੇ ਨੇ, ਨਿਮਰਤਾ ਧਾਰਨ ਕਰਨ ਵਾਲੇ ਨਾ, ਉਹਨਾਂ ਉੱਪਰ ਬੜਾ ਜ਼ੁਲਮ ਐਸੇ ਲੋਕ ਕਰਦੇ ਨੇ। ਅਹੁਦਿਆਂ ਦਾ ਅਹੰਕਾਰ ਕਰਕੇ ਗਰੀਬ ਗੁਰਬਿਆਂ ਨਾਲ ਠੱਗੀਆਂ ਮਾਰਨੀਆਂ ਨੇ। ਗਰੀਬਾਂ ਨੇ ਹੱਡ ਪਸੀਨੇ ਨਾਲ ਕਮਾਈ ਕੀਤੀ ਹੋਈ ਜਿਹੜੀ ਮਾਇਆ ਹੈ ਨਾ, ਉਹ ਮਾਇਆ ਆਪਣੇ ਜ਼ੁਲਮ ਨਾਲ ਉਹਨਾਂ ਤੇ ਜ਼ੁਲਮ ਕਰਕੇ ਖੋਹ ਲੈਂਦੇ ਨੇ, ਕਿਉਂਕਿ ਹੰਕਾਰ ਛਾਇਆ ਮਨ ਦੇ ਅੰਦਰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਦੀ ਇਹ ਪਰੰਪਰਾ ਏ, ਇਹ ਮਰਿਆਦਾ ਏ
ਜਿਹੜਾ ਪਰਾਏ ਦੇ ਹੱਕ ਨੂੰ ਮਾਰਦਾ ਹੈ ਨਾ, ਗੁਰੂ ਘਰ ਅੰਦਰ ਉਹ ਮਾਇਆ ਪ੍ਰਵਾਨ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਧਰਮ ਦੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਹੈ। ਤੇ ਜੇ ਕੋਈ ਪਰਾਏ ਦਾ ਹੱਕ ਮਾਰਦਾ ਹੈ ਨਾ, ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਹੱਕ ਭਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ। ਮੁਸਲਮਾਨ ਵਾਸਤੇ ਸੂਰ ਤੇ ਹਿੰਦੂਆਂ ਵਾਸਤੇ ਗਊ ਖਾਣ ਦੀ ਨਹੀਂ ਹੈ ਪਰਾਇਆਂ ਦਾ ਹੱਕ ਮਾਰਨਾ, ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਦੀ ਕੀਤੀ ਹੱਕ ਪਸੀਨੇ ਦੀ ਕਮਾਈ ਖੋਹ ਲੈਣੀ ਨਾ, ਇਹ ਗਾਂ ਤੇ ਸੂਰ ਖਾਣ ਦੇ ਨਿਆਈ ਹੈ। ਤੇ ਗੁਰਪੀਰ ਉਦੋਂ ਹੀ ਸਾਡੀ ਦਰਗਾਹ ਵਿੱਚ ਹਾਮੀ ਭਰਦਾ ਹੈ, ਜਾਮਣ ਬਣਦਾ ਹੈ ਨਾ, ਜੇ ਅਸੀਂ ਪਰਾਏ ਦੀ ਠੱਗੀ ਕੀਤੀ ਹੋਈ ਮਾਇਆ ਰੂਪੀ ਮੁਰਦਾਰ ਨਾ ਖਾਈਏ, ਮੁਰਦਾ ਨਾ ਖਾਈਏ। ਪਰਾਏ ਦਾ ਹੱਕ ਖਾਣਾ ਮੁਰਦਾ ਖਾਣ ਦੇ ਨਿਆਈ ਹੈ ਸਾਧ ਸੰਗਤ। ਤੇ ਜਿਹੜੇ ਐਸੇ ਗਰੀਬਾਂ ਤੇ ਜ਼ੁਲਮ ਕਰਦੇ ਨਾ, ਪਾਤਸ਼ਾਹ ਜੀ ਫਰਮਾਨ ਕਰਦੇ, ਲੈਦਾ ਬੱਦ ਦੁਆਈ ਤੂੰ ਮਾਇਆ ਕਰੇ ਇਕੱਤ ਐਸੀ, ਜਿਹੜੀ ਮਾਇਆ ਤੂੰ ਇਕੱਠੀ ਕਰ ਰਿਹਾ ਹੈ ਨਾ, ਇਹ ਤਾਂ ਤੂੰ ਉਹਨਾਂ ਗਰੀਬਾਂ ਦੀਆਂ ਬਦ ਅਸੀਸਾਂ ਲੈ ਰਿਹਾ। ਬਦ ਦੁਆਵਾਂ ਉਹ ਗਰੀਬ ਤੈਨੂੰ ਦੇ ਰਹੇ ਨੇ ਜਿਨ੍ਹਾਂ ਕੋਲੋਂ ਤੂੰ ਮਾਇਆ ਖੋ ਖੋ ਕੇ ਲੈਣਾ ਹੈ। ਦੁਨੀਆ ਦੇ ਅੰਦਰ 4 ਪ੍ਰਕਾਰ ਦੇ ਲੋਕ ਮੰਨੇ ਜਾਂਦੇ ਨੇ। ਇੱਕ ਉਹ ਹੁੰਦੇ ਨੇ ਜਿਹੜਾ ਕਿਸੇ ਦੇ ਭਲੇ ਵਾਸਤੇ ਆਪਣੇ ਸੁੱਖ ਦਾ ਹੀ ਤਿਆਗ ਕਰ ਦਿੰਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਅੰਦਰ ਜਨ ਪਰਉਪਕਾਰੀ ਕਹਿਣਾ ਕੀਤਾ ਹੈ। ਜਨਮ ਮਰਨ ਦੁਹ ਹੂਮੇ ਨਾਹੀ, ਜਨ ਪਰਉਪਕਾਰੀ ਆਏ। ਜਿਹੜੇ ਪਰਾਏ ਦੇ ਭਲੇ ਖਾਤਰ, ਪਰਾਏ ਦੇ ਸੁੱਖ ਦੇ ਖਾਤਰ ਆਪਣਾ ਸੁੱਖ ਵੀ ਤਿਆਗ ਦਿੰਦੇ ਨੇ। ਇੱਕ ਉਹ ਵਿਅਕਤੀ ਹੁੰਦੇ ਨੇ ਜਿਹੜੇ ਆਪਣੇ ਭਲੇ ਨਾਲ, ਆਪਣੇ ਸੁੱਖ ਦੇ ਨਾਲ ਦੂਜਿਆਂ ਦਾ ਵੀ ਸੁੱਖ ਕਰਦੇ ਨੇ। ਦੂਜਿਆਂ ਦਾ ਜਦੋਂ ਭਲਾ ਕਰਦੇ ਨਾ, ਆਪਣੇ ਸੁੱਖ ਦੀ ਵੀ ਇੱਛਾ ਮਨ ਦੇ ਅੰਦਰ ਰੱਖਦੇ ਨੇ। ਉਹ ਵਿਅਕਤੀ ਸੰਸਾਰ ਦੇ ਅੰਦਰ ਸਮਾਨ ਕਹਿਲਾਏ ਜਾਂਦੇ ਨੇ। ਨਾ ਤਾਂ ਉਹ ਨੀਚ ਹੁੰਦੇ ਨੇ, ਨਾ ਤਾਂ ਉਹ ਉੱਤਮ ਹੁੰਦੇ ਨੇ, ਮੱਧਮ ਪ੍ਰਕਾਰ ਦੇ ਉਹ ਵਿਅਕਤੀ ਮੰਨੇ ਜਾਂਦੇ ਨੇ, ਜਿਹੜੇ ਲੋਕਾਂ ਦਾ ਭਲਾ ਵੀ ਕਰਦੇ ਪਰ ਆਪਣੇ ਸੁੱਖ ਦੀ ਵੀ ਇੱਛਾ ਰੱਖਦੇ ਨੇ। ਤੇ ਤੀਜੇ ਪ੍ਰਕਾਰ ਦੇ ਉਹ ਵਿਅਕਤੀ ਸੰਸਾਰ ਵਿੱਚ ਮੰਨੇ ਜਾਂਦੇ ਨੇ ਜਿਹੜੇ ਆਪਣੇ ਭਲੇ ਵਾਸਤੇ ਦੂਜਿਆਂ ਦਾ ਬੁਰਾ ਕਰਦੇ ਨੇ। ਤੇ ਉਹਨਾਂ ਨੂੰ ਵਿਦਵਾਨ ਸੱਜਣ ਕਹਿੰਦੇ ਨੇ, ਉਹ ਦੁਨੀਆ ਵਿੱਚ ਮਨੁੱਖ ਨਹੀਂ, ਰਾਖਸ਼ ਦੇ ਨਿਆਈ ਉਹ ਵਿਅਕਤੀ ਨੇ ਜਿਹੜੇ ਆਪਣਾ ਭਲਾ ਕਰਨ ਵਾਸਤੇ ਦੂਜਿਆਂ ਨੂੰ ਦੁੱਖ ਦਿੰਦੇ ਨੇ। ਚੌਥੇ ਪ੍ਰਕਾਰ ਦਾ ਵਿਅਕਤੀ ਉਹ ਜਿਸ ਦਾ ਜ਼ਿਕਰ ਸਤਿਗੁਰੂ ਇੱਥੇ ਫਰਮਾਨ ਕਰਦੇ ਨੇ ਕਿ ਜਿਹੜੇ ਆਪਣਾ ਭਲਾ ਨਾ ਹੋਵੇ ਜਾਂ ਨਾ ਹੋਵੇ, ਕੋਈ ਲਾਭ ਵੀ ਨਾ ਹੋਵੇ, ਪਰ ਪਰਾਏ ਦੇ ਸੁੱਖ ਨੂੰ ਵੇਖ ਕੇ ਜਿਹੜਾ ਜਰ ਨਹੀਂ ਸਕਦੇ ਨਾ, ਆਪਣੇ ਅਹੁਦੇ ਦੇ ਅਹੰਕਾਰ ਵਿੱਚ ਮਸਤੇ ਹੋਏ ਲੋਕ ਬਿਨਾਂ ਕਿਸੇ ਲਾਭ ਬਿਨਾਂ ਕਿਸੇ ਫਾਇਦੇ ਤੋਂ ਪਰਾਏ ਦਾ ਨੁਕਸਾਨ ਕਰਦੇ ਉਹਦਾ ਸੁੱਖ ਜਰ ਨਹੀਂ ਸਕਦੇ ਨਾ, ਉਹ ਵਿਅਕਤੀ ਨਾ ਤਾਂ ਮਨੁੱਖ ਕਹਿਲਾਣ ਦੇ ਯੋਗ ਹੈ, ਨਾ ਤਾਂ ਰਾਖਸ਼ ਕਹਿਲਾਣ ਦੇ ਯੋਗ ਹੈ। ਉਹ ਤਾਂ ਵੱਧ ਜਿਹੜੀਆਂ ਆਤਮਾਵਾਂ ਹੁੰਦੀਆਂ ਨੇ ਉਹਨਾਂ ਤੋਂ ਵੀ ਭੈੜੀ ਉਹਨਾਂ ਦੀ ਹਾਲਤ ਹੈ। ਵਿਦਵਾਨ ਸੱਜਣ ਕਹਿੰਦੇ ਨੇ, ਆਪਣੇ ਹਿਤ ਨਾਸ ਕਰੇ ਪਰ ਕੋ ਹਿਤ, ਤੇ ਨਰ ਉੱਤਮ ਹੈ ਜਗ ਮਾਹੀ। ਆਪਣੇ ਹਿਤ ਸੰਗ ਕਰੇ ਪਰ ਕੋ ਹਿਤ, ਨਰ ਆਹੇ ਸਮਾਨ ਵਹੀ ਭਉ ਮਾਹੀ। ਆਪਣੇ ਹਿਤ ਨਾਸ ਕਰੇ ਪਰ ਕੋ ਹਿਤ, ਤੇ ਨਰ ਰਾਕਸ ਹੈ ਜਗ ਮਾਹੀ। ਬਿਨ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ, ਤੇ ਨਰ ਕੌਣ ਕਹਾਈ। ਪੁਰਖਾ ਭਾਈ ਉਹ ਤਾਂ ਮਨੁੱਖ ਕਹਿਲਾਣ ਦੇ ਯੋਗ ਵੀ ਨਹੀਂ। ਮਨੁੱਖ ਦੇ ਰੂਪ ਵਿੱਚ ਪਸ਼ੂ ਨੇ, ਪਸ਼ੂਆਂ ਤੋਂ ਵੀ ਭੈੜੀ ਉਹਨਾਂ ਦੀ ਅਵਸਥਾ ਹੈ, ਜਿਹੜੇ ਕੇਵਲ ਤੇ ਕੇਵਲ ਆਪਣੇ ਅਹੁਦੇ ਦੇ ਹੰਕਾਰ ਵਿੱਚ ਮਸਤੇ ਹੋਏ, ਹੰਕਾਰ ਦੇ ਵਸ਼ੀਭੂਤ ਹੋ ਕੇ ਗਰੀਬਾਂ ਤੇ, ਨਿਤਾਣਿਆਂ ਤੇ, ਮਜਲੂਮਾਂ ਤੇ ਨਿਮਰਤਾ ਧਾਰਨ ਕਰਨ ਵਾਲੇ ਸਤਸੰਗੀ ਸਾਧੂ ਜਨਾਂ ਤੇ ਭਾਈ ਹੰਕਾਰ ਦੇ ਨਾਲ ਜ਼ੁਲਮ ਕਰਦੇ ਹਨ। ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਫਿਰ ਐਸੇ ਵਿਅਕਤੀਆਂ ਦੀ ਹਾਲਤ ਕੀ ਬਣਦੀ ਹੈ? ਸਤਿਗੁਰੂ ਕਹਿੰਦੇ, ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਪਰ ਬ੍ਰਹਮ ਹੈ, ਜਿਹੜਾ ਬ੍ਰਹਮ ਸਵਰੂਪ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ ਨਾ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹਨਾਂ ਨੂੰ ਪ੍ਰਥਕ ਅਗਨੀ ਵਿੱਚ ਸਾੜਦਾ ਏ, ਜਿਵੇਂ ਸੁਲਹੀ ਖਾਨ ਨੂੰ ਸਾੜਨਾ ਕੀਤਾ ਹੈ। ਅਕਾਲ ਪੁਰਖ ਵਾਹਿਗੁਰੂ ਐਸੇ ਭੈੜੇ ਮਨੁੱਖਾਂ ਨੂੰ, ਭੈੜੇ ਵਿਅਕਤੀਆਂ ਨੂੰ ਈਰਖਾ ਦੀ ਅਗਨੀ ਵਿੱਚ ਸਾੜਦਾ ਏ। ਸਾਰਾ ਜੀਵਨ ਭਾਵੇਂ ਬਾਹਰ ਦੇਖਣ ਨੂੰ ਵਿਅਕਤੀ ਚੰਗੇ ਲੱਗਦੇ ਹੋਣ, ਪਰ ਅੰਦਰੀਵ ਤੌਰ ਤੇ ਈਰਖਾ ਦੀ ਅਗਨੀ ਵਿੱਚ ਸੜਦੇ ਨੇ। ਜਿਵੇਂ ਮਲਕ ਭਾਗੋ ਭਾਈ ਲਾਲੋ ਸਾਹਿਬ ਜੀ ਦੀ ਕੀਰਤੀ ਨੂੰ ਵੇਖ ਕੇ ਸੜਦਾ ਸੀ, ਵੇਖੋ ਬ੍ਰਹਮ ਭੋਜ ਰੱਖਿਆ ਏ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਕੀਰਤੀ ਤਿਰਖਾਣ ਦੇ ਘਰੇ ਜਾ ਕੇ ਧਰਮ ਦੀ ਕਿਰਤ ਵਿੱਚੋਂ ਜੋ ਕਮਾਈ ਕੀਤੀ ਹੈ,
ਉਸ ਕਿਰਤ ਅਨੁਸਾਰ ਉਹਦੇ ਘਰੇ ਜਾ ਕੇ ਕੁਦਰਤ ਦੀ ਰੋਟੀ ਤੇ ਸਾਗ ਖਾਣਾ ਪਸੰਦ ਕੀਤਾ, ਪਰ ਉਹਦਾ ਬ੍ਰਹਮ ਭੋਜ ਨਹੀਂ ਸਵੀਕਾਰ ਕੀਤਾ ਨਾ, ਤੇ ਅੰਦਰੋਂ ਹੀ ਅੰਦਰ ਸੜ ਗਿਆ। ਸਾਧ ਸੰਗਤ ਜੀ, ਈਰਖਾ ਦੇ ਵਸ਼ੀਭੂਤ ਹੋ ਗਿਆ। ਇੰਨੀ ਮਾਇਆ ਲੋਕਾਂ ਨੂੰ ਠੱਗੀਆਂ ਮਾਰ ਕੇ ਇਕੱਠੀ ਕੀਤੀ ਸੀ, ਐਡਾ ਵੱਡਾ ਭਰਮ ਬੋਝ ਰੱਖਿਆ, ਸਾਰਾ ਨਗਰ ਪ੍ਰਸ਼ਾਦਾ ਛਕਣ ਗਿਆ, ਪਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨਹੀਂ ਗਏ, ਕਿਉਂਕਿ ਪਾਤਸ਼ਾਹ ਨੂੰ ਐਸੀ ਮਾਇਆ ਪ੍ਰਵਾਨ ਹੀ ਨਹੀਂ ਆ। ਐਸੇ ਲੋਕ ਈਰਖਾ ਦੀ ਅਗਨੀ ਵਿੱਚ ਸੰਸਾਰ ਵਿੱਚ ਸੜਦੇ ਨੇ ਪ੍ਰਥਕ ਤੌਰ ਤੇ। ਪਾਰ ਬ੍ਰਹਮ ਸਾ ਅਗਨ ਮਹਿ ਸਾੜੀ, ਫਿਰ ਵਿਸ਼ੈ ਵਿਕਾਰਾ ਰੂਪ ਅਗਨੀ ਵਿੱਚ ਉਹ ਲੋਕ ਸੰਸਾਰ ਵਿੱਚ ਸੜਦੇ ਰਹਿੰਦੇ ਨੇ। ਇਸੇ ਪ੍ਰਕਾਰ ਉਹ ਲੋਕ ਸੰਸਾਰ ਦੇ ਵਿੱਚ ਆ ਕਰਕੇ ਜਨਮ ਮਰਨ ਰੂਪੀ ਅਗਨੀ ਵਿੱਚ ਸੜਦੇ ਰਹਿੰਦੇ ਨੇ। ਨਰਕਾਂ ਦੀ ਅਗਨੀ ਵਿੱਚ ਜਦੋਂ ਸੰਸਾਰ ਵਿੱਚੋਂ ਜਾਂਦੇ ਨੇ, ਉਹਨਾਂ ਨੂੰ ਸਾੜ ਪੈਂਦਾ ਏ, ਨਰਕਾਂ ਦੇ ਦੁੱਖ ਉਹਨਾਂ ਨੂੰ ਭੋਗਣੇ ਪੈਂਦੇ ਨੇ। ਜਨਮ ਮਰਨ ਦਾ ਬਹੁਤ ਵੱਡਾ ਦੁੱਖ ਭੋਗਣਾ ਪੈਂਦਾ। ਜਨਮ ਦੀ ਵੇਦਨਾ ਵਿਅਕਤੀ ਨੂੰ ਅਸਹਿ ਹੁੰਦੀ ਹੈ, ਤੇ ਮੌਤ ਦੀ ਵੀ ਵੇਦਨਾ ਅਸਹਿ ਹੁੰਦੀ ਹੈ। ਸਾਧ ਸੰਗਤ ਜੀ, ਗ੍ਰੰਥਾਂ ਅੰਦਰ, ਸ਼ਾਸਤਰਾਂ ਅੰਦਰ ਐਸਾ ਬਚਨ ਲਿਖਿਆ ਹੁੰਦਾ ਏ ਕਿ ਜਦੋਂ ਕੋਈ ਇੱਕ ਜ਼ਹਿਰੀਲਾ ਬਿੱਛੂ ਪੱਥਰ ਤੇ ਡੰਗ ਮਾਰੇ ਨਾ, ਤੇ ਉਹ ਪੱਥਰ ਨੂੰ ਸੰਖਿਆ ਕਰ ਦਿੰਦਾ ਏ, ਤੇ ਜਦੋਂ 70,000 ਬਿੱਛੂਆਂ ਦਾ ਡੰਗ ਇਕੱਠਿਆਂ ਵਿਅਕਤੀ ਨੂੰ ਮਾਰਿਆ ਜਾਵੇ ਨਾ, ਤੇ ਜਿੰਨਾ ਦਰਦ ਹੁੰਦਾ ਏ ਉਹਨਾਂ ਮੌਤ ਦਾ ਦਰਦ ਵਿਅਕਤੀ ਨੂੰ ਸਹਿਣਾ ਪੈਂਦਾ ਏ। ਇਹ ਅਸਹਿ ਦੁੱਖ ਮੌਤ ਦਾ ਲਿਖਿਆ ਹੋਇਆ ਹੈ। 84 ਦੇ ਜੂਨੀਆਂ ਅੰਦਰ ਚੱਕਰ ਵਿੱਚ ਪੈਣਾ ਪੈਂਦਾ, ਕਈ ਵਾਰ ਜੰਮਣਾ ਪੈਂਦਾ, ਕਈ ਵਾਰ ਮਰਨਾ ਪੈਂਦਾ ਏ। ਇਹ ਜੰਮਣ ਮਰਨ ਦਾ ਦੁੱਖ ਉਹਨੂੰ ਪ੍ਰਥਕ ਤੌਰ ਤੇ ਸਹਿਣਾ ਪੈਂਦਾ ਏ। ਗਰੀਬ ਨਿਵਾਸ ਸਤਿਗੁਰੂ ਕਹਿੰਦੇ, ਜਿਹੜਾ ਗਰੀਬਾਂ ਉੱਪਰ ਦਾੜੀ ਖਿੰਚਦਾ ਏ, ਹੰਕਾਰ ਵਿੱਚ ਆ ਕੇ ਬਲ ਦਾ ਪ੍ਰਗਟਾਵਾ ਕਰਦਾ, ਪਾਰ ਬ੍ਰਹਮ ਸਾਗਣ ਮੈਂ ਸਾੜੀ, ਵਾਹਿਗੁਰੂ ਪਰਮੇਸ਼ਰ ਉਹਨੂੰ ਪ੍ਰਥਕ ਸੰਸਾਰ ਵਿੱਚ ਵਿਸ਼ਿਆਂ ਦੀ ਅਗਨੀ ਵਿੱਚ ਸਾੜਦੇ, ਈਰਖਾਂ ਦੀ ਅਗਨੀ ਵਿੱਚ ਸਾੜਦੇ ਨੇ। ਤੇ ਜਦੋਂ ਸੰਸਾਰ ਦੀ ਯਾਤਰਾ ਪੂਰੀਆਂ ਕਰਦੇ, ਨਰਕਾਂ ਦਾ ਦੁੱਖ ਭੋਗਣਾ ਪੈਂਦਾ ਏ, ਤੇ ਜਨਮ ਮਰਨ ਰੂਪੀ ਇਸ ਦੁੱਖ ਨੂੰ, ਇਸ ਚੱਕਰ ਵਿੱਚ ਉਹਨਾਂ ਨੂੰ ਸੜਨਾ ਪੈਂਦਾ। ਪੂਰਾ ਨਿਆਉ ਕਰੇ ਕਰਤਾਰ। ਗਰੀਬ ਨਿਵਾਜ ਫਰਮਾਨ ਕਰਦੇ, ਵਾਹਿਗੁਰੂ ਦਾ ਨਿਆਉ ਕੈਸਾ ਹੈ। ਦੇਖੋ, ਉਹ ਅਕਾਲ ਪੁਰਖ ਪਰਮੇਸ਼ਰ ਸਾਡਾ ਪੂਰਾ ਨਿਆਉ ਕਰਦਾ ਹੈ। ਸੱਚਾ ਆਪ ਤਖਤ ਸੱਚਾ, ਬਹਿ ਸੱਚਾ ਕਰੇ ਨਿਆਉ। ਉਹ ਅਕਾਲ ਪੁਰਖ ਪਰਮੇਸ਼ਰ ਇਸ ਸੰਸਾਰ ਰੂਪੀ ਤਖਤ ਤੇ ਬੈਠ ਕੇ ਸੱਚਾ ਨਿਆਉ ਕਰਨ ਵਾਲਾ ਹੈ। ਭਾਵੇਂ ਸੰਸਾਰ ਦੇ ਕਛੇਰੀਆਂ ਦੇ ਅੰਦਰ ਅਸੀਂ ਝੂਠੇ ਪੈ ਜਾਣ, ਸਾਨੂੰ ਨਿਆਂ ਨਾ ਮਿਲੇ, ਪਰ ਅਕਾਲ ਪੁਰਖ ਪਰਮੇਸ਼ਰ ਦੀ ਸੱਚਖੰਡ ਰੂਪੀ ਐਸੀ ਦਰਗਾਹ ਹੈ, ਐਸੀ ਉਹ ਕਛੇਰੀ ਹੈ ਸਾਧ ਸੰਗਤ ਜੀ, ਜਿੱਥੇ ਹਰ ਇੱਕ ਵਿਅਕਤੀ ਨੂੰ ਨਿਆਂ ਮਿਲਦਾ ਹੈ। ਪੂਰਾ ਨਿਆਉ ਕਰੇ ਕਰਤਾਰ। ਉਹ ਵਾਹਿਗੁਰੂ ਪੂਰਾ ਨਿਆਉ ਕਰਦਾ ਹੈ। ਕਿਸੇ ਦੂਜੇ ਦੀ ਕੀਤੇ ਦੀ ਸਜ਼ਾ ਕਿਸੇ ਹੋਰ ਵਿਅਕਤੀ ਨੂੰ ਨਹੀਂ ਦਿੰਦਾ ਹੈ। ਵਿਅਕਤੀ ਨੇ ਜਿਸ ਪ੍ਰਕਾਰ ਦਾ ਕਰਮ ਕੀਤਾ ਹੈ ਨਾ, ਉਹਦੇ ਕਰਮਾਂ ਦੇ ਅਨੁਸਾਰ ਹੀ ਸਾਰਿਆਂ ਨੂੰ ਫਲ ਦਿੰਦਾ ਹੈ। ਤਾਈ ਉਹਨੂੰ ਵਿਧਾਤਾ ਕਹਿੰਦੇ ਨਾ, ਜੋ ਹਰ ਇੱਕ ਦੇ ਕੀਤੇ ਕਰਮਾਂ ਅਨੁਸਾਰ ਉਹਨੂੰ ਫਲ ਦਿੰਦਾ ਹੈ। ਮੇਰੇ ਕੀਤੇ ਮਾੜੇ ਕਰਮਾਂ ਦਾ ਜਿਹੜਾ ਦੁੱਖ ਹੈ ਉਹ ਕਿਸੇ ਹੋਰ ਵਿਅਕਤੀ ਨੂੰ ਨਹੀਂ ਦਿੰਦਾ। ਜਿਸ ਵਿਅਕਤੀ ਨੇ ਜਿਸ ਪ੍ਰਕਾਰ ਦਾ ਕਰਮ ਕੀਤਾ, ਉਹ ਪਰਮੇਸ਼ਰ ਵਿਚਾਰ ਕੇ ਹਰ ਇੱਕ ਨੂੰ ਕਰਮਾਂ ਅਨੁਸਾਰ ਹੀ ਸੁੱਖ ਤੇ ਦੁੱਖ ਪ੍ਰਾਪਤ ਉਹਨੂੰ ਕਰਦਾ ਹੈ, ਸੁੱਖ ਤੇ ਦੁੱਖ ਉਹਨੂੰ ਭੁਗਾਉਂਦਾ ਹੈ। ਕਿਉਂਕਿ ਅਕਾਲ ਪੁਰਖ ਪਰਮੇਸ਼ਰ ਹੀ ਐਸਾ ਨਿਆਉ ਕਰਤਾ ਹੈ, ਜਿਸ ਦੀ ਦਰਗਾਹ ਦੇ ਅੰਦਰ ਭਾਈ ਹਰ ਇੱਕ ਵਿਅਕਤੀ ਦਾ, ਹਰ ਇੱਕ ਮਨੁੱਖ ਦਾ ਸੱਚਾ ਨਿਆਉ ਹੁੰਦਾ ਹੈ। ਆਪਣੇ ਦਾਸ ਕਾ ਰਾਖਨਹਾਰ। ਜੋ ਆਪਣੇ ਦਾਸਾਂ ਨੂੰ ਹਰ ਥਾਂ ਪਰਥਾਵੇਂ ਰੱਖਦਾ ਏ, ਉਹਦੀ ਰੱਖਿਆ ਕਰਦਾ ਏ। ਰੱਖਣਹਾਰ ਪਰਮੇਸ਼ਰ ਹੈ, ਜੋ ਆਪਣੇ ਸਿੱਖ ਦੀ, ਆਪਣੇ ਦਾਸ ਦੀ, ਆਪਣੇ ਮੁਰੀਦ ਦੀ ਹਰ ਹਮੇਸ਼ ਹਰ ਥਾਵੇਂ ਪ੍ਰਤਪਾਲਨਾ ਕਰਦਾ ਏ। ਉਸ ਵਾਹਿਗੁਰੂ ਤੋਂ ਬਗੈਰ ਸਾਡੀ ਪ੍ਰਤਪਾਲਨਾ, ਸਾਡੀ ਬਾਹ ਫੜਨ ਵਾਲਾ ਹੋਰ ਕੋਈ ਸੰਸਾਰ ਅੰਦਰ ਨਹੀਂ ਹੈ। ਜਿਹੜਾ ਸੁੱਖ ਦੇ ਅੰਦਰ ਸਾਡਾ ਸਹਾਈ ਬਣਦਾ ਹੈ ਨਾ, ਤੇ ਦੁੱਖ ਦੇ ਵੇਲੇ ਵੀ ਉਹ ਇੱਕ ਵਾਹਿਗੁਰੂ ਹੀ ਹੈ, ਜਿਹੜਾ ਸਾਡਾ ਸਾਥ ਕਦੀ ਵੀ ਨਹੀਂ ਛੱਡਦਾ ਹੈ। ਜਿਵੇਂ ਕੱਲ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਆਪਾਂ ਪਾਵਨ ਸ਼ਬਦ ਸਰਵਣ ਕੀਤਾ, ਜੀਵਤ ਛਾੜ ਜਾਏ ਦੇਵਾਨੇ, ਮੁਈਆਂ ਉਨਤੇ ਕੋ ਵਰਸਾਨੇ। ਵੇਖੋ ਦੁਨੀਆ ਦੇ ਲੋਕਾਂ ਦਾ ਆਸਰਾ ਤੱਕਿਆ, ਜਿਉਂਦਿਆਂ ਜੀ ਛੱਡ ਜਾਂਦੇ, ਮਰੇ ਬਾਅਦ ਕੀ ਸਾਥ ਦੇਣਗੇ। ਪਰ ਅਕਾਲ ਪੁਰਖ ਪਰਮੇਸ਼ਰ ਐਸਾ ਹੈ, ਜਿਹੜਾ ਜਿਉਂਦਿਆਂ ਜੀ ਵੀ ਸਾਥ ਦਿੰਦਾ ਹੈ, ਮਰੇ ਬਾਅਦ ਵੀ ਸਾਥ ਦਿੰਦਾ ਹੈ। ਹਰ ਥਾਂ ਤੇ ਆਪਣੇ ਸਿੱਖ ਦੀ, ਆਪਣੇ ਦਾਸ ਦੀ ਪ੍ਰਤਪਾਲਨਾ ਕਰਦਾ। ਜਿਹੜਾ ਭਾਵਨਾ ਧਾਰਨ ਕਰਕੇ ਗੁਰੂ ਦੀ ਸ਼ਰਨ ਇੱਕ ਵਾਰੀ ਆ ਜਾਵੇ ਨਾ, ਫਿਰ ਗੁਰੂ ਆਪਣੀ ਹੱਥ ਦੇ ਕੇ ਉਹਦੀ ਹਰ ਥਾਂ ਤੇ ਪ੍ਰਤਪਾਲਨਾ ਕਰਦਾ ਹੈ। ਵੇਖੋ ਸਤਿਗੁਰਾਂ ਦੇ ਅਨੰਨ ਸਿੱਖ ਭਾਈ ਮਰਦਾਨਾ ਸਾਹਿਬ ਰੁੱਸ ਗਏ ਨੇ,
ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ ਨੇ ਕਿ ਆ ਫੜੋ ਬਾਬਾ ਜੀ ਤੁਹਾਡੀ ਰਬਾਬ, ਤੇ ਮੈਂ ਆਪਣੇ ਗਰਾਉਂ ਚੱਲਿਆ। ਭੁੱਖ ਬੜੀ ਲੱਗੀ ਸੀ, ਮਨ ਅੰਦਰ ਰੁਸੇਵਾ ਸੀ। ਇਹ ਰੁਸਨਾ ਆਮ ਸੰਸਾਰ ਦੇ ਲੋਕਾਂ ਵਰਗਾ ਰੁਸੇਵਾ ਨਹੀਂ ਹੈ ਸਾਧ ਸੰਗਤ। ਜੇ ਆਪਾਂ ਸੋਚ ਲਈਏ ਕਿ ਜਿਵੇਂ ਸੰਸਾਰ ਦੇ ਲੋਕ ਰੁਸਦੇ ਨੇ, ਇਵੇਂ ਭਾਈ ਮਰਦਾਨਾ ਜੀ ਰੁਸੇ, ਇਹ ਉਸ ਤਰ੍ਹਾਂ ਦਾ ਰੁਸੇਵਾ ਨਹੀਂ। ਇਹ ਤਾਂ ਉਸ ਪ੍ਰਕਾਰ ਦਾ ਜਿਵੇਂ ਮਾਂ ਦੀ ਕੁੱਛੜ ਵਿੱਚ, ਮਾਂ ਦੀ ਗੋਦ ਵਿੱਚ ਬੈਠਾ ਬੱਚਿਆਂ ਮਾਂ ਨਾਲ ਮਿੰਟ ਵਾਸਤੇ ਰੁੱਸ ਜਾਂਦਾ ਹੈ। ਕਿੰਨੀ ਦੇਰ ਦਾ ਰੁਸੇਵਾ ਹੁੰਦਾ ਹੈ ਇੱਕ ਪੁੱਤਰ ਦਾ ਆਪਣੇ ਮਾਤਾ ਦੇ ਨਾਲ, ਕੁਛ ਖਿਣ ਦਾ ਹੁੰਦਾ ਹੈ। ਤੇ ਜਦੋਂ ਭੁੱਖ ਲੱਗਦੀ ਨਾ, ਫਿਰ ਮਾਤਾ ਦੇ ਸੀਨੇ ਨਾਲ ਲਾ ਲੈਂਦਾ ਹੈ, ਮਾਤਾ ਨੂੰ ਭੁੱਖ ਵਾਸਤੇ ਤਰਲੇ ਕਰਦਾ ਮਾਤਾ ਦੇ ਅੱਗੇ, ਕਿਉਂਕਿ ਇੱਕ ਪੁੱਤਰ ਦਾ ਮਾਤਾ ਦੇ ਨਾਲ ਜਿਹੜਾ ਰੁਸੇਵਾ ਹੁੰਦਾ ਨਾ, ਕੁਛ ਖਿਣਦਾ ਹੁੰਦਾ। ਇਹੀ ਭਾਈ ਮਰਦਾਨਾ ਸਾਹਿਬ ਜੀ ਦਾ ਰੁਸੇਵਾ ਇੱਕ ਮਾਤਾ ਦੇ ਨਹੀਂ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਮਾਤਾ ਪਿਤਾ ਨੇ, ਅਕਾਲ ਪੁਰਖ ਵਾਹਿਗੁਰੂ ਨੇ, ਜਿਨ੍ਹਾਂ ਆਪਣੇ ਪਿਆਰਿਆਂ ਨਾਲ ਬਹੁਤ ਪਿਆਰ ਕੀਤਾ ਏ। ਤੇ ਭਾਈ ਮਰਦਾਨਾ ਸਾਹਿਬ ਜਿਨ੍ਹਾਂ ਨੇ ਆਪਣੀ ਅਥਾਹ ਜ਼ਿੰਦਗੀ ਸਤਿਗੁਰਾਂ ਦੇ ਰਬਾਬੀਏ ਬਣ ਕੇ, ਕੀਰਤਨੀਏ ਬਣ ਕੇ ਰਬਾਬ ਵਜਾਈ ਕੀਰਤਨ ਕੀਤਾ, ਉਹਨਾਂ ਨਾਲ ਸਤਿਗੁਰੂ ਕਿੰਨਾ ਕੁ ਪਿਆਰ ਕਰਦੇ ਹੋਣੇ ਆ। ਰੁੱਸ ਕੇ ਜਦੋਂ ਚੱਲ ਕੇ ਰਬਾਬ ਦੇ ਦਿੱਤੀ ਕਿ ਆ ਰਬਾਬ ਫੜੋ ਆਪ ਜੀ ਦੀ, ਤੇ ਮੈਂ ਚਲਿਆ ਆਪਣੇ ਗਰਾਉਂ। ਆਪਾਂ ਸਾਰੇ ਜਾਣਦੇ ਹਾਂ ਕਿ ਕੌੜੇ ਰਾਖਸ਼ ਨੇ ਫੜ ਲਿਆ ਸੀ। ਕੌੜੇ ਰਾਖਸ਼ ਨੇ ਫੜ ਲਿਆ, ਤੇ ਜਿਹੜਾ ਕੌੜਾ ਰਾਖਸ਼ ਸੀ ਨਾ, ਰਾਹਗੀਰਾਂ ਨੂੰ ਫੜ ਕੇ ਤੇਲ ਵਿੱਚ ਤਲ ਕੇ ਖਾਇਆ ਕਰਦਾ ਸੀ, ਆਦਮਖੋਰ ਸੀ। ਤੇ ਜਦੋਂ ਉਹਨੇ ਫੜ ਲਿਆ ਨਾ, ਤੇ ਭਾਈ ਮਰਦਾਨਾ ਸਾਹਿਬ ਜੀ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਚੇਤਾ ਕਰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਨੇ। ਉੱਥੇ ਨਾ ਆਪਣੀ ਘਰਵਾਲੀ ਦੇ ਯਾਦ ਆਈ, ਨਾ ਉੱਥੇ ਆਪਣੇ ਪੁੱਤਰਾਂ ਦੀ ਯਾਦ ਆਈ, ਨਾ ਆਪਣੇ ਬਰਾਦਰਾਂ ਦੀ ਯਾਦ ਆਈ, ਨਾ ਸੰਸਾਰ ਦੇ ਕਿਸੇ ਆਸਰੇ ਦੇ ਯਾਦ ਆਈ। ਯਾਦ ਆਈ ਤਾਂ ਕੇਵਲ ਤੇ ਕੇਵਲ ਉਸ ਬਾਬੇ ਦੀ, ਜਿਸ ਬਾਬੇ ਕੋਲ ਬੈਠ ਕੇ ਅਥਾਹ ਜ਼ਿੰਦਗੀ ਕੀਰਤਨ ਕੀਤਾ ਏ ਤੇ ਕੀਰਤਨ ਦਾ ਰੰਗ ਮਾਣਨਾ ਕੀਤਾ ਏ। ਕਿਉਂਕਿ ਭਾਈ ਮਰਦਾਨਾ ਜੀ ਦੇ ਅੰਦਰ ਪ੍ਰਤੀਤ ਸੀ ਕਿ ਮੇਰੇ ਗੁਰੂ ਬਾਬੇ ਤੋਂ ਬਗੈਰ ਮੇਰਾ ਰਾਖਾ ਕੋਈ ਨਹੀਂ ਬਣ ਸਕਦਾ। ਸੰਸਾਰ ਦੀ ਐਸੀ ਕੋਈ ਸ਼ਕਤੀ ਨਹੀਂ, ਐਸੀ ਤਾਕਤ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਗੈਰ ਮੇਰੀ ਰੱਖਿਆ ਕਰ ਸਕਦੀ ਹੈ। ਸਤਿਗੁਰਾਂ ਨੂੰ ਯਾਦ ਕੀਤਾ, ਸਤਿਗੁਰੂ ਬੈਠੇ ਨੇ ਭਾਈ ਬਾਲਾ ਸਾਹਿਬ ਦੇ ਨਾਲ। ਉੱਠ ਪਏ ਸੱਚੇ ਪਾਤਸ਼ਾਹ, ਕਹਿੰਦੇ ਭਾਈ ਬਾਲਾ ਮਰਦਾਨੇ ਨੇ ਯਾਦ ਕੀਤਾ ਹੈ। ਤੇ ਉੱਥੇ ਹੱਸ ਕੇ ਭਾਈ ਬਾਲਾ ਸਾਹਿਬ ਜੀ ਕਹਿੰਦੇ, ਕਵੀ ਜੀ ਨੇ ਲਿਖਿਆ ਬਹੁਤ ਸੁੰਦਰ ਬਚਨ ਕਿ ਰਹਿਣ ਦਿਓ ਸੱਚੇ ਪਾਤਸ਼ਾਹ ਮਹਾਰਾਜ, ਘੜੀ ਮੁੜੀ ਰੁੱਸ ਪੈਂਦਾ ਏ। ਦਿਨੇ ਮਨਾ ਲਿਆ ਤੇ ਸ਼ਾਮ ਨੂੰ ਫੇਰ ਰੁੱਸ ਪੈਂਦਾ ਏ, ਰਹਿਣ ਦਿਓ ਉਹਨਾਂ ਨੂੰ। ਤੇ ਸਤਿਗੁਰੂ ਕਹਿੰਦੇ ਨਹੀਂ ਭਾਈ ਬਾਲਾ, ਨਾਲ ਲਿਆਏ ਦੀ ਲਾਜ ਰੱਖਣੀ ਪੈਣੀ ਹੈ। ਤੇ ਫਿਰ ਭਾਈ ਬਾਲਾ ਜੀ ਕਹਿੰਦੇ ਨੇ ਸਤਿਗੁਰੂ ਰਹਿਣ ਦਿਓ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਉਹ ਤਾਂ ਸਾਡਾ ਪਿਆਰਾ ਏ ਭਾਈ ਬਾਲਾ। ਇੱਕ ਤਾਂ ਨਾਲ ਲਿਆਏ ਦੀ ਲਾਜ ਰੱਖਣੀ ਪੈਣੀ ਹੈ, ਤੇ ਦੂਜਾ ਉਹ ਸਾਨੂੰ ਨਿੱਤਾ ਪ੍ਰਤੀ ਭੋਜਨ ਛਕਾਉਂਦਾ ਏ। ਭਾਈ ਬਾਲਾ ਜੀ ਹੈਰਾਨ ਹੋ ਕੇ ਪੁੱਛਦੇ, ਸਤਿਗੁਰੂ ਕਿਹੜਾ ਭੋਜਨ ਉਹਨੇ ਛਕਾਇਆ? ਘੜੀ ਮੁੜੀ ਤਾਂ ਰੁੱਸ ਪੈਂਦੇ, ਕਿਹੜਾ ਉਹਨੇ ਚੁੱਲ੍ਹਾ ਬਾਲ ਕੇ ਪਰੌਂਠੇ ਲਾ ਕੇ ਆਪ ਜੀ ਨੂੰ ਛਕਾਏ ਨੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਭਾਈ ਬਾਲਾ ਭੁਜਾ ਕਹੇ ਕੀ ਲਾਜਾ, ਪੁਨ ਉਨ ਸੰਗ ਆਪਨ ਕਾਜਾ, ਨਿਤ ਪ੍ਰਤ ਉਹ ਰਬਾਬ ਵਜਾਵੇ, ਕਰ ਕੀਰਤਨ ਉਹ ਮੋਹੇ ਰਿਝਾਵੇ। ਸਤਿਗੁਰੂ ਕਹਿੰਦੇ ਇੱਕ ਤਾਂ ਭਾਈ ਬਾਲਾ ਨਾਲ ਲਿਆਏ ਦੀ ਰਾਜ ਰੱਖਣੀ ਪੈਣੀ, ਦੂਜਾ ਉਹਦਾ ਸਾਡੇ ਨਾਲ ਬਹੁਤ ਵੱਡਾ ਕੰਮ ਹੈ। ਸਾਡਾ ਕੰਮ ਭਾਈ ਮਰਦਾਨੇ ਤੋਂ ਬਗੈਰ ਨਹੀਂ ਜੇ ਸਰਦਾ ਏ। ਤੇ ਭੋਜਨ ਦੀ ਤੂੰ ਗੱਲ ਕਰਨਾ ਏ ਨਾ, ਤੇ ਭਾਈ ਮਰਦਾਨਾ ਨਿੱਤਾ ਪ੍ਰਤੀ ਸਾਨੂੰ ਆਤਮਿਕ ਭੋਜਨ ਛਕਾਉਂਦਾ ਏ। ਜਦੋਂ ਰਬਾਬ ਦੀ ਤਾਰ ਛੇੜਦਾ ਏ ਨਾ, ਧੁਰੋ ਜਦੋਂ ਬਾਣੀ ਆਉਂਦੀ ਏ ਨਾ, ਤੇ ਉਹ ਜਦੋਂ ਰਬਾਬ ਛੇੜ ਕੇ ਕੀਰਤਨ ਕਰਦਾ ਏ ਤੇ ਸਾਨੂੰ ਆਤਮਿਕ ਭੋਜਨ ਮਿਲਦਾ ਏ। ਕੀਰਤਨ ਭੋਜਨ ਨੀਤ, ਕੀਰਤਨ ਰੂਪੀ ਭੋਜਨ ਸਾਨੂੰ ਪ੍ਰਿਆਪਤ ਹੁੰਦਾ ਏ। ਸਾਡੀ ਆਤਮਾ ਦਾ ਭੋਜਨ ਸਾਨੂੰ ਮਿਲਦਾ ਏ, ਜੋ ਸਾਨੂੰ ਨਿਤ ਮਰਦਾਨਾ ਛਕਾਉਂਦਾ ਏ। ਬਾਲਾ ਭੁਜਾ ਕਹੇ ਕੀ ਲਾਜਾ, ਕਹਿੰਦੇ ਬਾਂਹ ਇੱਕ ਵਾਰ ਫੜ ਲਈ ਜਿਸ ਗੁਰੂ ਨੇ ਨਾ ਸਾਧ ਸੰਗਤ ਜੀ, ਫਿਰ ਸਾਥ ਨਹੀਂ ਛੁੱਟਦਾ। ਅਸੀਂ ਭਾਵੇਂ ਰੁੱਸ ਕੇ ਚੱਲ ਜਾਂਦੇ ਆ, ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਡੇ ਤੋਂ ਕਦੀ ਨਹੀਂ ਜੇ ਰੁੱਸਦੇ ਨੇ। ਕਿਉਂਕਿ ਅਖੀਰ ਤੇ ਬਾਂਹ ਫੜਨ ਵਾਲਾ ਉਹੀ ਹੈ। ਬਾਂਹ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋੜੀਏ। ਸਾਡੀ ਬਾਂਹ ਨਹੀਂ ਜੇ ਛੋੜਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਆਪਣੇ ਪਿਆਰੇ ਭਾਈ ਮਰਦਾਨਾ ਸਾਹਿਬ ਜੀ ਦੀ ਆ ਕੇ ਰੱਖਿਆ ਕੀਤੀ। ਜਦੋਂ ਕੌੜੇ ਨੇ ਫੜਿਆ ਸੀ, ਸਤਿਗੁਰਾਂ ਨੇ ਕਹਿਣਾ ਕੀਤਾ, ਬੋਲ ਮਰਦਾਨਾ ਵਾਹਿਗੁਰੂ। ਜਦੋਂ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ, ਤਪਦਾ ਹੋਇਆ ਕੜਾ ਦਾ ਜਿਹੜਾ ਤੇਲ ਵੀ ਹੈ ਨਾ, ਉਹ ਸ਼ਾਂਤ ਹੋ ਗਿਆ, ਸ਼ੀਤਲ ਹੋ ਗਿਆ। ਤੇ ਸਤਿਗੁਰਾਂ ਨੇ ਆਦਮਖੋਰ ਕੌੜੇ ਰਾਖਸ਼ ਵਰਗਿਆਂ ਨੂੰ ਸਾਧ ਸੰਗਤ ਜੀ ਤਾਰ ਦਿੱਤਾ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦਾਸਾਂ ਦੀ ਰੱਖਿਆ ਕਰਦੇ ਨੇ। ਇਸ ਲੋਕ ਵਿੱਚ ਵੀ
ਆਪਣੇ ਦਾਸਾਂ ਦੀ ਪ੍ਰਤਪਾਲਨਾ ਕਰਦੇ, ਹਰ ਇੱਕ ਸੰਕਟ ਤੋਂ ਬਚਾਉਂਦੇ ਨੇ। ਤੇ ਜਦੋਂ ਪਰਲੋਕ ਵਿੱਚ ਜਾਂਦੇ ਨੇ ਸਤਿਗੁਰੂ ਉੱਥੇ ਵੀ ਬਾਂਹ ਫੜਦੇ ਨੇ, ਉੱਥੇ ਵੀ ਸਤਿਗੁਰੂ ਆਪਣੇ ਸੇਵਕਾਂ ਦੀ ਰਾਖੀ ਕਰਦੇ ਹਨ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ, ਆਦ ਜੁਗਾਦ ਪ੍ਰਗਟ ਪ੍ਰਤਾਪ। ਐਸੇ ਉਸ ਵਾਹਿਗੁਰੂ ਪਰਮੇਸ਼ਰ ਦਾ ਆਦ ਕਹਿੰਦੇ ਮੁੱਢ ਤੋਂ, ਜੁਗਾਦ ਕਹਿੰਦੇ ਸਦਾ ਸਦਾ ਵਾਸਤੇ ਜਿਹੜਾ ਪ੍ਰਤਾਪ ਹੈ ਨਾ, ਸਾਰੇ ਸੰਸਾਰ ਅੰਦਰ ਪ੍ਰਗਟ ਹੈ। ਇਸੇ ਪ੍ਰਕਾਰ ਆਦ ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਆਰੰਭ ਤੋਂ, ਜੁਗਾਦ ਕਹਿੰਦੇ ਜੁਗਾ ਜੁਗਾ ਤੱਕ, ਸਤਜੁਗ ਦੁਆਪਰ ਤ੍ਰੇਤਾ ਕਲਯੁਗ, ਸਾਰੇ ਹੀ ਜੁਗਾਂ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰਤਾਪ ਹੈ ਉਹ ਪ੍ਰਗਟ ਹੈ। ਨਿੰਦਕ ਮੂਆ ਉਪਜ ਬੜ ਤਾਪ। ਤੇ ਐਸਾ ਜੋ ਨਿੰਦਕ ਹੈ, ਜੋ ਬੜਾ ਹੀ ਵੱਡਾ ਤਾਪ ਸੰਤਾਪ ਸਾੜਾ ਪੈਦਾ ਹੋ ਕਰਕੇ ਸੜ ਕੇ ਮਰਿਆ, ਸੁਲਹੀ ਖਾਨ ਵਰਗਾ, ਜਿਨ੍ਹਾਂ ਗੁਰੂ ਪਿਆਰਿਆਂ ਦੀ ਨਿੰਦਿਆ ਕੀਤੀ ਹੈ, ਹੰਕਾਰ ਨਾਲ ਬੋਲਿਆ ਸੀ ਨਾ, ਵੱਡਾ ਸਾੜਾ ਪੈਦਾ ਹੋ ਕਰਕੇ ਮਰਿਆ। ਇਸੀ ਪ੍ਰਕਾਰ ਜੋ ਸੰਸਾਰ ਦੇ ਅੰਦਰ ਸਾਧੂ ਜਨਾਂ ਦੀ, ਭਗਤ ਜਨਾਂ ਦੀ, ਨਿਮਰਤਾ ਵਾਲਿਆਂ ਦੀ ਨਿੰਦਿਆ ਕਰਦੇ ਨੇ, ਚੁਗਲੀਆਂ ਕਰਦੇ ਨੇ ਨਾ ਸਾਧ ਸੰਗਤ ਜੀ, ਵੱਡਾ ਸਾੜਾ, ਵੱਡਾ ਦੁੱਖ ਪੈਦਾ ਹੋ ਕਰਕੇ, ਸੰਤਾਪ ਪੈਦਾ ਹੋ ਕਰਕੇ ਸੰਸਾਰ ਵਿੱਚੋਂ ਜਾਂਦੇ ਹਨ, ਸੰਸਾਰ ਵਿੱਚ ਮਰਦੇ ਨੇ। ਬੜੇ ਦੁੱਖ ਉਹਨਾਂ ਨੂੰ ਸੰਸਾਰ ਵਿੱਚ ਸਹਿਣੇ ਪੈਂਦੇ ਨੇ, ਜਿਹੜੇ ਨਿਮਰਤਾ ਵਾਲੇ ਸਾਧੂ ਜਨਾਂ ਦੀ, ਭਗਤ ਜਨਾਂ ਦੀ ਨਿੰਦਿਆ ਕਰਦੇ। ਤਿਨ ਮਾਰਿਆ ਜੇ ਰਖਾ ਨ ਕੋਏ। ਜਿਸ ਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਪ ਮਾਰਨਾ ਕੀਤਾ ਨਾ, ਫਿਰ ਉਹਦੀ ਰੱਖਿਆ ਸੰਸਾਰ ਵਿੱਚ ਕੋਈ ਜੇ ਨਹੀਂ ਕਰ ਸਕਦਾ। ਸੰਸਾਰ ਦੀ ਕੋਈ ਸ਼ਕਤੀ ਨਹੀਂ, ਬਗੈਰ ਸਾਧੂ ਜਨਾਂ ਦੇ, ਭਗਤ ਜਨਾਂ ਦੇ, ਉਹਦੇ ਪਿਆਰਿਆਂ ਤੋਂ ਬਗੈਰ ਸੰਸਾਰ ਵਿੱਚ ਕੋਈ ਵੀ ਉਹਨਾਂ ਵਿਅਕਤੀਆਂ ਦੀ ਰਾਖੀ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਮਾਰਿਆ ਹੈ। ਕੇਵਲ ਤੇ ਕੇਵਲ ਉਹਦੇ ਭਗਤ ਜਨਾਂ ਅੰਦਰ ਐਸੀ ਸਮਰਥਾ ਹੁੰਦੀ ਹੈ, ਐਸੀ ਸ਼ਕਤੀ ਹੁੰਦੀ ਹੈ, ਜਿਹੜਾ ਪਰਮੇਸ਼ਰ ਤੋਂ ਮਾਰੇ ਉਹਨੂੰ ਵੀ ਬਚਾ ਸਕਦਾ ਹੈ। ਜਿਵੇਂ ਅਮਰੀਕ ਹੋਇਆ ਨਾ, ਅਮਰੀਕ ਰਾਜੇ ਨੂੰ ਸਾਧ ਸੰਗਤ ਜੀ ਦੁਰਵਾਸਾ ਸ਼ਰਾਪ ਦੇਣ ਆਇਆ ਸੀ, ਵੱਡਾ ਬ੍ਰਹਮ ਭੋਜ ਰੱਖਿਆ ਸੀ, ਤੇ ਅਮਰੀਕ ਮੋਹੇ ਵਰਤ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਰਾਤ ਪਈ ਦੁਰਵਾਸਾ ਆਇਆ ਤੇ ਜਾਣ ਬੁੱਝ ਕੇ ਨਦੀ ਨੂੰ ਨਹਾਉਣ ਚਲੇ ਗਿਆ, ਤੇ ਰਾਤ ਪਈ ਤੱਕ ਆਇਆ ਨਹੀਂ, ਤੇ ਰਾਤ ਨੂੰ ਸੋਚਿਆ ਆ ਕੇ ਉਹਨੂੰ ਸ਼ਰਾਪ ਦੇ ਦੇਵਾਂਗਾ। ਪਰ ਵੇਖੋ ਕੈਸਾ ਨਿਆਉ ਕਰਤੇ ਦਾ ਇਹ ਸਾਧ ਸੰਗਤ ਜੀ, ਪੂਰਾ ਨਿਆਉ ਕਰੇ ਕਰਤਾਰ। ਜਦੋਂ ਸ਼ਰਾਪ ਦੇਣ ਲੱਗਿਆ ਨਾ, ਪਰਮੇਸ਼ਰ ਨੇ ਬੈਕੁੰਠ ਤੋਂ ਸੁਦਰਸ਼ਨ ਚੱਕਰ ਹੀ ਭੇਜ ਦਿੱਤਾ, ਕਾਲ ਰੂਪ ਹੋ ਕਰਕੇ ਆਇਆ ਤੇ ਭੱਜਦਾ ਦੌੜਦਾ ਫਿਰਿਆ, ਕਦੇ ਸ਼ਿਵਪੁਰੀ ਨੂੰ ਜਾਵੇ, ਕਦੇ ਬ੍ਰਹਮਪੁਰੀ ਨੂੰ ਜਾਵੇ, ਕਦੇ ਇੰਦਰ ਲੋਕ ਨੂੰ ਜਾਵੇ, ਕਦੇ ਬੈਕੁੰਠ ਨੂੰ ਜਾਵੇ। ਤੇ ਜਿੱਥੇ ਵੀ ਗਿਆ ਨਾ, ਸਾਰੇ ਕਹਿੰਦੇ ਪੁਰਖਾ ਅਸੀਂ ਨਹੀਂ ਜੇ ਤੇਰੀ ਸਹਾਇਤਾ ਕਰ ਸਕਦੇ। ਪਰਮੇਸ਼ਰ ਦੇ ਪਿਆਰੇ ਨੂੰ ਤੂੰ ਦੁੱਖ ਦਿੱਤਾ ਏ, ਉਹਦੀ ਬੰਦਗੀ ਕਰਨ ਵਾਲਿਆਂ ਨੂੰ ਤੂੰ ਦੁੱਖ ਦਿੱਤਾ ਏ, ਤੇਰੀ ਸਹਾਇਤਾ ਸੰਸਾਰ ਦੀ ਕੋਈ ਤਾਕਤ ਹੀ ਨਹੀਂ ਕਰ ਸਕਦੀ ਹੈ। ਬ੍ਰਹਮਾ ਜਿਹਨੂੰ ਲੋਕ ਵਿਦਾਤਾ ਕਹਿੰਦੇ ਨੇ ਸੰਸਾਰ ਦੇ, ਉਹ ਕਹਿੰਦਾ ਮੈਂ ਵੀ ਤੇਰੀ ਰੱਖਿਆ ਨਹੀਂ ਕਰ ਸਕਦਾ, 4 ਵੇਦਾਂ ਦਾ ਰਚੇਤਾ। ਵਿਸ਼ਨੂੰ ਕਹਿੰਦਾ ਪੁਰਖਾ ਤੂੰ ਇੱਥੋਂ ਤੁਰਦਾ ਬਣ, ਤੇਰੀ ਰੱਖਿਆ ਮੈਂ ਨਹੀਂ ਕਰ ਸਕਦਾ ਏ। ਇੰਦਰ ਵੀ ਜਿਹੜਾ ਦੇਵਤਾ ਸਵਰਗ ਦਾ, ਉਹ ਕਹਿੰਦਾ ਪੁਰਖਾ ਤੂੰ ਇੱਥਾਂ ਚਲੇ ਜਾ, ਜੇ ਤੂੰ ਇੱਥੇ ਰਹਿ ਨਾ ਤੇਰੇ ਨਾਲ ਮੇਰੀ ਵੀ ਮੌਤ ਹੋ ਜਾਣੀ ਹੈ, ਤੇ ਇਸ ਕਰਕੇ ਇੱਥੋਂ ਤੁਰਦਾ ਬਣ, ਤੇਰੀ ਰੱਖਿਆ ਅਸੀਂ ਨਹੀਂ ਜੇ ਕਰ ਸਕਦੇ। ਸਾਰਿਆਂ ਤੋਂ ਹਤਾਸ਼ ਹੋਇਆ, ਸਾਰਿਆਂ ਨੇ ਮਿਲ ਕੇ ਉਹਨੂੰ ਸਲਾਹ ਦਿੱਤੀ ਹੈ, ਜੇ ਬਚਣਾ ਚਾਹੁੰਦਾ ਨਾ ਪਰਮੇਸ਼ਰ ਤੋਂ, ਜਿਸ ਪਰਮੇਸ਼ਰ ਨੇ ਤੈਨੂੰ ਮੌਤ ਰੂਪ ਹੋ ਕੇ ਸੁਦਰਸ਼ਨ ਚੱਕਰ ਭੇਜਿਆ ਨਾ, ਕਾਲ ਰੂਪ ਹੋ ਕੇ ਆਇਆ, ਜੇ ਉਹ ਤੋਂ ਬਚਣਾ ਚਾਹੁੰਦਾ ਤੇ ਜਿਸ ਭਗਤ ਨੂੰ ਦੁੱਖ ਦਿੱਤਾ ਹੈ ਉਹਦੇ ਚਰਨਾਂ 'ਚ ਜਾ ਕੇ ਡਿੱਗ, ਉਹਨੂੰ ਮਾਫੀਆਂ ਮੰਗਣਾ ਕਰ, ਉਹੀ ਤੈਨੂੰ ਬਚਾ ਸਕਦਾ ਹੈ। ਪਰਮੇਸ਼ਰ ਦੇ ਮਾਰੇ ਨੂੰ ਕੋਈ ਸੰਸਾਰ ਦੀ ਤਾਕਤ ਨਹੀਂ ਬਚਾ ਸਕਦੀ, ਸਿਵਾਏ ਉਹਦੇ ਭਗਤਾਂ ਦੇ। ਸਾਧ ਸੰਗਤ ਜੀ ਹੈ, ਅਮਰੀਕ ਦੇ ਚਰਨਾਂ 'ਚ ਜਦੋਂ ਢਹਿ ਪਿਆ ਨਾ, ਤੇ ਅਮਰੀਕ ਨੇ ਅਰਦਾਸ ਕੀਤੀ ਪਰਮੇਸ਼ਰ ਦੇ ਚਰਨਾਂ 'ਚ, ਤੇ ਕੀਤੀ ਅਰਦਾਸ ਪ੍ਰਵਾਨ ਹੋਈ, ਫੇਰ ਦੁਰਵਾਸਾ ਬਖਸ਼ਿਆ ਗਿਆ। ਐਸਾ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਦੇ ਮਾਰੇ ਹੋਏ ਨੂੰ ਸੰਸਾਰ ਵਿੱਚ ਕੋਈ ਨਹੀਂ ਰੱਖ ਸਕਦਾ, ਜਿਹਦੀ ਰੱਖਿਆ ਕੋਈ ਨਹੀਂ ਕਰ ਸਕਦਾ। ਆਗੇ ਪਾਛੈ ਮੰਦੀ ਸੋਏ। ਐਸੇ ਨਿੰਦਕਾਂ ਦੀ ਸਾਧ ਸੰਗਤ ਜੀ ਅੱਗੇ ਪਰਲੋਕ ਵਿੱਚ ਤੇ ਪਿੱਛੇ ਇਸ ਲੋਕ ਵਿੱਚ ਸਾਧ ਸੰਗਤ ਜੀ ਮੰਦੀ ਸੋਏ, ਭੈੜੀ ਸੋਭਾ ਹੁੰਦੀ ਹੈ। ਬੜਾ ਹੀ ਅਪਜਸ ਇਹਨਾਂ ਲੋਕਾਂ ਦਾ ਹੁੰਦਾ ਹੈ ਨੇ, ਜਿਨ੍ਹਾਂ ਨੇ ਸੰਸਾਰ ਵਿੱਚ ਆ ਕਰਕੇ ਪਾਪ ਕਰਮ ਕਮਾਏ। ਨਿੰਦਿਆ ਰੂਪੀ ਪਾਪ ਜਿਨ੍ਹਾਂ ਨੇ ਕੀਤਾ, ਚੁਗਲੀ ਰੂਪ ਜਿਨ੍ਹਾਂ ਨੇ ਪਾਪ ਕੀਤਾ, ਇਹ ਉਹਨਾਂ ਦਾ ਥਾਵੇਂ ਪਰਥਾਵੇਂ ਕੇਵਲ ਤੇ ਕੇਵਲ ਅਬਜਸ ਹੁੰਦਾ ਹੈ, ਭੈੜੀ ਸੋਭਾ ਹੁੰਦੀ ਹੈ। ਆਪਣੇ ਦਾਸ ਰਾਖੈ ਕੰਠ ਲਾਏ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹਦੇ ਪਿਆਰਿਆਂ ਨੂੰ ਆਪਣੇ ਕੰਠ ਨਾਲ ਲਾ ਕਰਕੇ
ਆਪਣੇ ਗਲ ਨਾਲ ਲਾ ਕਰਕੇ ਉਹਨਾਂ ਦੀ ਰੱਖਿਆ ਕਰਦਾ, ਉਹਨਾਂ ਦੀ ਸਹਾਇਤਾ ਕਰਦਾ ਹੈ। ਸ਼ਰਨ ਨਾਨਕ ਹਰ ਨਾਮ ਧਿਆਏ। ਇਸ ਕਰਕੇ ਸਤਿਗੁਰੂ ਕਹਿੰਦੇ, ਹੇ ਸਿੱਖਾ, ਹੇ ਪਿਆਰਿਆਂ, ਉਸ ਵਾਹਿਗੁਰੂ ਦੀ ਸ਼ਰਨ ਪੈਣਾ ਕਰ ਤੇ ਉਹਦੀ ਸ਼ਰਨ ਵਿੱਚ ਜਾ ਕਰਕੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਧਿਆਵਣਾ ਕਰ, ਉਹਦੇ ਨਾਮ ਨੂੰ ਜਪਣਾ ਕਰ। ਜੇ ਉਹਦਾ ਪਿਆਰਾ ਬਣਨਾ ਹੀ ਹੈ, ਜੇ ਉਹਦੇ ਪ੍ਰੇਮ ਨੂੰ ਪ੍ਰਾਪਤ ਕਰਨਾ ਹੈ ਤੇ ਵਾਹਿਗੁਰੂ ਦੇ ਨਾਮ ਨੂੰ ਜੇ ਜਪੇਗਾ, ਸੰਗਤ ਅੰਦਰ ਜਾ ਕੇ ਜੁੜੇਗਾ, ਫੇਰ ਹੀ ਅੰਦਰ ਭਾਵਨਾ ਆਣੀ ਹੈ, ਫੇਰ ਹੀ ਅੰਦਰ ਪ੍ਰੇਮ ਆਉਣਾ ਹੈ ਤੇ ਫੇਰ ਹੀ ਪਰਮੇਸ਼ਰ ਦਾ ਨਾਮ ਜਿਹੜਾ ਹਿਰਦੇ ਵਿੱਚ ਜਾ ਕੇ ਵਸੇਗਾ ਤੇ ਇਸ ਤਰ੍ਹਾਂ ਤੇਰਾ ਪਾਰ ਉਤਾਰਾ ਹੋਵੇਗਾ, ਤੂੰ ਵਾਹਿਗੁਰੂ ਦਾ ਪਿਆਰਾ ਬਣ ਜਾਵੇਗਾ, ਜੋ ਵਾਹਿਗੁਰੂ ਆਪਣੇ ਕੰਠ ਨਾਲ ਲਾ ਕਰਕੇ ਪਿਆਰਿਆਂ ਨੂੰ ਰੱਖਦਾ ਏ। ਇਸ ਕਰਕੇ ਸੰਗਤ ਦੀ ਸ਼ਰਨ ਵਿੱਚ ਜਾਣਾ ਕਰ ਤੇ ਸੰਗਤ ਦੀ ਸ਼ਰਨ ਵਿੱਚ ਜੁੜ ਕੇ ਉਸ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ, ਧਿਆਉਣਾ ਕਰ। ਸ਼ਰਨ ਨਾਨਕ ਹਰ ਨਾਮ ਧਿਆਏ। ਇਸ ਪ੍ਰਕਾਰ ਸਤਿਗੁਰੂ ਕਹਿੰਦੇ, ਭਾਈ ਉਹਦੀ ਸ਼ਰਨ ਵਿੱਚ ਜਾ ਤੇ ਉਹਦੇ ਨਾਮ ਨੂੰ ਧਿਆਉਣਾ ਕਰ। ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਅੰਦਰ ਸੱਚੇ ਪਾਤਸ਼ਾਹ ਅਗਲਾ ਸ਼ਬਦ ਫਰਮਾਨ ਕਰ ਰਹੇ ਨੇ। ਇਸ ਸ਼ਬਦ ਦੀ ਵੀ ਉਥਾਨਕਾ ਇਸ ਪ੍ਰਕਾਰ ਵਿਦਵਾਨਾਂ ਨੇ ਦਿੱਤੀ ਹੈ ਕਿ ਜਦੋਂ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਰੱਖਿਆਵਾਚਕ ਸ਼ਬਦ ਸੁਣਿਆ, ਸਤਿਗੁਰਾਂ ਅੱਗੇ ਬੇਨਤੀ ਕਰਦੇ, ਸਤਿਗੁਰੂ ਕੀ ਪਹਿਲਾਂ ਵੀ ਇਸ ਪ੍ਰਕਾਰ ਕਿਸੇ ਨੇ ਆਪਣੇ ਸਿੱਖਾਂ ਦੀ, ਆਪਣੇ ਦਾਸਾਂ ਦੀ ਰਾਖੀ ਕੀਤੀ ਹੈ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਤੀਜੇ ਸਰੂਪ ਦੇ ਅੰਦਰ ਇਸੇ ਪ੍ਰਕਾਰ ਸਿੱਖਾਂ ਦੀ ਰਾਖੀ ਕੀਤੀ ਸੀ, ਉਹਦੀ ਉਗਾਈ ਤੁਹਾਨੂੰ ਦੇਣ ਲੱਗੇ ਆ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੋਬਿੰਦਵਾਲ ਸ਼ਹਿਰ ਵਸਾਇਆ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਸਾਧ ਸੰਗਤ ਜੀ ਗੋਂਦਾ ਨਾਮੇ ਜਿਹੜਾ ਮਰਵਾ ਆਇਆ ਸੀ ਨਾ, ਤੇ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਗੋਂਦੇ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਜੀ, ਮੈਂ ਝੂਠੇ ਦਾਅਵੇ ਕਰਕੇ ਨੇਮ ਕਰਕੇ ਜ਼ਮੀਨ ਤਾਂ ਜਿੱਤ ਲਈ ਆ, ਪਰ ਉਸ ਜ਼ਮੀਨ ਤੇ ਭੂਤਾਂ ਪ੍ਰੇਤਾਂ ਆਤਮਾਵਾਂ ਨੇ ਕਬਜ਼ਾ ਕਰ ਲਿਆ, ਵਾਸਾ ਕਰਦੇ ਨੇ ਉੱਥੇ। ਤੇ ਜਦੋਂ ਵੀ ਨਗਰ ਵਸਾਉਣ ਵਾਸਤੇ, ਮਹਿਲ ਉਸਾਰਨ ਵਾਸਤੇ ਕੰਧਾਂ ਮੈਂ ਸਵੇਰੇ ਮੰਨਾ ਨਾ, ਸ਼ਾਮ ਨੂੰ ਢਾਹ ਦਿੰਦੇ ਨੇ ਭੂਤ ਪ੍ਰੇਤ। ਤੇ ਆਪ ਜੀ ਕੋਈ ਕਿਰਪਾ ਕਰੋ, ਉਹ ਮੇਰਾ ਨਗਰ ਵਸ ਜਾਵੇ, ਆਪਣੀ ਮਿਹਰ ਕਰੋ, ਦਇਆ ਕਰਨਾ ਕਰੋ ਸੱਚੇ ਪਾਤਸ਼ਾਹ। ਤੇ ਸਤਿਗੁਰਾਂ ਨੇ ਉਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਆਪਣੇ ਹੱਥ ਵਿੱਚ ਫੜੀ ਹੋਈ ਛਟੀ ਦਿੱਤੀ ਹੈ ਤੇ ਉਸ ਛਟੀ ਨੂੰ ਦੇ ਕੇ ਕਹਿਣਾ ਕੀਤਾ ਕਿ ਪੁਰਖਾ, ਜਿੱਥੇ ਜਿੱਥੇ ਛੜੀ ਨੂੰ ਤੂੰ ਫੇਰੇਗਾ ਨਾ, ਤੇ ਉੱਥੇ ਉੱਥੇ ਵਸਦੇ ਹੋਏ ਜਿਹੜੇ ਆਤਮਾਵਾਂ ਨੇ, ਭੂਤ ਪ੍ਰੇਤ ਨੇ, ਉਹ ਸੜ ਜਾਣਗੇ, ਦੂਰ ਭੱਜ ਜਾਣਗੇ। ਸਤਿਗੁਰਾਂ ਦਾ ਉਪਦੇਸ਼ ਸੱਚ ਕਰਕੇ ਮੰਨਿਆ। ਵੇਖੋ, ਪਹਿਲਾਂ ਬਾਬਾ ਦਾਤੂ ਤੇ ਬਾਬਾ ਦਾਸੂ ਜੀ ਨੂੰ ਵੀ ਕਹਿਣਾ ਕੀਤਾ ਸੀ, ਪਰ ਉਹ ਮੁਨਕਰ ਹੋ ਗਏ। ਪਿਤਾ ਸਤਿਗੁਰਾਂ ਦਾ ਹੁਕਮ ਉਹਨਾਂ ਨੇ ਨਹੀਂ ਮੰਨਿਆ। ਕਹਿਣ ਲੱਗੇ, ਜੇ ਉੱਥੇ ਜਾਵਾਂਗੇ ਕੀ ਪਤਾ ਆਤਮਾਵਾਂ ਨੇ ਸਾਨੂੰ ਹੀ ਮਾਰ ਦੇਣਾ। ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਕਹਿਣ ਦੀ ਲੋੜ ਵੀ ਨਹੀਂ ਪਈ। ਵੇਖਦਿਆਂ ਸਾਰ ਹੱਥ ਜੋੜ ਕੇ ਖਲੋ ਗਏ, ਕਹਿਣ ਲੱਗੇ, ਸਤਿਗੁਰੂ ਦੱਸੋ ਹੁਕਮ ਕੀ ਹੈ? ਤੇ ਪਾਤਸ਼ਾਹ ਨੇ ਹੁਕਮ ਕਰਨਾ ਕੀਤਾ ਹੈ। ਜਦੋਂ ਪਹੁੰਚਦੇ ਹਨ ਉਸ ਧਰਤੀ ਤੇ, ਜਿੱਥੇ ਜਿੱਥੇ ਛੜੀ ਫੇਰਦੇ ਆ ਨਾ, ਉੱਥੋਂ ਉੱਥੋਂ ਜਿਹੜੇ ਆਤਮਾਵਾਂ ਨੇ, ਪ੍ਰੇਤ ਨੇ, ਉਹ ਦੂਰ ਭੱਜ ਜਾਂਦੇ ਨੇ। ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਉਸ ਨਗਰੀ ਨੂੰ ਆਬਾਦ ਕਰਕੇ ਭਾਈ ਗੋਂਦੇ ਦੇ ਨਾਮ ਤੇ ਸਤਿਗੁਰਾਂ ਨੇ ਉਹ ਗੋਬਿੰਦਵਾਲ ਸ਼ਹਿਰ ਵਸਾਇਆ ਸੀ। ਗੋਂਦੇ ਦੀ ਇਹ ਜ਼ਮੀਨ ਸੀ ਜਿਸ ਨੂੰ ਸਤਿਗੁਰਾਂ ਨੇ ਆਬਾਦ ਕਰਵਾਇਆ ਹੈ। ਤੇ ਸਤਿਗੁਰਾਂ ਨੇ ਜਦੋਂ ਗੁਰਤਾ ਗੱਦੀ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਹੋਈ, ਗੋਇੰਦਵਾਲ ਸਤਿਗੁਰੂ ਆ ਕੇ ਵਸੇ ਹਨ। ਪਾਵਨ ਪਵਿੱਤਰ ਸਿੱਖਾਂ ਦਾ ਤੀਰਥ ਬਾਉਲੀ ਸਾਹਿਬ ਦੀ ਰਚਨਾ ਕਰਨਾ ਕੀਤੀ ਹੈ। ਸਿੱਖਾਂ ਦਾ ਬਹੁਤ ਵੱਡਾ ਇਕੱਠ ਉੱਥੇ ਹੋਇਆ ਕਰਦੇ, ਵੱਡੇ ਜੋੜ ਮੇਲੇ ਲੱਗਿਆ ਕਰਦੇ ਹਨ, ਬੜੀਆਂ ਰੌਣਕਾਂ ਲੱਗੀਆਂ ਕਰਦੀਆਂ ਸਤਿਗੁਰਾਂ ਦੇ ਉਸ ਪਾਵਨ ਅਸਥਾਨ ਤੇ ਇਸੇ ਸਮੇਂ, ਇਸੇ ਦਰਮਿਆਨ ਜਿਹੜਾ ਅਕਬਰ ਬਾਦਸ਼ਾਹ ਨੇ, ਉਹਨੇ ਚਿੱਤੌੜ ਗਲੇ ਤੇ ਸਾਧ ਸੰਗਤ ਜੀ ਹਮਲਾ ਬੋਲਿਆ ਸੀ। ਤੇ ਚਿੱਤੌੜ ਦਾ ਕਿਲਾ ਉਹਨੂੰ ਕਈ ਮਹੀਨੇ ਹੋ ਗਏ, ਲੇਕਿਨ ਫਤਿਹ ਨਹੀਂ ਹਾਸਲ ਹੋ ਰਹੀ ਸੀ। ਕਈ ਪੀਰਾਂ ਨੂੰ, ਫਕੀਰਾਂ ਨੂੰ ਮਨਾਇਆ, ਪੀਰ ਪੈਗੰਬਰਾਂ ਨੂੰ ਮਨਾਇਆ, ਸ਼ੀਰਨੀਆਂ ਦਿੱਤੀਆਂ, ਲੇਕਿਨ ਕੋਈ ਵਸ ਨਹੀਂ ਚੱਲਿਆ। ਚਿੱਤੌੜ ਦਾ ਕਿਲਾ ਨਹੀਂ ਫਤਿਹ ਹੋ ਪਾਇਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਡਿਆਈ ਸੁਣੀ ਹੈ ਤੇ ਆਪਣੇ ਅਹਿਲਕਾਰ ਨੂੰ ਬੜੀਆਂ ਭੇਟਾਵਾਂ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕੋਲ ਭੇਜਣਾ ਕੀਤਾ ਹੈ। ਤੇ ਆ ਕੇ ਜਦੋਂ ਉਹਨੇ ਫਰਿਆਦ ਸੁਣਾਈ ਹੈ ਨਾ, ਸਤਿਗੁਰਾਂ ਨੇ ਸੁਤੇ ਸਿੱਧ ਬਚਨ ਕਰਨਾ ਕੀਤਾ ਸੀ, ਕਿਉਂਕਿ ਸਤਿਗੁਰੂ ਬਾਉਲੀ ਸਾਹਿਬ ਦੀ ਰਚਨਾ ਉਸ ਸਮੇਂ ਕਰ ਰਹੇ ਸਨ। ਤੇ ਬਾਉਲੀ ਦਾ ਇੱਕ ਕੜ ਨਹੀਂ ਜੇ ਟੁੱਟਦਾ ਸੀ। ਸਤਿਗੁਰਾਂ ਨੇ ਕਿਹਾ ਸੀ, ਜਦੋਂ ਇਹ ਕੜ ਟੁੱਟੇਗਾ ਨਾ, ਉਸੇ ਸਮੇਂ ਤੈਨੂੰ ਚਿੱਤੌੜ ਦਾ ਕਿਲਾ ਜਿਹੜਾ ਫਤਿਹ ਹੋ ਜਾਵੇਗਾ।
ਤੇ ਸਤਿਗੁਰਾਂ ਦੇ ਬਚਨ ਦੇ ਅਨੁਸਾਰ ਬਿਕਰਮੀ 1616 ਨੂੰ ਬਾਉਲੀ ਦਾ ਕੜ ਭਾਈ ਮਾਣਕ ਚੰਦ ਕਰਕੇ ਟੁੱਟਿਆ ਸੀ ਤੇ ਉਸੇ ਦਿਨ ਜਿਹੜਾ ਚਿਤੌੜ ਦਾ ਕਿਲਾ ਸੀ ਨਾ, ਉਹ ਅਕਬਰ ਬਾਦਸ਼ਾਹ ਨੂੰ ਫਤਿਹ ਹੋਇਆ ਸੀ। ਜਿਸ ਕਰਕੇ ਗੁਰੂ ਸਾਹਿਬ ਮਹਾਰਾਜ ਦੇ ਪ੍ਰਤੀ ਉਹਦੀ ਸ਼ਰਧਾ ਭਾਵਨਾ ਬਹੁਤ ਵੱਧ ਗਈ ਸੀ ਤੇ ਸਤਿਗੁਰਾਂ ਦਾ ਦੀਦਾਰ ਕਰਨ ਵੀ ਆਇਆ ਸੀ। ਬੜੀਆਂ ਭੇਟਾਵਾਂ ਲੈ ਕੇ ਨਿਮਰਤਾ ਦੇ ਸਹਿਤ ਕਵੀ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ, ਗੁਰੂ ਸਾਹਿਬ ਦਾ ਦੀਦਾਰ ਕਰਨ ਆਇਆ ਸੀ ਤੇ ਗੁਰੂ ਘਰ ਪ੍ਰਤੀ ਬੜੀ ਸ਼ਰਧਾ ਰੱਖਦਾ ਸੀ। ਜਿੰਨਾ ਚਿਰ ਗੋਇੰਦਵਾਲ ਰਿਹਾ ਨਾ ਸਰੀਰ ਕਰਕੇ, ਉਹਨਾਂ ਚਿਰ ਸਤਿਗੁਰ ਸੱਚੇ ਪਾਤਸ਼ਾਹ ਤੇ ਬੜੀ ਸ਼ਰਧਾ ਭਾਵਨਾ ਧਾਰਨ ਕੀਤੀ। ਪਰ ਗੋਂਦੇ ਤੋਂ ਬਾਅਦ ਜਿਹਦਾ ਉਹਦਾ ਪਾਲਕ ਪੁੱਤਰ ਸੀ ਨਾ, ਜਿਹੜਾ ਉਹਦਾ ਆਪਦਾ ਤਾਂ ਪੁੱਤਰ ਨਹੀਂ ਸੀ ਪਰ ਉਹਦੇ ਇਸਤਰੀ ਨੇ ਪਾਲਿਆ ਹੋਇਆ ਸੀ, ਰੱਖਿਆ ਹੋਇਆ ਸੀ, ਜਦੋਂ ਇਹ ਵੱਡਾ ਹੋਇਆ ਨਾ ਭਾਈ ਗੋਂਦੇ ਤੇ ਬਾਅਦ ਇਹਨੇ ਮਨ ਦੇ ਅੰਦਰ ਸੋਚਿਆ ਕਿ ਭਾਈ ਇੰਨੀ ਮਾਇਆ ਆਉਂਦੀ, ਇੰਨੀਆਂ ਭੇਟਾਵਾਂ ਆਉਂਦੀਆਂ ਨੇ, ਜ਼ਮੀਨ ਜਿਹੜੀ ਹੈ ਨਾ ਗੋਇੰਦਵਾਲ ਦੀ, ਉਹ ਤਾਂ ਮੇਰੇ ਪਿਤਾ ਦੀ ਹੈ, ਸਾਡੇ ਪੁਰਖਿਆਂ ਦੀ ਹੈ, ਸਾਡੀ ਜ਼ਮੀਨ ਹੈ ਤੇ ਗੁਰੂ ਸਾਹਿਬ ਮਹਾਰਾਜ ਕੋਲ ਜੋ ਵੀ ਰਸਦ ਪਾਣੀ ਆਉਂਦਾ ਉਹਦੇ ਵਿੱਚ ਸਾਡਾ ਵੀ ਫਿਰ ਹਿੱਸਾ ਬਣਦਾ ਹੈ, ਸਾਨੂੰ ਵੀ ਹਿੱਸਾ ਦੇਣਾ ਚਾਹੀਦਾ ਹੈ। ਗੁਰੂ ਸਾਹਿਬ ਮਹਾਰਾਜ ਨੇ ਜਾ ਕੇ ਗੁਰੂ ਸਾਹਿਬ ਮਹਾਰਾਜ ਅੱਗੇ ਫਰਿਆਦ ਕੀਤੀ ਹੈ ਕਿ ਤੁਹਾਨੂੰ ਜਿੰਨੀ ਵੀ ਰਸਦ ਪਾਣੀ ਆਉਂਦਾ, ਜੋ ਕੁਝ ਆਉਂਦਾ ਨਾ, ਉਹਦੇ ਵਿੱਚ ਸਾਡੀ ਵੀ ਸਰਦਾਰੀ ਬਣਦੀ ਹੈ। ਸਤਿਗੁਰੂ ਨੇ ਕਿਹਾ ਭਾਈ ਪੁਰਖਾ, ਇਹ ਤਾਂ ਸੰਗਤ ਦੀ ਮਾਇਆ ਨੇ, ਸੰਗਤ ਦੀਆਂ ਭੇਟਾਵਾਂ ਨੇ, ਇਹ ਤਾਂ ਗੁਰੂ ਕੇ ਲੰਗਰਾਂ ਵਾਸਤੇ ਤੇ ਗੁਰੂ ਕੀ ਸਤਸੰਗਤ ਵਾਸਤੇ ਹੀ ਯੋਗ ਨੇ। ਜੇ ਤੁਸੀਂ ਆਪਣੀ ਸਰਦਾਰੀ ਕਹਿੰਦੇ ਹੋ ਤਾਂ ਲੰਗਰ ਵਿੱਚ ਆ ਕਰਕੇ ਤਿੰਨੇ ਟਾਈਮ ਭੋਜਨ ਛਕਣਾ ਕਰੋ, ਤੁਹਾਨੂੰ ਕੋਈ ਨਹੀਂ ਰੋਕੇਗਾ। ਆਗੋ ਕਹਿੰਦਾ ਸਾਡੇ ਸਰਦਾਰੀ ਵਿੱਚ ਫਿਰ ਫਰਕ ਪਵੇਗਾ। ਗੁਰੂ ਸਾਹਿਬ ਨੇ ਉਹਦਾ ਬਚਨ ਨਹੀਂ ਮੰਨਿਆ, ਇਸ ਕਰਕੇ ਈਰਖਾ ਦੇ ਵਸ ਹੋ ਕੇ, ਕ੍ਰੋਧ ਵਸ ਹੋ ਕੇ ਸਾਧ ਸੰਗਤ ਜੀ ਉਹਨੇ ਫਿਰ 50-40 ਜਣਾਂ ਦੇ ਦਸਤਖਤ ਕਰਕੇ ਇੱਕ ਮੇਜਰਨਾਮਾ ਬਣਾਇਆ ਹੈ। ਉਹ ਮੇਜਰਨਾਮਾ ਲਿਖ ਕਰਕੇ ਉਹਨੇ ਫਿਰ ਅਕਬਰ ਬਾਦਸ਼ਾਹ ਦੇ ਦਰਗਾਹ ਵਿੱਚ ਪੇਸ਼ ਕਰਨਾ ਕੀਤਾ ਹੈ। ਪਰ ਗੁਰੂ ਕਾ ਇੱਕ ਸਿੱਖ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਵਜ਼ੀਰ ਸੀ, ਐਲਕਾਰ ਸੀ, ਉਹਨੇ ਅਕਬਰ ਨੂੰ ਯਾਦ ਦਿਲਾਇਆ, ਅਕਬਰ ਜਿਸ ਗੁਰਪੀਰ ਕਰਕੇ ਤੂੰ ਚਿਤੌੜ ਦਾ ਕਿਲਾ ਹਾਸਲ ਕੀਤਾ ਹੈ ਨਾ, ਜਿਸ ਦੇ ਬਚਨਾਂ ਕਰਕੇ ਤੈਨੂੰ ਚਿਤੌੜ ਦਾ ਕਿਲਾ ਹਾਸਿਲ ਹੋਇਆ, ਜਿਨ੍ਹਾਂ ਦੀ ਇੰਨੀ ਸੰਸਾਰ ਵਿੱਚ ਵਡਿਆਈ ਹੈ, ਉਹਨਾਂ ਦੇ ਪਰਥਾਏ ਇਹ ਝੂਠੀਆਂ ਦਲੀਲਾਂ ਤੇਰੇ ਦਰਬਾਰ ਅੰਦਰ ਪੇਸ਼ ਕਰਦਾ ਪਿਆ ਹੈ। ਅਕਬਰ ਦੇ ਮਨ ਅੰਦਰ ਸ਼ਰਧਾ ਸੀ, ਇਸ ਕਰਕੇ ਉਹਦੀਆਂ ਝੂਠੀਆਂ ਦਲੀਲਾਂ ਸੁਣ ਕੇ ਅਕਬਰ ਨੇ ਉਹਨੂੰ ਆਪਣੇ ਦਰਬਾਰ ਵਿੱਚੋਂ ਧੱਕੇ ਮਾਰ ਕੇ ਕੱਢ ਦਿੱਤਾ। ਇਹ ਸਾਧ ਸੰਗਤ ਉਹਦਾ ਜਿਹੜਾ ਪੇਸ਼ ਕੀਤਾ ਹੋਇਆ ਮੇਜਰਨਾਮਾ ਨਾ, ਉਹ ਝੂਠਾ ਸਾਬਤ ਹੋਇਆ ਏ। ਗੁਰੂ ਸਾਹਿਬ ਮਹਾਰਾਜ ਦੇ ਪਰਥਾਈ ਈਰਖਾ ਕਰਕੇ ਇਸ ਪ੍ਰਕਾਰ ਉਸ ਗੋਇੰਦੇ ਦੇ ਪੁੱਤਰ ਨੇ, ਪਾਲਕ ਪੁੱਤਰ ਨੇ, ਜਿਹੜਾ ਸਾਧ ਸੰਗਤ ਦੀ ਝੂਠੀਆਂ ਦਲੀਲਾਂ ਪੇਸ਼ ਕੀਤੀਆਂ ਨੇ ਨਾ, ਤੇ ਅਕਾਲ ਪੁਰਖ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪ ਉਹਨੂੰ ਝੂਠਾ ਸਾਬਤ ਕਰਨਾ ਕੀਤਾ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਤੀਜੇ ਸਵਰੂਪ ਵਿੱਚ ਵੀ ਆਪਣੇ ਸਿੱਖਾਂ ਦੀ ਰਾਖੀ ਕੀਤੀ ਹੈ। ਇਹ ਸਤਿਗੁਰੂ ਇਸ ਸ਼ਬਦ ਦੁਆਰਾ ਫਰਮਾਨ ਕਰਕੇ ਸਮਝਾ ਰਹੇ ਨੇ, ਮਹਜਰ ਝੂਠਾ ਕੀ ਤੋਨ ਆਪ। ਉਥਾਨਕਾਂ ਅਨੁਸਾਰ ਇਸ ਸ਼ਬਦ ਦੇ ਆਖਰੀ ਅਰਥ ਨੇ ਤੇ ਅੰਤਰੀਵ ਅਰਥ ਵੀ ਬਣਦੇ ਨੇ। ਮਜਹਰ ਝੂਠਾ ਕੀ ਤੋਨ ਆਪ, ਜਿਹੜਾ ਮੇਜਰਨਾਮਾ ਉਹਨੇ ਲਿਖ ਕੇ ਭੇਜਿਆ ਸੀ ਨਾ, ਜਿਹਨੂੰ ਇੱਥੇ ਅਰਥੀ ਜਿਹੜੇ ਆਖਰੀ ਅਰਥ ਨੇ ਮਹਜਰਨਾਮਾ ਕਹਿੰਦੇ, ਪਰ ਆਮ ਭਾਸ਼ਾ ਵਿੱਚ ਆਪਾਂ ਮੇਜਰਨਾਮਾ ਕਹਿ ਦਿੰਦੇ ਹਾਂ। ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਜੇ ਕਰਨੀ ਹੋਵੇ ਨਾ, ਤੇ ਕਈਆਂ ਦੇ ਦਸਤਖਤ ਲੈ ਕਰਕੇ ਆਪਾਂ ਉਹ ਮੇਜਰਨਾਮਾ ਪੇਸ਼ ਕਰਦੇ। ਜਿਵੇਂ ਇੱਥੇ ਵੀ ਆਪਣੇ ਸਿੰਘ ਜਿਹੜੇ ਕਈ ਜੇ ਗੱਲ ਕੋਈ ਚੰਗੀ ਨਾ ਲੱਗੇ ਤਾਂ ਮੇਜਰਨਾਮਾ ਪੇਸ਼ ਕਰਦੇ ਪੰਜਾਂ ਪਿਆਰਿਆਂ ਅੱਗੇ ਸ਼ਿਕਾਇਤ ਦੇ ਤੌਰ ਤੇ। ਇਵੇਂ ਉਹਨੇ ਵੀ ਆਪਣੇ ਨਗਰ ਦੇ ਜਿਹੜੇ ਲੋਕ ਨੇ 50-60 ਦਿਨਾਂ ਦੇ ਅੰਗੂਠੇ ਲਾ ਕਰਕੇ ਦਸਤਖਤ ਕਰਕੇ ਮੇਜਰਨਾਮਾ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਜਿਹੜਾ ਪੇਸ਼ ਕੀਤਾ ਸੀ ਨਾ, ਸਤਿਗੁਰੂ ਫਰਮਾਨ ਕੀਤੇ ਝੂਠਾ ਕੀ ਤੋਨ ਆਪ ਗੁਰੂ ਅਮਰਦਾਸ ਸਾਹਿਬ ਮਹਾਰਾਜ ਅਕਬਰ ਦੀ ਰਸਨਾ ਤੇ ਵਸ ਕੇ ਉਹਨੂੰ ਝੂਠੀਆਂ ਸਾਬਿਤ ਕਰਨਾ ਕੀਤਾ ਏ। ਧੱਕੇ ਮਾਰ ਕੇ ਉਸ ਮਰਵਾਹੇ ਨੂੰ, ਗੋਂਦੇ ਦੇ ਪੁੱਤਰ ਨੂੰ ਬਾਹਰ ਕੱਢਣਾ ਕੀਤਾ ਏ। ਪਾਪੀ ਕੋ ਲਾਗਾ ਸੰਤਾਪ, ਜਿਸ ਕਰਕੇ ਐਸੇ ਪਾਪੀ ਗੋਇੰਦੇ ਦੇ ਪੁੱਤਰ ਨੂੰ ਬਹੁਤ ਵੱਡਾ ਸੰਤਾਪ ਲੱਗਿਆ ਏ, ਬਹੁਤ ਵੱਡਾ ਦੁੱਖ ਲੱਗਿਆ। ਇਸੀ ਪ੍ਰਕਾਰ ਮਜਹਰ ਝੂਠਾ, ਮਹਜਰ ਝੂਠਾ ਕੀ ਤੋਨ ਆਪ। ਇਸ ਪ੍ਰਕਾਰ ਜਿਨ੍ਹਾਂ ਨੇ ਆਪਣੇ ਬੁੱਧੀ ਅੰਦਰ ਝੂਠੀ ਨਿੰਦਿਆ ਰੂਪੀ ਮਜਹਰ ਸਾਧ ਸੰਗਤ ਜੀ ਬਣਾਇਆ ਹੋਇਆ ਨਾ, ਜਿਹੜੇ ਲੋਕਾਂ ਦੇ ਪਰਥਾਏ ਨਿੰਦਿਆ ਵਾਚਕ ਬਚਨ ਬੋਲਦੇ ਨੇ, ਕਰੜੇ ਬਚਨ ਬੋਲਦੇ ਨੇ, ਸੰਸਾਰ ਅੰਦਰ ਭਗਤੀ ਕਰਨ ਵਾਲਿਆਂ ਦੀ ਨਿੰਦਿਆ ਕਰਦੇ ਨੇ, ਸਾਧੂ ਜਨਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨੂੰ ਆਪ ਅਕਾਲ ਪੁਰਖ ਪਰਮੇਸ਼ਰ ਸੰਸਾਰ ਵਿੱਚ ਝੂਠੀਆਂ ਸਾਬਤ ਕਰ ਦਿੰਦਾ ਏ, ਜਿਵੇਂ ਗੋਂਦੇ ਦੇ ਪੁੱਤਰ ਨੂੰ ਇੱਥੇ ਸਤਿਗੁਰਾਂ ਨੇ ਸਾਬਤ ਕੀਤਾ। ਕਿਉਂਕਿ ਪਰਮੇਸ਼ਰ ਆਪ ਆਪਣੇ ਭਗਤਾਂ ਦਾ ਰਾਖੀ ਹੈ।
ਆਪ ਸਹਾਇਕ ਹੈ। ਜਿਹੜਾ ਆਪਣੇ ਅੰਦਰ ਸਾਧ ਸੰਗਤ ਜੀ ਪਰਾਏ ਦੀ ਨਿੰਦਿਆ ਚੁਗਲੀ ਕਰਦਾ ਹੈ ਨਾ, ਉਹਦਾ ਕਦੀ ਭਲਾ ਨਹੀਂ ਹੋ ਸਕਦਾ ਹੈ, ਉਹਨੂੰ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਉਹ ਤਾਂ ਹਰ ਹਮੇਸ਼ ਨਿੰਦਿਆ ਦੇ ਕਾਰਨ, ਆਪਣੇ ਇਸ ਔਗੁਣ ਦੇ ਕਾਰਨ ਹਿਰਦੇ ਅੰਦਰ ਈਰਖਾ ਦੀ ਅੱਗ ਵਿੱਚ ਪ੍ਰਥਕ ਤੌਰ ਤੇ ਸਰਦਾ ਹੀ ਰਹਿੰਦਾ ਹੈ। ਜਿਸ ਅੰਦਰ ਤਾਤ ਭਰਾਈ ਹੋਵੇ ਉਸ ਦਾ ਕਦੇ ਨਾ ਹੋਈ ਭਲਾ। ਸਤਿਗੁਰੂ ਕਹਿੰਦੇ ਕਦੀ ਉਹਦਾ ਭਲਾ ਨਹੀਂ ਹੋ ਸਕਦਾ ਏ। ਜਿਹੜਾ ਭਰਾਏ ਦੀ ਨਿੰਦਿਆ ਤੇ ਚੁਗਲੀ ਨੂੰ ਸਾਧ ਸੰਗਤ ਜੀ ਪਰਾਏ ਦੇ ਸੁੱਖ ਨੂੰ ਵੇਖ ਕਰਕੇ ਜਰ ਨਹੀਂ ਸਕਦਾ ਏ। ਪਰਾਏ ਦੇ ਸੁੱਖ ਨੂੰ ਵੇਖ ਕਰਕੇ ਜਿਹਨੂੰ ਦੁੱਖ ਲੱਗਦਾ ਏ ਨਾ, ਐਸਾ ਵਿਅਕਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਗਰੀਬ ਨਿਵਾਜ ਨੇ ਐਸੀ ਮਾਰ ਉਹਨੂੰ ਮਾਰੀ ਹੈ ਕਿ ਆਪ ਹੀ ਸੰਸਾਰ ਵਿੱਚ ਉਹਨੂੰ ਝੂਠਾ ਸਾਬਿਤ ਕਰਨਾ ਕਰ ਦਿੱਤਾ ਏ। ਪਾਪੀ ਕੋ ਲਾਗਾ ਸੰਤਾਪ, ਐਸੇ ਪਾਪੀ ਨੂੰ ਸੰਸਾਰ ਅੰਦਰ ਬੇਅੰਤ ਸੰਤਾਪ, ਬੇਅੰਤ ਦੁੱਖ ਜਿਹੜੇ ਨੇ ਸਹਿਣੇ ਪੈਂਦੇ ਹਨ। ਜਿਸ ਹੈ ਸਹਾਈ ਗੋਬਿੰਦ ਮੇਰਾ, ਜਿਸ ਨੂੰ ਅਕਾਲ ਪੁਰਖ ਪਰਮੇਸ਼ਰ ਆਪ ਸਹਾਈ ਹੁੰਦਾ। ਗੋਬਿੰਦ, ਗੋ ਕਹਿੰਦੇ ਇੰਦਰੀ, ਬਿੰਦ ਕਹਿੰਦੇ ਨੇ ਪਾਲਕ, ਜਿਹੜਾ ਸਾਡੇ ਇੰਦਰੀਆਂ ਦਾ ਪਾਲਕ ਹੈ। ਇਸੇ ਪ੍ਰਕਾਰ ਜਿਹੜਾ ਇਸ ਸੰਸਾਰ ਦਾ, ਇਸ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਪਰਿਪੂਰਨ ਵਾਹਿਗੁਰੂ ਹੈ, ਜਿਸ ਨੂੰ ਵਾਹਿਗੁਰੂ ਸਹਾਇਕ ਬਣਦਾ ਏ, ਜਿਸ ਦਾ ਰਾਖਾ ਅਕਾਲ ਪੁਰਖ ਪਰਮੇਸ਼ਰ ਖੁਦ ਬਣਦਾ ਏ। ਇਸ ਕੋ ਜਮ ਨਹੀਂ ਆਵੈ ਨੇਰਾ, ਕਹਿੰਦੇ ਫਿਰ ਉਹਨੂੰ ਜਮਾ ਦੀ ਮਾਰ ਨਹੀਂ ਸਹਿਣੀ ਪੈਂਦੀ ਹੈ। ਜਮਦੂਤ ਵੀ ਉਹਦੇ ਨੇੜੇ ਨਹੀਂ ਆਉਂਦੇ ਨੇ, ਥਰ ਥਰ ਕੰਬਦੇ ਨੇ। ਸਾਧ ਸੰਗਤ ਜੀ ਭਗਤ ਜਨਾਂ ਤੇ ਰੰਗ ਰਤਣੀਆਂ ਰੂਹਾਂ ਨੂੰ ਵੇਖ ਕਰਕੇ ਨਾ ਸਾਧ ਸੰਗਤ ਜੀ ਨੇੜੇ ਜੇ ਨਹੀਂ ਆਉਂਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਿੱਤਾ ਉਪਦੇਸ਼, ਸ਼ਬਦ ਦੀ ਸਿੱਖਿਆ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਸੀ ਹੋਈ ਹੈ, ਸੱਚੇ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਗਿਆ ਏ, ਐਸਿਆਂ ਦੇ ਨੇੜੇ ਜਮਾ ਦੇ ਦੂਤ ਨਹੀਂ ਆਉਂਦੇ ਨੇ। ਉਹ ਤਾਂ ਦੂਰੋਂ ਦੇਖ ਕੇ ਡੰਡੌਤ ਪਾਉਂਦੇ ਨੇ ਸਾਧ ਸੰਗਤ ਜੀ ਐਸੇ ਭਗਤ ਜਨਾਂ ਨੂੰ। ਉਹਨਾਂ ਨੂੰ ਵੇਖ ਕੇ ਧਰਮਰਾਜ ਵੀ ਐਸਾ ਕਹਿਣ ਲੱਗ ਜਾਂਦਾ ਹੈ, ਸਾਧ ਸੰਗਤ ਜੀ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਤੁਹਾਡੇ ਚਰਨ ਪੈਣ ਨਾਲ ਮੇਰੀ ਧਰਮ ਪੂਰੀ ਵੀ ਪਵਿੱਤਰ ਹੋ ਗਈ ਹੈ, ਕਿਉਂਕਿ ਉਹਨਾਂ ਦੇ ਭਗਤੀ ਦਾ ਪ੍ਰਤਾਪ ਹੀ ਐਸਾ ਹੁੰਦਾ ਹੈ। ਪਰਮੇਸ਼ਰ ਦੇ ਨਾਮ ਦਾ ਸਾਧ ਸੰਗਤ ਜੀ ਪ੍ਰਤਾਪ ਹੀ ਐਸਾ ਹੈ, ਜਿਹੜੇ ਸਾਰੇ ਸੰਸਾਰ ਅੰਦਰ ਪ੍ਰਗਟ ਹੈ। ਜਿਨ੍ਹਾਂ ਭਗਤੀ ਕੀਤੀ ਫੇਰ ਨਹੀਂ ਜਮਾ ਦੀ ਫਾਈ ਉਹਨੂੰ ਸਹਿਣੀ ਪੈਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖਾਂ ਦੀ ਵੀ ਜੇ ਸੰਗਤ ਕਰੀਏ ਨਾ, ਜੇ ਉਹਨਾਂ ਸਾਧੂ ਜਨਾਂ ਦੀ ਵੀ ਸੰਗਤ ਕਰ ਲਈਏ ਤਾਂ ਨਾਮ ਦਾ ਐਸਾ ਰੰਗਤ ਚੜ੍ਹਦਾ ਏ ਕਿ ਉਹ ਸਾਧੂ ਜਨ ਜਿਹੜੇ ਨਾ ਸਾਨੂੰ ਜਮਾ ਦੀ ਫਾਈ ਨਹੀਂ ਪੈ ਦਿੰਦੇ। ਜਮਾ ਦੇ ਦੂਤ ਸਾਡੇ ਨੇੜੇ ਨਹੀਂ ਆ ਸਕਦੇ ਨੇ, ਕਿਉਂਕਿ ਸਤਿਗੁਰਾਂ ਦਾ ਪਾਵਨ ਬਚਨ ਹੈ, ਜਿੱਥੇ ਪਰਮੇਸ਼ਰ ਦੀ ਬੰਦਗੀ ਹੋਵੇ, ਭਜਨ ਹੋਵੇ, ਕੀਰਤਨ ਹੋਵੇ ਨਾ, ਤੇ ਧਰਮਰਾਜ ਆਪਣੇ ਦੂਤਾਂ ਨੂੰ ਫਰਮਾਂਦਾ ਏ ਤੁਸੀਂ ਉੱਥੇ ਨਾ ਜਾਣਾ ਕਰੋ, ਕਿਉਂਕਿ ਜੇ ਉੱਥੇ ਤੁਸੀਂ ਚਲ ਗਏ ਨੇ ਤੇ ਨਾ ਤਾਂ ਤੁਸੀਂ ਛੁੱਟ ਸਕਦੇ, ਨਾ ਤਾਂ ਮੈਂ ਛੁੱਟ ਸਕਦਾ ਏ। ਸੰਸਾਰ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕਦੀ, ਛੁਡਾ ਨਹੀਂ ਸਕਦੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁੱਟ ਹੈ ਨਿਕਟ ਨਾ ਜਾਈਏ ਦੂਤ। ਧਰਮਰਾਜ ਕਹਿੰਦਾ ਨੇੜੇ ਨਾ ਜਾਣਾ ਕਰੋ ਉਹਨਾਂ ਦੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਨੰਨ ਸਿੱਖ ਭਾਈ ਭਰਾਣਾ, ਇੱਕ ਭਾਈ ਪਿਰਾਣਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਿੱਖ ਹੋਏ, ਪਰ ਇੱਕ ਸਿੱਖ ਜਿਹੜਾ ਭਾਈ ਭਰਾਣਾ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਨੰਨ ਸਿੱਖ ਸੀ। ਸਤਿਗੁਰਾਂ ਨੂੰ ਮਿਲਣ ਤੋਂ ਪਹਿਲਾਂ ਬੜਾ ਰੱਜਿਆ ਪੁੱਜਿਆ ਸਿੱਖ ਇਹ ਸ਼ਾਹੂਕਾਰ ਸੀ, ਸ਼ਾਹੂਕਾਰੀ ਕਰਦਾ ਸੀ। ਪਰ ਜਦੋਂ ਪੂਰਬਲੇ ਕਰਮ ਜਾ ਕੇ ਸਤਿਗੁਰਾਂ ਦਾ ਸੰਗ ਪ੍ਰਾਪਤ ਹੋਇਆ ਨਾ, ਤੇ ਮਾਇਆ ਦਾ ਪਰਦਾ ਉੱਡ ਗਿਆ, ਸਤਿਗੁਰਾਂ ਦੇ ਸ਼ਰਨ ਆਇਆ। ਬਚਨ ਸੁਣ ਕੇ ਜਦੋਂ ਪਰਲੋਕ ਦਾ ਭੈ ਅੰਦਰ ਛਾਇਆ, ਚਰਨਾਂ 'ਚ ਢਹਿ ਪਿਆ, ਸਤਿਗੁਰਾਂ ਨੂੰ ਕਹਿੰਦਾ ਸਤਿਗੁਰ ਪਰਲੋਕ ਦਾ ਬੜਾ ਭੈ ਮਨ ਅੰਦਰ ਹੈ, ਕਿਰਪਾ ਕਰੋ ਇਸ ਭੈ ਨੂੰ ਦੂਰ ਕਰੋ। ਸਤਿਗੁਰੂ ਕਹਿਣ ਲੱਗੇ ਜਿੰਨੀ ਮਾਇਆ ਇਕੱਠੀ ਕੀਤੀ ਹੈ ਸਾਰੀ ਗਰੀਬਾਂ ਵਿੱਚ ਵੰਡ ਦੇ। ਤੇਰੀ ਕੀਤੀ ਹੋਈ ਧਰਮ ਦੀ ਇਸ ਮਾਇਆ ਦੇ ਅਸੀਂ ਪਰਲੋਕ ਵਿੱਚ ਜਾਮਣ ਬਣਾਂਗੇ, ਸਾਰੀ ਮਾਇਆ ਗਰੀਬਾਂ ਵਿੱਚ ਲੁਟਾਉਣੀ ਕਰ। ਗੁਰੂ ਕਾ ਉਪਦੇਸ਼ ਬਣ ਕੇ ਸਾਰੀ ਮਾਇਆ ਗਰੀਬਾਂ ਵਿੱਚ ਤਾਂ ਲੁਟਾ ਦਿੱਤੀ। ਗੁਰੂ ਵਾਲਾ ਤਾਂ ਬਣ ਗਿਆ, ਪਰ ਸੰਸਾਰ ਦੇ ਲੋਕਾਂ ਨੇ ਸਾਥ ਛੱਡ ਦਿੱਤਾ ਹੈ, ਕਿਉਂਕਿ ਜਿੰਨਾ ਚਿਰ ਮਾਇਆ ਸੀ ਸਾਰੇ ਉਹਦੇ ਬਣੇ ਹੋਏ ਸਨ, ਸਾਰੇ ਆਪਣਾ ਆਪਣਾ ਕਹਿੰਦੇ ਸੀ, ਹੁਣ ਮਾਇਆ ਰਹੀ ਨਹੀਂ ਤੇ ਪਰਿਵਾਰ ਵਾਲਿਆਂ ਨੇ ਵੀ ਸਾਥ ਛੱਡ ਦਿੱਤਾ ਹੈ। ਪਰ ਗੁਰੂ ਦਾ ਉਪਦੇਸ਼ ਦ੍ਰਿੜ ਹਿਰਦੇ ਵਿੱਚ ਵਸਾ ਕਰਕੇ ਧਰਮ ਦੀ ਕਿਰਤ ਕਰਨ ਲੱਗਾ ਏ, ਨਾਮ ਜਪਣ ਲੱਗਾ ਏ, ਵੰਡ ਕੇ ਛਕਣ ਲੱਗਾ ਏ, ਜਿਸ ਕਰਕੇ ਆਤਮਿਕ ਆਨੰਦ ਆਉਣਾ ਉਹਨੂੰ ਸ਼ੁਰੂ ਹੋ ਗਿਆ ਹੈ। ਤੇ ਇਹ ਨਿਯਮ ਉਹਨੇ ਬਣਾਇਆ ਸੀ ਕਿ ਜਦੋਂ ਵੀ ਜੋ ਵੀ ਕਿਰਤ ਮੈਂ ਕਰਨਾ ਨਾ,
ਤੇ ਕਿਰਤ ਕਰਨ ਲੱਗਿਆ, ਆਪ ਕਿਰਤ ਕਰਕੇ ਪਰਮੇਸ਼ਰ ਦੀ ਉਸਤਤ ਕਰਕੇ ਕਿਸੇ ਨੂੰ ਸੁਣਾਉਣੀ, ਜਾਂ ਹੋਰਨਾਂ ਤੋਂ ਪਰਮੇਸ਼ਰ ਦੀ ਉਸਤਤੀ ਸਰਵਣ ਕਰਨੀ। ਇਹ ਉਹਦਾ ਪੱਕਾ ਨਿਯਮ ਬਣਿਆ ਸੀ। ਜਿੱਥੇ ਵੀ ਕਿਰਤ ਕਰਦਾ ਆਪ ਪਰਮੇਸ਼ਰ ਦੀ ਉਸਤਤੀ ਲੋਕਾਂ ਨੂੰ ਸੁਣਾਉਂਦਾ, ਜਾਂ ਲੋਕਾਂ ਕੋਲੋਂ ਪਰਮੇਸ਼ਰ ਦੀ ਉਸਤਤੀ ਸੁਣਦਾ। ਇੱਕ ਦਿਨ ਕੋਈ ਵੱਡਾ ਮੁਨਸ਼ੀ ਜਿਹੜਾ ਸੀ ਨਾ, ਉਹ ਸਰਕਾਰੀ ਮਾਮਲਾ ਉਗਰਾਉਣ ਵਾਸਤੇ ਆਇਆ ਸੀ, ਤੇ ਮਾਮਲਾ ਉਗਰਾਉਣ ਲੱਗਿਆ। ਉਹਦੇ ਪਰਿਵਾਰ ਵੱਲੋਂ ਚਿੱਠੀ ਆਈ ਕਿ ਜਿੱਥੇ ਵੀ ਉਹ ਛੇਤੀ ਘਰ ਨੂੰ ਮੁੜ ਕੇ ਆਉਣਾ ਕਰੋ। ਤੇ ਉਹ ਚੌਧਰੀ ਕੋਲ ਗਿਆ ਤੇ ਕਹਿਣ ਲੱਗਾ, ਮੈਨੂੰ ਕੋਈ ਮਜ਼ਦੂਰ ਦੇ, ਮੇਰਾ ਸਾਮਾਨ ਚੁਕਾਉਣ ਵਾਸਤੇ, ਮੈਂ ਘਰੇ ਜਾਣਾ। ਰਾਤ ਦਾ ਸਮਾਂ ਹੋ ਗਿਆ ਸੀ ਤੇ ਚੌਧਰੀ ਕਹਿੰਦਾ, ਇਸ ਸਮੇਂ ਤਾਂ ਕੋਈ ਮਜ਼ਦੂਰ ਨੇ ਸਹਿਮਤੀ ਨਹੀਂ ਦੇਣੀ ਹੈ, ਪਰ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਭਾਈ ਭਰਾਣਾ, ਉਹਨੂੰ ਪੁੱਛ ਕੇ ਦੇਖੀਏ, ਭਲਾ ਪੁਰਖ ਹੈ, ਉਹ ਸਹਿਮਤੀ ਦੇ ਦੇਵੇ। ਜਦੋਂ ਭਾਈ ਭਰਾਣੇ ਨੂੰ ਪੁੱਛਿਆ, ਭਾਈ ਭਰਾਣਾ ਕਹਿਣ ਲੱਗਾ, ਸਾਰੀ ਜਦੋਂ ਘਟਨਾ ਉਹਨੂੰ ਦੱਸੀ, ਕਹਿੰਦਾ ਰਾਤ ਨੂੰ ਮਜ਼ਦੂਰੀ ਕਰਨ ਦੀ ਸਾਨੂੰ ਕੋਈ ਲੋੜ ਹੀ ਨਹੀਂ, ਲੇਕਿਨ ਜੇ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਤੇ ਮੈਂ ਮਜ਼ਦੂਰੀ ਕਰਨ ਨੂੰ ਤਿਆਰ ਹਾਂ। ਸਮਾਨ ਚੁੱਕ ਲਿਆ। 2 ਕੋਹਾਂ ਤੱਕ ਜਦੋਂ ਗਏ ਨਾ, ਤੇ ਸਾਰਾ ਸਮਾਨ ਜਿਹੜਾ ਥੱਲੇ ਉਤਾਰ ਕਰਕੇ ਕਹਿਣ ਲੱਗੇ, ਤ੍ਰਿਕਾਰ ਹੈ ਐਸੀ ਮਜ਼ਦੂਰੀ ਤੇ ਜਿਸਨੇ ਮੈਨੂੰ ਪਰਮੇਸ਼ਰ ਦਾ ਨਾਮ ਹੀ ਭੁਲਾ ਦਿੱਤਾ। ਮੁਨਸ਼ੀ ਕਹਿਣ ਲੱਗਾ, ਤੈਨੂੰ ਦੁੱਗਣੀ ਮਜ਼ਦੂਰੀ ਦੇਵਾਂਗਾ, ਸਮਾਨ ਚੁੱਕ ਮੇਰਾ ਨਾਲ ਚੱਲ। ਕਹਿਣ ਲੱਗਾ, ਨਹੀਂ ਪੁਰਖਾ, ਮੇਰਾ ਨੇਮ ਹੈ ਕਿ ਜਦੋਂ ਵੀ ਮਜ਼ਦੂਰੀ ਕਰਨਾ ਹੈ ਨਾ, ਕੋਈ ਕਿਰਤ ਕਰਨਾ, ਤੇ ਪਰਮੇਸ਼ਰ ਦਾ ਗੁਣ ਗਾਇਨ ਕਰਕੇ ਲੋਕਾਂ ਨੂੰ ਸੁਣਾਉਣਾ, ਜਾਂ ਲੋਕਾਂ ਤੋਂ ਸੁਣਨਾ ਹੈ। ਮੁਨਸ਼ੀ ਕਹਿਣ ਲੱਗਾ, ਮੈਂ ਤਾਂ ਪਰਮੇਸ਼ਰ ਦੀ ਉਸਤਤੀ ਕਰ ਨਹੀਂ ਸਕਦਾ, ਤੂੰ ਕਰਿਆ ਕਰ, ਮੈਂ ਸੁਣਦਾ ਚੱਲਾਂਗਾ। 4 ਘੜਿਆਂ ਤੱਕ ਵਾਹਿਗੁਰੂ ਦੀ ਉਸਤਤੀ ਕਰਦਿਆਂ ਹੋਇਆਂ ਮੁਨਸ਼ੀ ਦੇ ਘਰੇ ਪਹੁੰਚਦੇ ਹਨ। ਆਸਣ ਦਿੱਤਾ ਸੋਹਣਾ ਉਹਨੂੰ ਰਾਤ ਵਿਸ਼ਰਾਮ ਕਰਨ ਵਾਸਤੇ। ਰਾਤ ਵਿਸ਼ਰਾਮ ਕੀਤਾ, ਸਵੇਰ ਅੰਮ੍ਰਿਤ ਵੇਲੇ ਜਾਗਿਆ, ਬੰਦਗੀ ਵਿੱਚ ਜੁੜ ਗਿਆ। ਜਦੋਂ ਸੂਰਜ ਚੜਿਆ, ਚਾਨਣ ਹੋਇਆ ਏ, ਮਜ਼ਦੂਰੀ ਲੈ ਕੇ ਪਰਤਣ ਲੱਗਾ ਏ। ਰਾਹ ਵਿੱਚ ਜਦੋਂ ਜਾਣ ਲੱਗਿਆ, ਮਨ ਅੰਦਰ ਵਿਚਾਰ ਆਈ, ਪਰਤ ਕੇ ਆਇਆ, ਸੋਚਿਆ ਭਾਈ ਇਸ ਮੁਨਸ਼ੀ ਦਾ ਭਲਾ ਕਰਦਿਆਂ ਹੋਇਆਂ ਜਾਈਏ। ਮਨ ਅੰਦਰ ਪਰਉਪਕਾਰ ਚਿਤ ਵਲਿਆ ਤੇ ਆ ਕੇ ਕਹਿਣ ਲੱਗੇ, ਪੁਰਖਾ ਦੱਸ ਤੇਰੀ ਉਮਰ ਕਿੰਨੀ ਹੈ? ਤੇ ਹੈਰਾਨ ਹੋ ਕੇ ਮੁਨਸ਼ੀ ਕਹਿੰਦਾ, 60 ਵਰਿਆਂ ਤੋਂ ਵੀ ਅਧਿਕ ਮੇਰੀ ਉਮਰ ਹੋਣੀ ਹੈ। ਤੇ ਮੇਰੀ ਉਮਰ ਕਿਉਂ ਪੁੱਛਦਾ, ਕੀ ਲੋੜ ਪਈ ਤੈਨੂੰ? ਕਹਿਣ ਲੱਗੇ, ਤੇਰੇ ਹੁਣ ਕੇਵਲ ਤੇ ਕੇਵਲ ਧਰਤੀ ਤੇ 8 ਦਿਨ ਰਹਿੰਦੇ ਨੇ। 8 ਦਿਨਾਂ ਬਾਅਦ ਤੂੰ ਪਰਲੋਕ ਸਿਧਾਰ ਜਾਣਾ ਹੈ। ਤੇ ਜਦੋਂ ਤੂੰ ਪਰਲੋਕ ਜਾਵੇਗਾ ਨਾ, ਤੇ ਧਰਮਰਾਜ ਦੀ ਕਚਹਿਰੀ ਵਿੱਚ ਤੂੰ ਹਾਜ਼ਰ ਹੋਣਾ। ਤੇਰੇ ਕੀਤੇ ਪਾਪਾ ਕਰਕੇ ਤੈਨੂੰ ਨਰਕਾਂ ਦੀ ਸਜ਼ਾ ਭੋਗਣੀ ਪੈਣੀ ਹੈ। ਪਰ 4 ਘੜਿਆਂ ਜਿਹੜੀ ਤੂੰ ਕੱਲ ਰਾਤ ਨੂੰ ਸਤਸੰਗਤ ਕੀਤੀ ਨਾ, ਇੰਨੀ ਉਮਰ ਭੋਗੀ ਹੈ, ਪਰਮੇਸ਼ਰ ਦੇ ਦਰਗਾਹ ਤੇਰੀ ਗੈਰ ਹਾਜ਼ਰੀ ਪਈ ਹੈ, ਪਰ 4 ਘੜਿਆਂ ਕੀਤਾ ਹੋਇਆ ਸਿਮਰਨ ਹੀ ਤੇਰੀ ਕੱਲ ਰਾਤ ਨੂੰ ਹਾਜ਼ਰੀ ਲੱਗੀ ਹੈ। ਜਦੋਂ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਅਨੁਸਾਰ ਸੰਸਾਰ ਤਿਆਗ ਕੇ ਜਾਵੇਗਾ, ਧਰਮਰਾਜੇ ਕੋਲ ਹਾਜ਼ਰ ਹੋਵੇਗਾ ਨਾ, ਤੇ ਧਰਮਰਾਜ ਪੁੱਛੇਗਾ, ਕੀਤੇ ਹੋਏ ਪਾਪਾਂ ਦੀ ਨਰਕਾਂ ਦੀ ਸਜ਼ਾ ਪਹਿਲਾਂ ਭੋਗਣੀ ਹੈ ਕਿ 4 ਘੜਿਆਂ ਕੀਤੀ ਹੋਏ ਸਤਸੰਗਤ ਦਾ ਮਾਤਮ ਪਹਿਲਾਂ ਲੈਣਾ ਹੈ? ਤੇ ਤੂੰ ਉੱਥੇ ਕਹਿਣਾ ਕਿ ਸਤਸੰਗਤ ਦਾ ਮਾਤਮ ਪਹਿਲਾਂ ਦੇਣਾ ਹੈ। ਮਨ ਅੰਦਰ ਬੜਾ ਡਰਿਆ ਏ ਤੇ ਪੁੱਛਣ ਲੱਗਾ, ਐਸਾ ਬਚਨ ਕਿਉਂ ਕਰਦੇ ਹੋ? ਜੇ ਐਸਾ ਹੋ ਗਿਆ ਫਿਰ ਮੈਂ ਕੀ ਕਰਾਂ? ਕਹਿਣ ਲੱਗੇ, ਜਦੋਂ ਸਤਸੰਗਤ ਦਾ ਮਾਤਮ ਮੰਗੇਗਾ ਨਾ, ਤੇ ਅਸੀਂ ਵੀ ਪਰਸੋਂ ਰੋਜ਼ ਨੂੰ ਪਰਲੋਕ ਸਿਧਾਰ ਜਾਣਾ, ਤੈਨੂੰ ਉੱਥੇ ਪਰਮੇਸ਼ਰ ਦੀ ਦਰਗਾਹ ਵਿੱਚ ਮਿਲਾਂਗੇ, ਜਿੱਥੇ ਤੈਨੂੰ ਸਤਸੰਗਤ ਦਾ ਮਹੱਤਮ ਮਿਲੇਗਾ, ਤੇ ਉੱਥੇ ਤੇਰੀ ਸਾਂਭ ਅਸੀਂ ਆਪ ਕਰਾਂਗੇ, ਤੇਰੀ ਰੱਖਿਆ ਆਪ ਕਰਾਂਗੇ। ਬਚਨ ਕਹਿ ਕੇ ਚਲ ਗਏ ਭਾਈ ਪਿਰਾਣਾ ਸਾਹਿਬ। ਤੇ 8 ਦਿਨਾਂ ਬਾਅਦ ਜਦੋਂ ਸਾਹੂਕਾਰ ਦੀ ਮੁਨਸ਼ੀ ਦੀ ਮੌਤ ਹੋਈ ਨਾ, ਤੇ ਮੌਤ ਤੋਂ ਬਾਅਦ ਉਹੀ ਨਜ਼ਾਰਾ ਸਾਹਮਣੇ ਆਇਆ ਧਰਮਰਾਜ ਦੀ ਕਚਹਿਰੀ ਵਿੱਚ। ਧਰਮਰਾਜ ਦੇ ਅੱਗੇ ਸਾਰੇ ਚਿੱਤਰਗੁਪਤ ਨੇ ਲਿਖੇ ਹੋਏ ਲੇਖ ਗਿਣੇ ਗਏ ਨੇ, ਤੇ ਪੁੱਛਣਾ ਪਿਆ, ਧਰਮਰਾਜ ਨਰਕਾਂ ਦੀ ਸਜ਼ਾ ਮਿਲਣੀ ਹੈ, ਬੜੇ ਪਾਪ ਤੂੰ ਤੈਅ ਕੀਤੇ ਨੇ, ਪਰ 4 ਘੜਿਆਂ ਤੈਂ ਸੰਗਤ ਵੀ ਕੀਤੀ ਹੈ, ਤੇ ਸੰਗਤ ਦਾ ਮਹੱਤਮ ਲੈਣਾ ਹੈ ਕਿ ਨਰਕਾਂ ਦੀ ਸਜ਼ਾ ਪਹਿਲਾਂ ਭੋਗਣੀ ਹੈ? ਦੱਸ। ਬਚਨ ਚੇਤੇ ਆ ਗਿਆ ਭਾਈ ਭਰਾਣਾ ਦਾ। ਕਹਿਣ ਲੱਗਾ, ਸਤਸੰਗਤ ਦਾ ਮਹੱਤਮ ਪਹਿਲਾਂ ਦੋ। ਤੇ ਦੂਤਾਂ ਨੂੰ ਨਾਲ ਭੇਜਿਆ, ਕਹਿਣਾ ਗਿਆ ਇਹਨੂੰ ਪਰਮੇਸ਼ਰ ਦੀ ਦਰਗਾਹ 'ਚ ਲੈ ਜਾਣਾ ਕਰੋ। ਤੇ ਪਰਮੇਸ਼ਰ ਦੇ ਦਰਗਾਹ ਦੇ ਬੂਹੇ ਤੇ ਕਈ ਦੂਰ ਜਮਦੂਤ ਖੜੇ ਹੋਏ ਨੇ, ਤੇ ਇਹਨੂੰ ਕਹਿਣਾ ਕੀਤਾ, ਪੁਰਖਾਂ ਦਿੱਤੇ ਹੋਏ ਸਮੇਂ ਅਨੁਸਾਰ ਵਾਪਸ ਮੁੜਾਉਣਾ ਕਰ, ਨਹੀਂ ਤਾਂ ਭੈੜੀ ਤੋਂ ਭੈੜੀ ਭਿਆਨਕ ਸਜ਼ਾ ਦੇਣੀ ਦੇਣੀ। ਅੰਦਰ ਚਲ ਗਏ ਭਾਈ ਭਰਾਣਾ ਸਾਹਿਬ ਸੱਤ ਕਰਕੇ। ਅੰਦਰ ਕੀ ਦੇਖਦੇ ਕਿ ਭਾਈ ਭਰਾਣਾ ਜੀ ਬੈਠੇ ਨੇ। ਜਦੋਂ ਮੁਨਸ਼ੀ ਅੰਦਰ ਚਲੇ ਗਿਆ ਤੇ ਬੜਾ ਸਤਿਕਾਰ ਭਾਈ ਭਰਾਣਾ ਨੇ ਕੀਤਾ ਹੈ, ਬੜਾ ਆਨੰਦ ਉੱਥੇ ਮਾਣਿਆ। ਤੇ ਜਦੋਂ ਸਮਾਂ ਪੂਰਾ ਹੋ ਗਿਆ ਨਾ, ਪਿੱਛੇ ਪਿੱਛੇ ਮੁੜ ਕੇ ਵੇਖੀ ਜਾਵੇ, ਮੇਰਾ ਸਮਾਂ ਹੋ ਗਿਆ, ਜਮਦੂਤ ਬਾਹਰ ਠਹਿਰੇ ਨੇ। ਤੇ ਜਦੋਂ ਉੱਠ ਕੇ ਜਾਣ ਲੱਗਾ, ਭਾਈ ਪਿਰਾਣਾ ਸਾਹਿਬ ਕਹਿੰਦੇ, ਪੁਰਖਾ ਕਿੱਥੇ ਜਾਣ ਲੱਗਾ ਏ? ਕਹਿਣ ਲੱਗੇ, ਜਮਦੂਤ ਬਾਹਰ ਖੜੇ ਨੇ, ਮੈਨੂੰ ਤਾਂ ਜਾਣਾ ਪੈਣਾ ਹੈ। ਤੇ ਕਹਿਣ ਲੱਗੇ ਕਿ ਪੁਰਖਾ ਇੱਥੇ ਕੋਈ ਜਮਾ ਦਾ ਦੂਤ ਤੈਨੂੰ ਆ ਕੇ ਲੈ ਕੇ ਨਹੀਂ ਜਾ ਸਕਦਾ। ਕਹਿਣ ਲੱਗਾ, ਜੇ ਨਹੀਂ ਜਾਵਾਂਗਾ ਅੰਦਰ ਆ ਕੇ ਫੜ ਕੇ ਲੈ ਜਾਣਗੇ। ਤੂੰ ਜਮਾ ਦੇ ਦੂਤਾਂ ਦੀ ਗੱਲ ਕਰਦਾ, ਜਮਾ ਦਾ ਜਿਹੜਾ ਰਾਜਾ ਹੈ ਨਾ, ਜਮਰਾਜ, ਉਹ ਵੀ ਇੱਥੇ ਨਹੀਂ ਪਹੁੰਚ ਸਕਦਾ।
ਉਹਦੇ 'ਚ ਵੀ ਇੰਨੀ ਸਮਰਥਾ ਨਹੀਂ ਕਿ ਇੱਥੋਂ ਆ ਕੇ ਤੈਨੂੰ ਲੈ ਕੇ ਜਾ ਸਕੇ, ਬੰਦੀ ਬਣਾ ਕੇ ਫੜ ਕੇ ਤੈਨੂੰ ਲੈ ਕੇ ਜਾ ਸਕੇ। ਇੰਨੀ ਸਮਰਥਾ ਸੰਸਾਰ ਵਿੱਚ ਕਿਸੇ ਵਿੱਚ ਨਹੀਂ ਕਿ ਪਰਮੇਸ਼ਰ ਦੀ ਦਰਗਾਹ ਵਿੱਚੋਂ ਤੈਨੂੰ ਜਮਾ ਦੇ ਦੂਤ ਜਾਂ ਜਮਾ ਦਾ ਰਾਜਾ ਧਰਮਰਾਜ ਵੀ ਆ ਕੇ ਲੈ ਕੇ ਜਾ ਸਕੇ। ਕਹਿਣ ਲੱਗੇ ਇੱਥੇ ਹੀ ਰਹਿਣਾ ਕਰ। ਜਮਦੂਤਾਂ ਨੇ ਜਾ ਕੇ ਸ਼ਿਕਾਇਤ ਲਾ ਦਿੱਤੀ ਹੈ ਕਿ ਉਹ ਤਾਂ ਆਇਆ ਨਹੀਂ, ਅੰਦਰ ਹੀ ਰਹਿ ਗਿਆ, ਧੋਖਾ ਕਰ ਦਿੱਤਾ ਸਾਡੇ ਨਾਲ, ਹੁਕਮ ਕਰੋ ਫੜ ਕੇ ਲਿਆਈਏ। ਕਹਿਣ ਲੱਗੇ ਨਾ ਪੁਰਖਾ, ਉੱਥੇ ਨਾ ਜਾਣਾ ਕਰ। ਜੇ ਚਲ ਗਿਆ ਨਾ ਹੋਣਾ ਤੂੰ ਨਾ ਛੁੱਟੇ ਨਿਕਟ ਜਾਈਏ ਹਦੂਦ, ਤੈਨੂੰ ਕੋਈ ਛੁਡਾ ਨਹੀਂ ਸਕਦਾ, ਮੈਂ ਵੀ ਨਹੀਂ ਛੁਡਾ ਸਕਦਾ, ਪਰਮੇਸ਼ਰ ਵੀ ਉੱਥੇ ਛੁਡਾ ਨਹੀਂ ਸਕਦਾ। ਬੰਦਗੀ ਕਰਨ ਵਾਲਿਆਂ ਦੀ ਬੰਦਗੀ ਦਾ ਪ੍ਰਤਾਪ ਐਸਾ ਹੁੰਦਾ ਹੈ, ਜਮਦੂਤ ਵੀ ਨੇੜੇ ਨਹੀਂ ਆ ਸਕਦੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਵੇਖੋ ਜਿਹੜੇ ਜਮਦੂਤ, ਚਿੱਖਾ ਬਲਦੀ ਸੀ, 4 ਚੋਰ ਆਏ ਸੀ, ਉਹ ਠੱਗਾਂ ਦੀ ਕਥਾ ਆਪਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਸੁਣੀ ਹੈ। 2 ਚਿੱਖਾਵਲ ਅੱਗ ਲੈਣ ਗਏ ਤੇ 2 ਗੁਰੂ ਸਾਹਿਬ ਮਹਾਰਾਜ ਕੋਲ ਪਹੁੰਚੇ। ਸੱਚੇ ਪਾਤਸ਼ਾਹ ਦੀ ਨਿਗਾਹੀ ਚਿੱਖਾ ਤੇ ਪਈ ਨਾ, ਤੇ ਜਮਾ ਦੇ ਦੂਤ ਜਿਹਨੂੰ ਫੜ ਕੇ ਲੈ ਕੇ ਜਾ ਰਹੇ ਸੀ ਨਾ ਸਾਧ ਸੰਗਤ ਜੀ, ਉਹ ਵੀ ਨਰਕਾਂ ਦੀ ਸਜ਼ਾ ਦੀ ਬਜਾਏ ਸਵਰਗਾ ਵਿੱਚ ਜਾ ਪਹੁੰਚਿਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਿਗਾਹੀ ਉਤੇ ਪੈ ਗਈ ਹੈ। ਐਸੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਸਾਧ ਸੰਗਤ ਜੀ, ਜਿਹਨੂੰ ਅਕਾਲ ਪੁਰਖ ਪਰਮੇਸ਼ਰ ਆਪ ਸਹਾਈ ਹੋਵੇ ਨਾ, ਆਪ ਰੱਖਿਆ ਹੋਵੇ, ਆਪ ਰੱਖਿਆ ਕਰੇ ਨਾ, ਫਿਰ ਜਮਾ ਦੀ ਫਾਈ ਉਹਨੂੰ ਸਹਿਣੀ ਨਹੀਂ ਪੈਂਦੀ, ਜਮਾ ਦੇ ਦੂਤ ਉਹਦੇ ਨੇੜੇ ਨਹੀਂ ਆਉਂਦੇ। ਇਸ ਕੋ ਜਮ ਨਹੀਂ ਆਵੈ ਨੇਰਾ, ਕਹਿੰਦੇ ਉਹਨੂੰ ਫਿਰ ਜਮਾ ਦੇ ਦੂਤ ਜਿਹੜੇ ਨੇ ਨੇੜੇ ਨਹੀਂ ਆਉਂਦੇ, ਜਮਾ ਦੇ ਦੂਤਾਂ ਦੀ ਸਜ਼ਾਵਾਂ ਉਹਨੂੰ ਨਹੀਂ ਸਹਿਣੀਆਂ ਪੈਂਦੀਆਂ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰ ਰਹੇ ਨੇ, ਸਾਚੀ ਦਰਗਹ ਬੋਲਾ ਕੂੜਾ, ਜਿਸ ਨੇ ਸੱਚੀ ਗੱਲ ਨੂੰ ਛੱਡ ਕਰਕੇ ਅਕਬਰ ਬਾਦਸ਼ਾਹ ਦੀ ਦਰਗਾਹ ਅੰਦਰ, ਕਚਹਿਰੀ ਅੰਦਰ ਝੂਠੀਆਂ ਗੱਲਾਂ ਸੁਣਾਈਆਂ ਸਨ, ਝੂਠੀਆਂ ਦਲੀਲਾਂ ਜਿਸ ਵਿਅਕਤੀ ਨੇ ਦਿੱਤੀਆਂ ਸਨ। ਸਿਰ ਹਾਥ ਪਛੋੜੈ ਅੰਧਾ ਮੂੜਾ, ਆਪਣੇ ਇਸ ਗਲਤੀ ਕਰਕੇ ਸਾਧ ਸੰਗਤ ਜੀ ਉਹ ਅਗਿਆਨੀ ਅੰਧਾ ਜਿਹੜਾ ਮੂਰਖ ਸੀ ਨਾ ਸਾਧ ਸੰਗਤ ਜੀ, ਉਹ ਅਖੀਰਲੇ ਸਮੇਂ ਜਦੋਂ ਧੱਕੇ ਮਾਰ ਕੇ ਨਿਕਾਲਿਆ ਗਿਆ ਨਾ ਅਕਬਰ ਬਾਦਸ਼ਾਹ ਦੀ ਕਚਹਿਰੀ ਵਿੱਚੋਂ, ਜਿਹਨੇ ਝੂਠੀਆਂ ਦਲੀਲਾਂ ਦਿੱਤੀਆਂ ਸੀ, ਅੰਤਲੇ ਸਮੇਂ ਆਪਣਾ ਸਿਰ ਆਪਣੇ ਹੱਥ ਨਾਲ ਹੀ ਪਿੜਦਾ ਰਿਹਾ ਹੈ ਸਾਧ ਸੰਗਤ। ਕੋਈ ਚਾਰਾ ਜੇ ਨਹੀਂ ਚੱਲ ਪਾਇਆ ਉਹਦਾ, ਇਸ ਕਰਕੇ ਆਪਣਾ ਹੱਥ ਜਿਹੜਾ ਹੈ ਆਪਣੇ ਸਿਰਾਂ ਤੇ ਹੀ ਪਿੜਦਾ ਰਿਹਾ। ਇਸੇ ਪ੍ਰਕਾਰ ਸਾਚੀ ਦਰਗਾਹ, ਸਾਚੀ ਦਰਗਹ ਬੋਲਾ ਕੂੜਾ, ਜੋ ਅਕਾਲ ਪੁਰਖ ਪਰਮੇਸ਼ਰ ਦੀ ਸੱਚੀ ਦਰਗਾਹ ਜਿਹੜੀ ਹੈ, ਕਿਹੜੀ ਵਾਹਿਗੁਰੂ ਦੀ ਸੱਚੀ ਦਰਗਾਹ ਹੈ? ਇਹ ਸਤਸੰਗਤ ਰੂਪੀ ਦਰਗਾਹ ਹੈ। ਸਾਧ ਸੰਗਤ ਰੂਪੀ ਜਿਹੜਾ ਇਹ ਸਥਾਨ ਹੈ ਵਾਹਿਗੁਰੂ ਦਾ ਨਾ, ਇਹ ਸੱਚੀ ਦਰਗਾਹ ਹੈ। ਇਸ ਦਰਗਾਹ ਦੇ ਅੰਦਰ ਜਿਹੜਾ ਝੂਠਾ ਬਚਨ ਬੋਲਦਾ ਏ, ਜੋ ਝੂਠੀਆਂ ਦਲੀਲਾਂ ਦਿੰਦਾ ਏ, ਸਿਰ ਹਾਥ ਪਛੋੜੈ ਅੰਧਾ ਮੂੜਾ, ਐਸਾ ਵਿਅਕਤੀ ਜਿਹੜਾ ਹੈ ਨਾ, ਉਹ ਵਿਚਾਰ ਰੂਪੀ ਨੇਤਰਾ ਤੋਂ ਹੀਣਾ ਹੋ ਜਾਂਦਾ ਏ, ਅੰਧਾ ਹੋ ਜਾਂਦਾ ਏ। ਗੁਰੂ ਐਸੀ ਕਰਾਮਾਤ ਦਿਖਾਉਂਦਾ ਏ ਕਿ ਉਹਦੀ ਮਾਤੀ ਮਾਰ ਦਿੰਦਾ ਏ, ਵਿਚਾਰ ਤੋਂ ਹੀ ਹੀਣਾ ਕਰ ਦਿੰਦਾ, ਵਿਚਾਰ ਰੂਪੀ ਨੇਤਰ ਹੀ ਉਹਦੇ ਅੰਦਰ ਨਹੀਂ ਰਹਿੰਦੇ। ਸਾਧ ਸੰਗਤ ਜੀ, ਅਗਿਆਨ ਵਸ ਹੋਇਆ ਐਸਾ ਵਿਅਕਤੀ ਨਾ ਸੰਸਾਰ ਵਿੱਚ ਮੂਰਖ ਅਖਲਾਇਆ ਜਾਂਦਾ ਏ, ਜਿਹੜਾ ਅੰਤਲੇ ਸਮੇਂ ਆਪਣੇ ਕਰਮਾਂ ਕਰਕੇ ਕੇਵਲ ਤੇ ਕੇਵਲ ਉਹਦੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਏ, ਤੇ ਪਛਤਾਵੇ ਦੇ ਮਾਰੇ ਆਪਣੇ ਸਿਰ ਤੇ ਹੱਥ ਭਿੜਦਾ ਰਹਿੰਦਾ। ਰੋਗ ਵਿਆਪੇ ਕਰਦੇ ਪਾਪ, ਐਸਾ ਪਾਪ ਕਰਮ ਕਰਨ ਕਰਕੇ ਗੋਂਦੇ ਦੇ ਪੁੱਤਰ ਨੂੰ ਸਾਧ ਸੰਗਤ ਜੀ ਬੜਾ ਭਾਰੀ ਰੋਗ ਵਿਆਪਿਆ। ਕਿਹੜਾ? ਪਾਗਲਪੁਣੇ ਦਾ ਰੋਗ ਵਿਆਪ ਚੁੱਕਿਆ, ਪਾਗਲ ਹੋ ਗਿਆ ਗੋਂਦੇ ਦਾ ਪੁੱਤਰ ਸਾਧ ਸੰਗਤ ਜੀ, ਕਿਉਂਕਿ ਝੂਠੀਆਂ ਦਲੀਲਾਂ ਪੂਰਨ ਪਰਮੇਸ਼ਰ, ਪੂਰਨ ਪੁਰਖ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਾਧ ਸੰਗਤ ਜੀ ਖਿਲਾਫ ਝੂਠੀਆਂ ਦਲੀਲਾਂ, ਝੂਠਾ ਮੇਜਰਨਾਮਾ ਬਣਾ ਕਰਕੇ ਜਦੋਂ ਉਹਨੇ ਪੇਸ਼ ਕੀਤਾ ਨਾ, ਜਿਸ ਕਰਕੇ ਅਕਾਲ ਪੁਰਖ ਪਰਮੇਸ਼ਰ ਨੇ ਉਹਨੂੰ ਸਜ਼ਾ ਦਿੱਤੀ। ਉਹਦੇ ਕੀਤੇ ਪਾਪ ਕਰਮਾਂ ਕਰਕੇ ਵਾਹਿਗੁਰੂ ਨੇ ਉਹਨੂੰ ਪਾਗਲਪਣੇ ਦਾ ਰੋਗ ਦਿੱਤਾ। ਅਦਲੀ ਹੋਏ ਬੈਠਾ ਪ੍ਰਭ ਆਪ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਆਪ ਨਿਆਉ ਕਰਤਾ ਹੋ ਕਰਕੇ ਅਕਬਰ ਦੇ ਹਿਰਦੇ ਅੰਦਰ ਬੈਠਾ ਸੀ, ਤੇ ਆਪ ਨਿਆਉ ਕਰਤਾ ਕਰਕੇ ਵਾਹਿਗੁਰੂ ਨੇ ਸੱਚਾ ਨਿਆਉ ਕੀਤਾ। ਇਸੇ ਪ੍ਰਕਾਰ ਫੇਰ ਪੜ ਦੋ, ਅਦਲੀ ਹੋਏ ਰੋਗ ਵਿਆਪੇ ਕਰਦੇ ਪਾਪ, ਜਿਹੜੇ ਵਿਅਕਤੀ ਵਿਸ਼ਾ ਵਿਕਾਰਾਂ ਵਿੱਚ ਵਿਜ ਸਾਧ ਸੰਗਤ ਜੀ ਪਰਚ ਕੇ ਪਾਪ ਕਰਮ ਕਮਾਉਂਦੇ ਨਾ, ਸੰਸਾਰ ਦੇ ਰਸਾ ਕਸਾਂ ਨੂੰ ਭੋਗਦੇ, ਵਿਸ਼ਿਆਂ ਵਿੱਚ ਫਸੇ ਹੋਏ ਅਨੇਕਾਂ ਪਾਪਾਂ ਨੂੰ ਕਮਾਉਂਦੇ ਰਹਿੰਦੇ ਨੇ, ਐਸੇ ਵਿਅਕਤੀਆਂ ਨੂੰ ਜੰਮਣ ਮਰਨ ਰੂਪੀ ਹਉਮੈ ਰੂਪੀ ਰੋਗ ਵਿਆਪ ਜਾਂਦਾ ਹੈ। ਜਿਹੜਾ ਰੋਗ ਵਿਅਕਤੀ ਨੂੰ ਆਪਣੇ ਪਾਪਾਂ ਕਰਮਾਂ ਕਰਕੇ ਕਈ ਜਨਮਾਂ ਦਾ ਸਾਧ ਸੰਗਤ ਜੀ ਲੱਗਿਆ ਹੋਇਆ ਹੈ, ਹਉਮੈ ਦੀਰਘ ਰੋਗ ਹੈ। ਹਉਮੈ ਰੋਗ ਮਾਨੁਖ ਕੋ ਦੀਨਾ, ਇਹ ਹਉਮੈ ਦਾ ਬਹੁਤ ਵੱਡਾ ਰੋਗ ਹੈ ਸਾਧ ਸੰਗਤ ਜੀ, ਜਿਹੜਾ ਵਿਅਕਤੀ ਨੂੰ ਇੱਕ ਮਨੁੱਖ ਨੂੰ ਚਿੰਬੜਿਆ ਹੋਇਆ ਹੈ।
ਹਉਮੈ ਰੂਪੀ ਜਿਹੜਾ ਹੈ ਨਾ, ਉਹ ਪਰਮੇਸ਼ਰ ਦੇ ਮਿਲਣ ਵਿੱਚ ਸਾਡੀ ਰੁਕਾਵਟ ਬਣਦਾ ਹੈ। ਹਰ ਧਰਮ ਦੇ ਅੰਦਰ, ਹਰ ਮਜ਼ਹਬ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਵਾਸਤੇ ਸੇਵਾ ਤੇ ਸਿਮਰਨ ਦੋ ਸਾਧਨ ਦੱਸੇ ਗਏ ਨੇ। ਤੇ ਸੇਵਾ ਸਿਮਰਨ ਕਰਨ ਲੱਗਿਆ ਹਉਮੈ ਜਿਹੜੀ ਹੈ ਰੁਕਾਵਟ ਨਹੀਂ ਬਣਦੀ, ਸਾਨੂੰ ਰੋਕਦੀ ਨਹੀਂ ਹੈ। ਲੇਕਿਨ ਹੈਰਾਨਗੀ ਦੀ ਗੱਲ ਹੈ, ਵੇਖੋ ਰੋਕਦੀ ਤਾਂ ਨਹੀਂ ਹੈ, ਲੇਕਿਨ ਸਾਖਸ਼ਾਤਕਾਰ ਵੀ ਨਹੀਂ ਹੋਣ ਦਿੰਦੀ, ਸਾਕਾਰ ਵੀ ਨਹੀਂ ਉਹਨੂੰ ਹੋਣ ਦਿੰਦੀ ਸਾਧ ਸੰਗਤ। ਹਉਮੈ ਵਿੱਚ ਵਿਅਕਤੀ ਕਈ ਕਰਮ ਕਰੀ ਜਾਂਦਾ ਹੈ, ਲੇਕਿਨ ਫਿਰ ਵੀ ਮਨ ਦੇ ਅੰਦਰ ਦੀ ਹੰਗਤਾ ਨਾਸ਼ ਨਹੀਂ ਹੁੰਦੀ। ਵੇਖੋ ਜਦੋਂ ਵਿਅਕਤੀ ਹਉਮੈ ਨੂੰ ਧਾਰਨ ਕਰਦਾ ਹੈ ਨਾ, ਪਰਿਪੂਰਨ ਪਰਮੇਸ਼ਰ ਜੋ ਸੱਚਾ ਵਾਹਿਗੁਰੂ ਹੈ ਉਹਨੂੰ ਭੁਲਾ ਕਰਕੇ ਹਉਮੈ ਨੂੰ ਧਾਰਨ ਕਰਨਾ, ਇਹ ਮਨੁੱਖ ਵੱਲੋਂ ਵਾਹਿਗੁਰੂ ਨੂੰ ਦਿੱਤਾ ਹੋਇਆ ਬੇਦਾਬਾਈ ਹੈ ਸਾਧ ਸੰਗਤ। ਵਾਹਿਗੁਰੂ ਨੂੰ ਭੁਲਾ ਕਰਕੇ ਹਉਮੈ ਧਾਰਨ ਕਰਨੀ ਹੈ। ਜਿਸ ਮਨ ਅੰਦਰ ਹਉਮੈ ਆ ਜਾਂਦੀ ਹੈ ਉੱਥੇ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਜੇ ਵਸ ਸਕਦਾ ਹੈ, ਤੇ ਜਿੱਥੇ ਨਾਮ ਵਸ ਗਿਆ ਉੱਥੇ ਹਉਮੈ ਨਹੀਂ ਵਸ ਸਕਦੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਓ। ਕਿਉਂਕਿ ਹਨੇਰਾ ਚਾਨਣ ਇਕੱਠਿਆਂ ਨਹੀਂ ਰਹਿ ਸਕਦੇ, ਦਿਨ ਰਾਤ ਇਕੱਠੇ ਨਹੀਂ ਹੋ ਸਕਦੀ ਹੈ। ਇਸੇ ਪ੍ਰਕਾਰ ਹਉਮੈ ਤੇ ਨਾਮ ਇਕੱਠੇ ਨਹੀਂ ਰਹਿ ਸਕਦੇ, ਦੋਵਾਂ ਦਾ ਆਪਸ ਵਿੱਚ ਵਿਰੋਧ ਹੈ। ਜਿੱਥੇ ਵਾਹਿਗੁਰੂ ਦਾ ਨਾਮ ਵਸ ਜਾਂਦਾ ਉੱਥੇ ਹਉਮੈ ਨਹੀਂ, ਤੇ ਜਿੱਥੇ ਹਉਮੈ ਆ ਗਈ ਉੱਥੇ ਵਾਹਿਗੁਰੂ ਦਾ ਨਾਮ ਨਹੀਂ ਵਸ ਸਕਦਾ। ਹਉਮੈ ਦੇ ਵਾਸ਼ੀਭੂਤ ਹੋ ਕਰਕੇ ਵਿਅਕਤੀ ਕਈ ਕਰਮ ਕਰਦਾ ਵੇਖੋ, ਪਰ ਹਉਮੈ ਦੀ ਅੰਸ਼ ਹੋਣ ਕਰਕੇ ਕੀਤਾ ਹੋਇਆ ਪੁੰਨ ਕਰਮ ਵੀ ਪਾਪ ਰੂਪ ਬਣ ਜਾਂਦਾ ਹੈ। ਜਿਵੇਂ ਕੋਈ ਵਿਅਕਤੀ ਬੜੀ ਮਿਹਨਤ ਕਰਕੇ ਦੁੱਧ ਪ੍ਰਾਪਤ ਕਰੇ ਤੇ ਦੁੱਧ ਵਿੱਚ ਕਾਂਜੀ ਦੀਆਂ ਕੁਝ ਬੂੰਦਾਂ ਪੈ ਜਾਣ ਨਾ, ਸਾਰਾ ਦੁੱਧ ਹੀ ਖਰਾਬ ਹੋ ਜਾਂਦਾ ਹੈ। ਕੋਈ ਇਸਤਰੀ ਬੜੀ ਮਿਹਨਤ, ਕੋਈ ਮਸ਼ੱਕਤ ਕਰਕੇ ਜਦੋਂ ਪ੍ਰਸ਼ਾਦਾ ਬਣਾਉਂਦੀ ਹੈ, ਭੋਜਨ ਬਣਾਉਂਦੀ ਹੈ ਨਾ, ਢੱਕਣ ਰੱਖਣਾ ਭੁੱਲ ਜਾਵੇ ਨਾ, ਤੇ ਮੱਖੀ ਪੈਣ ਕਰਕੇ ਸਾਰਾ ਪ੍ਰਸ਼ਾਦਾ ਹੀ ਬਰਬਾਦ ਹੋ ਜਾਂਦਾ ਹੈ, ਭੋਜਨ ਹੀ ਸਾਰਾ ਬਰਬਾਦ ਹੋ ਜਾਂਦਾ ਨਾ। ਇਵੇਂ ਹਉਮੈ ਦੇ ਅੰਦਰ ਅੰਸ਼ ਹੋਣ ਕਰਕੇ ਕੀਤਾ ਪੁੰਨ ਕਰਮ ਵੀ ਸਾਧ ਸੰਗਤ ਜੀ ਮਾੜਾ ਕਰਮ ਹੋ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਹਉਮੈ ਦੇ ਵਸ਼ੀਭੂਤ ਹੋ ਕੇ ਕਈ ਕਰਮ ਆਪਾਂ ਕਰਦੇ ਹਾਂ, ਪਰ ਸਾਰੇ ਨਿਹਫਲ ਹੋ ਜਾਂਦੇ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਇਸ਼ਨਾਨ ਕਰਦਾ ਹੈ ਨਾ, ਵੇਖੋ ਇਸ਼ਨਾਨ ਬੜਾ ਕਰਦਾ ਹੈ ਘੰਟੇ ਬੱਧੀ, ਪਰ ਬਾਹਰ ਆ ਕੇ ਫਿਰ ਸਿਰ ਤੇ ਪਾ ਲੈਂਦਾ, ਮਿੱਟੀ ਪਾ ਲੈਂਦਾ। ਇਵੇਂ ਸਾਡੇ ਕਰਮ ਨੇ ਹਉਮੈ ਦੇ ਵਸ਼ੀਭੂਤ ਕੀਤੇ ਹੋਏ ਸਾਧ ਸੰਗਤ। ਹਉਮੈ ਦਾ ਬੱਝਾ ਹੋਇਆ ਅਨੇਕ ਕਰਮ ਕਰਦਾ ਹੈ। ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਂ ਵੀ ਹਉਮੈ ਮੈਲ ਨਾ ਜਾਵੇ। ਹਉਮੈ ਦਾ ਰੋਗ ਐਸਾ ਚਿਮੜਿਆ ਹੋਇਆ ਹੈ ਸਾਧ ਸੰਗਤ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਐਸੀ ਹਉਮੈ ਦਾ ਰੋਗ ਸਾਧ ਸੰਗਤ ਜੀ ਪਾਪ ਕਰਮ ਕਰਨ ਵਾਲਿਆਂ ਨੂੰ ਹਰ ਹਮੇਸ਼ ਸੰਸਾਰ ਦੇ ਅੰਦਰ ਚਿੰਬੜਿਆ ਰਹਿੰਦਾ। ਅਦਲੀ ਹੋਏ ਬੈਠਾ ਪ੍ਰਭੂ ਆਪ, ਉਹ ਅਕਾਲ ਪੁਰਖ ਪਰਮੇਸ਼ਰ ਐਸਾ ਨਿਆਉ ਕਰਤਾ ਹੈ, ਜਿਹੜਾ ਹਰ ਇੱਕ ਦੇ ਹਿਰਦੇ ਦੇ ਅੰਦਰ ਨਿਆਉਕਾਰ ਹੋ ਕਰਕੇ ਨਿਆਏ ਕਰਤਾ ਹੋ ਕੇ ਬੈਠਾ ਹੈ। ਆਪਨ ਕਮਾਈਐ ਆਪੇ ਬਾਂਧੇ। ਅਕਾਲ ਪੁਰਖ ਵਾਹਿਗੁਰੂ ਦੇ ਸਵਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ, ਆਪਣ ਕਮਾਈਏ, ਆਪਣੀ ਕੀਤੇ ਹੋਏ ਕਰਮਾਂ ਕਰਕੇ ਆਪ ਹੀ ਗੋਂਦੇ ਦਾ ਪੁੱਤਰ ਬਜਿਆ ਗਿਆ ਹੈ। ਵੇਖੋ ਬੰਧਨਾਂ ਵਿੱਚ ਫਸਿਆ ਗਿਆ ਹੈ। ਪਾਪ ਕਰਮ ਆਪ ਕਮਾਈ ਕੀਤੀ ਹੈ, ਜਿਸ ਕਰਕੇ ਪਾਗਲਪੁਣੇ ਦਾ ਰੋਗ ਲੱਗਿਆ ਹੈ, ਤੇ ਜਿਸ ਕਰਕੇ ਸਾਰੇ ਮਰਵਾਇਆਂ ਨੇ ਸਾਧ ਸੰਗਤ ਜੀ ਇਹਨੂੰ ਸੰਗਲਾਂ ਨਾਲ ਬਣ ਕੇ ਆਪਣੇ ਘਰ ਵਿੱਚ ਹੀ ਕੈਦੀ ਬਣਾ ਦਿੱਤਾ ਹੈ। ਤੇ ਐਸੀ ਇਹਦੀ ਦਸ਼ਾ ਹੋਈ ਹੈ, ਅੰਤਲੇ ਸਮੇਂ ਤੱਕ ਸੰਗਲਾਂ ਨਾਲ ਬੰਧਿਆ ਰਿਹਾ, ਤੇ ਸੰਗਲਾਂ ਨਾਲ ਬੱਝੇ ਹੋਏ ਦੀ ਮੌਤ ਹੋ ਗਈ। ਆਪਨ ਕਮਾਈਏ ਆਪੇ ਬਾਧੇ, ਆਪ ਕੀਤੇ ਹੋਏ ਕਰਮਾਂ ਕਰਕੇ ਹੀ ਆਪ ਹੀ ਇਹਨਾਂ ਕਰਮਾਂ ਵਿੱਚ ਸੰਗਲਾਂ ਵਿੱਚ ਬੱਝਿਆ ਗਿਆ। ਦਰਬ ਗਿਆ ਸਭ ਜੀਆ ਕਾ ਸਾਥੇ। ਤੇ ਐਸਾ ਇਹਨੇ ਦਾਵਾ ਕਚੇਰੀ ਅੰਦਰ ਮੁਕਦਮਾ ਚਲਾਇਆ ਸੀ, ਜਿਸ ਕਰਕੇ ਸਾਰੀ ਮਾਇਆ ਵੀ ਇਹਦੀ ਵਿਅਰਥ ਹੋ ਗਈ ਹੈ, ਤੇ ਜ਼ਿੰਦਗੀ ਵੀ ਇਹਦੀ ਨਾਸ਼ ਹੋ ਗਈ। ਜੀ ਕੇ ਸਾਥ ਜੀਵਨ ਜਿਹੜਾ ਅਮੋਲਕ ਸੀ ਇਹਨੇ ਆਪ ਹੀ ਨਾਸ਼ ਕਰ ਦਿੱਤਾ। ਇਸੇ ਪ੍ਰਕਾਰ ਆਪਨ ਕਮਾਈਐ, ਆਪਨ ਕਮਾਈਐ ਆਪੇ ਬਾਂਧੇ। ਵਾਹਿਗੁਰੂ ਜੀ ਫਰਮਾਨ ਕਰਦੇ ਨੇ, ਵਿਅਕਤੀ ਜਿਹੜਾ ਹੈ ਆਪ ਕੀਤੇ ਕਰਮਾਂ ਕਰਕੇ ਹੀ ਜਨਮ ਮਰਨ ਰੂਪੀ ਬੰਧਨ ਵਿੱਚ ਬੱਝਿਆ ਜਾਂਦਾ ਹੈ। ਜੈਸੇ ਕਰਮ ਸੰਸਾਰ ਵਿੱਚ ਵਾਸ਼ਨਾ ਦੇ ਵਸ਼ੀਭੂਤ ਹੋ ਕੇ ਕਰਦਾ ਨਾ, ਵਾਸ਼ਨਾ ਦਾ ਮਾਰਾ ਹੀ ਕਰਮ ਕਰਦਾ ਹੈ ਵਿਅਕਤੀ ਸੰਸਾਰ ਵਿੱਚ ਆ ਕੇ, ਜਿਸ ਕਰਕੇ ਸੰਸਾਰ ਵਿੱਚ ਜਨਮ ਮਰਨ ਰੂਪੀ ਬੰਧਨ ਵਿੱਚ ਬੱਝਿਆ ਜਾਂਦਾ ਹੈ। ਜੈਸੀ ਵਾਸ਼ਨਾ ਤੈਸੇ ਕਰਮ ਸੰਸਾਰ ਅੰਦਰ ਕਰਦਾ ਹੈ, ਤੇ ਇਹਨਾਂ ਵਾਸ਼ਨਾਵਾਂ ਕਰਕੇ ਹੀ ਬਾਰ-ਬਾਰ ਜਨਮ ਲੈਣਾ ਪੈਂਦਾ, ਬਾਰ-ਬਾਰ ਮਰਨਾ ਪੈਂਦਾ ਹੈ। ਦੋ ਪ੍ਰਕਾਰ ਦੀਆਂ ਵਾਸ਼ਨਾ ਵਿਅਕਤੀ ਦੇ ਅੰਦਰ ਮੰਨੀਆਂ ਜਾਂਦੀਆਂ, ਇੱਕ ਜਨਮ ਦਾ ਮੂਲ ਹੁੰਦੀ ਹੈ, ਤੇ ਇੱਕ ਜਨਮ ਦੇ ਵਿਨਾਸ਼ਨ ਦਾ, ਜਨਮ ਨਾਸ਼ ਹੋਣ ਦਾ ਮੂਲ ਹੁੰਦੀ ਹੈ। ਵਾਸ਼ਨਾ ਦਵਿਧਾ ਪ੍ਰੋਕਤਾ ਹੈ, ਸ਼ੁਦਾਚਾ ਮਲਿਨਾ ਇਤਿ, ਮਲਿਨਾ ਜਨਮ ਹੇਤੂ ਹੈ, ਸ਼ੁਦਾਸ਼ਾਦ ਜਨਮ ਵਿਨਾਸ਼ਤੀ।
ਕਹਿੰਦੇ ਨੇ ਇੱਕ ਹੁੰਦੀ ਮਲੀਨ ਵਾਸ਼ਨਾ, ਇੱਕ ਹੁੰਦੀ ਸ਼ੁੱਧ ਵਾਸ਼ਨਾ। ਮਲੀਨ ਵਾਸ਼ਨਾ ਕਰਕੇ ਬਾਰ-ਬਾਰ ਜੰਮਣਾ ਪੈਂਦਾ। ਜੇ ਸ਼ੁੱਧ ਵਾਸ਼ਨਾ ਅੰਦਰ ਹੋਵੇ ਨਾ ਤੇ ਵਿਅਕਤੀ ਫਿਰ ਜਨਮ ਮਰਨ ਦੇ ਚੱਕਰ ਵਿੱਚੋਂ ਹੀ ਮੁਕਤ ਹੋ ਜਾਂਦਾ। ਤੇ ਮਲੀਨ ਵਾਸ਼ਨਾ ਦੇ ਕਈ ਪ੍ਰਕਾਰ ਦੱਸੇ ਨੇ, ਜਿਨ੍ਹਾਂ ਵਿੱਚ ਸ਼ੁਭ ਪ੍ਰਕਾਰ ਜਿਹੜੇ ਨੇ, ਇੱਕ ਦੇਹ ਵਾਸ਼ਨਾ, ਇੱਕ ਪੁੱਤਰ ਵਾਸ਼ਨਾ, ਲੋਕ ਵਾਸ਼ਨਾ, ਧਨ ਵਾਸ਼ਨਾ ਤੇ ਸ਼ਾਸਤਰ ਵਾਸ਼ਨਾ। ਇਹ 5 ਮੁੱਖ ਪ੍ਰਕਾਰ ਮੰਨੇ ਗਏ ਨੇ। ਜੀਵਨ ਵਿਵੇਕ ਵਾਸ਼ਨਾ ਮੁਕਤੀ ਖੈ ਪ੍ਰਕਰਨ ਅੰਦਰ ਉਸ ਦਾਣੇ ਸੱਜਣ ਨੇ ਇਹਦਾ ਬਹੁਤ ਵੱਡਾ ਖੁਲਾਸਾ ਕੀਤਾ ਹੈ। ਉਹ ਕਹਿੰਦਾ ਪੁੱਤਰ ਦੀ ਵਾਸ਼ਨਾ ਵੇਖੋ ਲੋਕਾਂ ਅੰਦਰ ਕਿਸ ਪ੍ਰਕਾਰ ਹੁੰਦੀ ਹੈ। ਪੁੱਤਰ ਪ੍ਰਾਪਤੀ ਵਾਸਤੇ ਕਿੰਨੇ ਤਰਲੇ ਲੋਕ ਕਰਦੇ ਨੇ ਕਿ ਸਾਨੂੰ ਪੁੱਤਰ ਪ੍ਰਾਪਤ ਹੋਵੇ, ਪੁੱਤਰ ਨਾ ਪ੍ਰਾਪਤ ਹੋਵੇ ਕਿੰਨੇ ਦੁਖੀ ਰਹਿੰਦੇ ਨੇ। ਜਿਵੇਂ ਚਿੱਤਰਕੇਤ ਰਾਜਾ ਹੋਇਆ, 1 ਕਰੋੜ ਰਾਣੀਆਂ ਸੀ ਲੇਕਿਨ ਪੁੱਤਰ ਨਹੀਂ ਸੀ। ਬੇਅੰਤ ਅਰਦਾਸਾਂ ਕੀਤੀਆਂ ਨੇ, ਬੇਅੰਤ ਪਰਮੇਸ਼ਰ ਨੂੰ ਅਰਜ਼ੋਈਆਂ ਕੀਤੀਆਂ। ਜਦੋਂ ਨਾਰਦ ਰਿਸ਼ੀ ਤੇ ਅੰਗਰੇ ਰਿਸ਼ੀ ਨੇ ਆ ਕੇ ਸਮਝਾਉਣ ਦਾ ਯਤਨ ਕੀਤਾ, ਫੇਰ ਵੀ ਨਹੀਂ ਮੰਨਿਆ। ਕਹਿੰਦਾ ਪੁੱਤਰ ਚਾਹੀਦਾ ਹੀ ਮੈਨੂੰ। ਉਹਨਾਂ ਬਚਨ ਕੀਤਾ ਭਾਈ ਪੁੱਤਰ ਤਾਂ ਮਿਲ ਜਾਵੇਗਾ ਪਰ ਕੁਛ ਦਿਨਾਂ ਬਾਅਦ ਮੌਤ ਹੋ ਜਾਵੇਗੀ। ਕਹਿੰਦਾ ਕੋਈ ਫਰਕ ਨਹੀਂ ਲੇਕਿਨ ਪੁੱਤਰ ਤਾਂ ਦਿਓ, ਤਸੱਲੀ ਤਾਂ ਹੋ ਜਾਵੇਗੀ ਕਿ ਮੈਨੂੰ ਵੀ ਪੁੱਤਰ ਪ੍ਰਾਪਤੀ ਹੋਈ ਹੈ, ਮੈਂ ਵੀ ਪੁੱਤਰ ਪ੍ਰਾਪਤੀ ਵਾਲਾ ਹਾਂ। ਬਚਨ ਮੰਨ ਕੇ ਫਲ ਦੇ ਦਿੱਤਾ ਏ। ਆਪਣੇ ਇੱਕ ਰਾਣੀ ਨੂੰ ਖਵਾਇਆ ਏ, ਬੜਾ ਜਸ਼ਨ ਮਨਾਇਆ ਪੁੱਤਰ ਹੋਣ ਦਾ। ਪਰ ਸਾਧ ਸੰਗਤ ਜੀ ਬਾਕੀ ਜਿਹੜੀਆਂ ਸੌਕਣ ਰਾਣੀਆਂ ਸੀ ਨਾ, ਉਹਨਾਂ ਨੂੰ ਕਿੱਥੇ ਖੁਸ਼ੀ ਜਰੀ ਜਾਵੇ। ਉਹ ਕਹਿੰਦੇ ਭਾਈ ਸਾਡੀ ਸੌਕਣ ਨੂੰ ਹੋ ਗਿਆ, ਸਾਨੂੰ ਨਹੀਂ ਹੋਇਆ ਏ। ਤੇ ਜ਼ਹਿਰ ਦੇ ਕੇ ਪੁੱਤਰ ਨੂੰ ਮਾਰ ਦੇਣਾ ਕੀਤਾ ਏ। ਤੇ ਪੁੱਤਰ ਦੇ ਮਰਨ ਕਰਕੇ ਫਿਰ ਰਾਜੇ ਨੂੰ ਬਹੁਤ ਵੱਡਾ ਦੁੱਖ ਲੱਗਿਆ ਏ। ਪੁੱਤਰ ਦਾ ਅਸਹਿ ਦੁੱਖ ਸਹਿ ਨਹੀਂ ਸਕਿਆ ਏ। ਰਾਜ ਭਾਗ ਤਿਆਗ ਕੇ ਜੰਗਲਾਂ ਨੂੰ ਚਲ ਗਿਆ। ਲੇਕਿਨ ਫਿਰ ਵੀ ਪੁੱਤਰ ਵਾਸ਼ਨਾ ਦੀ ਜਿਹੜੀ ਅੰਦਰ ਇੱਛਾ ਜਾਗੀ ਹੋਈ ਸੀ ਨਾ, ਉਹ ਖਤਮ ਨਹੀਂ ਹੋਈ। ਦੁੱਖ ਵਿੱਚ ਹੀ ਰਿਹਾ ਕਿ ਭਾਈ ਮੈਨੂੰ ਪੁੱਤਰ ਨਹੀਂ ਮਿਲਿਆ ਹੈ। ਐਸੀ ਪੁੱਤਰ ਦੀ ਵਾਸ਼ਨਾ ਹੁੰਦੀ ਜਿਸ ਦੇ ਖਾਤਰ ਲੋਕ ਨਾ ਪੁੱਜਣ ਵਾਲੇ ਵਿਅਕਤੀ ਨੇ ਵੀ ਚਰਨਾਂ 'ਚ ਜਾ ਕੇ ਢਹਿ ਪੈਂਦੇ ਸਾਧ ਸੰਗਤ, ਕਿਉਂਕਿ ਪੁੱਤਰ ਦੀ ਵਾਸ਼ਨਾ ਹੀ ਐਸੀ ਹੁੰਦੀ, ਇੱਛਾ ਹੀ ਐਸੀ ਹੁੰਦੀ ਹੈ। ਫਿਰ ਕਹਿੰਦੇ ਨੇ ਦੇਹ ਦੀ ਵਾਸ਼ਨਾ, ਇਹ ਦੇਹ ਦੀ ਵਾਸ਼ਨਾ ਆਪਾਂ ਕਰਨੇ ਆ ਨਾ, ਦੇਹੀ ਨੂੰ ਇਹਨਾਂ ਸੁਧਾਰ ਕੇ ਰੱਖਣੀ ਹੈ ਨਾ। ਮਿੱਟੀ ਦੀ ਦੇਹੀ ਇੱਕ ਨਾ ਇੱਕ ਦਿਨ ਮਿੱਟੀ ਵਿੱਚ ਹੀ ਜਾ ਕੇ ਮਿਲਣੀ ਹੈ ਸਾਧ ਸੰਗਤ। ਬੜੀਆਂ ਵਾਸ਼ਨਾਵਾਂ ਕਰਦੇ, ਜਿਵੇਂ ਭਗਤ ਤ੍ਰਿਲੋਚਨ ਸਾਹਿਬ ਜੀ ਕਹਿੰਦੇ ਨਾ, ਜਿਹੜੇ ਪੁੱਤਰ ਦੀ ਵਾਸ਼ਨਾ ਕਰਦਾ, ਜਿਹੜਾ ਕਹਿੰਦਾ ਮੈਨੂੰ ਲੜਕਾ ਹੋਵੇ, ਪੁੱਤਰ ਪ੍ਰਾਪਤ ਹੋਵੇ ਨਾ, ਤੇ ਭਗਤ ਤ੍ਰਿਲੋਚਨ ਸਾਹਿਬ ਜੀ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ, ਸੁਕਰ ਜੋਨ ਵਲ ਵਲ ਅਵਤਰੇ। ਸੂਰ ਦੀ ਜੋਨ ਉਹਨੂੰ ਮਿਲਦੀ ਹੈ ਸਾਧ ਸੰਗਤ, ਜਿਹੜਾ ਲੜਕਾ ਕਰਕੇ ਅੰਤ ਦੇ ਸਮੇਂ ਵਾਸ਼ਨਾ ਰੱਖਦਾ ਹੈ। ਪੁੱਤਰ ਵਾਸ਼ਨਾ, ਦੇਹ ਵਾਸ਼ਨਾ ਇਸ ਪ੍ਰਕਾਰ ਦੀਆਂ। ਮਿੱਟੀ ਦਾ ਸਰੀਰ ਇੱਕ ਨਾ ਇੱਕ ਦਿਨ ਮਿੱਟੀ ਬਣ ਜਾਣਾ ਹੈ। ਇਸੇ ਪ੍ਰਕਾਰ ਅਗਲੀ ਹੁੰਦੀ ਹੈ ਲੋਕ ਵਾਸ਼ਨਾ। ਮਨ ਦੇ ਅੰਦਰ ਲੋਕ ਦੀ ਵਾਸ਼ਨਾ ਕਿ ਲੋਕ ਮੇਰੀ ਵਡਿਆਈ ਕਰਨ, ਉਸਤਤ ਕਰਨ, 4 ਲੋਕਾਂ ਅੰਦਰ ਮੇਰਾ ਜਸ ਫੈਲਿਆ ਰਹੇ, ਮੇਰੀ ਨਿੰਦਾ ਕੋਈ ਨਾ ਕਰੇ, ਮੇਰਾ ਅਬਜਸ ਕੋਈ ਨਾ ਕਰੇ, ਹਰ ਇੱਕ ਵਿਅਕਤੀ ਮੇਰੀ ਵਡਿਆਈ ਕਰੇ। ਐਸੀ ਸਾਡੇ ਮਨਾਂ ਅੰਦਰ ਵਾਸ਼ਨਾ ਹੁੰਦੀ ਹੈ ਕਿ ਲੋਕ ਮੇਰਾ ਮਾਣ ਕਰਨ, ਲੋਕ ਮੈਨੂੰ ਵਡਿਆਈ ਦੇਣ, ਲੋਕ ਮੇਰਾ ਸਨਮਾਨ ਕਰਨ। ਪਰ ਖਾਲਸਾ ਜੀ, ਲੋਕਾਂ ਕੋਲੋਂ ਮਿਲਣ ਵਾਲਾ ਸਨਮਾਨ ਝੂਠਾ ਹੈ। ਵਾਹਿਗੁਰੂ ਨੇ ਜੋ ਸਨਮਾਨ ਸਾਨੂੰ ਦਿੱਤਾ ਹੈ ਨਾ, ਉਸ ਤੋਂ ਵੱਡਾ ਸਨਮਾਨ ਸੰਸਾਰ ਵਿੱਚ ਹੋਰ ਕੋਈ ਨਹੀਂ। ਇਹ ਜੋ ਜੀਵਨ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਨਾ, ਇਹ ਮਨੁੱਖੀ ਸਰੀਰ ਦੇ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਜੋ ਸਾਡੇ ਤੇ ਸਨਮਾਨ ਕੀਤਾ ਹੈ, ਜੋ ਸਾਡਾ ਆਦਰ ਕੀਤਾ ਹੈ ਨਾ, ਸੰਸਾਰ ਦੀ ਕੋਈ ਵਿਅਕਤੀ ਐਡਾ ਵੱਡਾ ਆਦਰ ਸਾਡਾ ਨਹੀਂ ਕਰ ਸਕਦੀ। ਕਿਉਂਕਿ ਇਹ ਜੀਵਨ ਉਹਨੇ ਸਾਨੂੰ ਦੇਣਾ, ਇਹ ਸਭ ਤੋਂ ਵੱਡਾ ਸਨਮਾਨ ਪਰਮੇਸ਼ਰ ਨੇ ਸਾਡਾ ਕੀਤਾ ਹੈ। ਤੇ ਪਰਮੇਸ਼ਰ ਤੋਂ ਵੱਡਾ ਸਨਮਾਨ ਕੌਣ ਸੰਸਾਰ ਅੰਦਰ ਕਰ ਸਕਦਾ ਹੈ? ਇਸ ਕਰਕੇ ਲੋਕ ਵਾਸ਼ਨਾ ਵੀ ਤਿਆਗ ਦੇਣੀ ਚਾਹੀਦੀ ਹੈ। ਤੇ ਅਗਲੀ ਵਾਸ਼ਨਾ ਹੁੰਦੀ ਹੈ ਜਿਹਨੂੰ ਕਹਿੰਦੇ ਸ਼ਾਸਤਰ ਵਾਸ਼ਨਾ, ਜਿਹੜੀ ਸਾਡੇ ਵਰਗਿਆਂ ਅੰਦਰ ਬਹੁਤ ਹੁੰਦੀ ਹੈ ਕਿ ਭਾਈ ਮੇਰੇ ਵਰਗਾ ਪਾਠ ਕੋਈ ਨਹੀਂ ਕਰ ਸਕਦਾ ਹੈ, ਮੇਰੇ ਵਰਗਾ ਕੋਈ ਕੀਰਤਨ ਨਹੀਂ ਕਰ ਸਕਦਾ, ਮੇਰੇ ਵਰਗੇ ਗੁਰਬਾਣੀ ਕੋਈ ਨਹੀਂ ਪੜ ਸਕਦਾ, ਮੇਰੇ ਵਰਗੇ ਕਥਾ ਕੋਈ ਨਹੀਂ ਕਰ ਸਕਦਾ। ਇਹ ਸ਼ਾਸਤਰ ਵਾਸ਼ਨਾ ਹੁੰਦੀ ਹੈ। ਬੜੀ ਸੁੰਦਰ ਸੁਰੀਲੀ ਆਵਾਜ਼ਾਂ ਅੰਦਰ ਪਾਠ ਸੁਣਾਉਂਦੇ ਹਨ ਲੋਕਾਂ ਨੂੰ, ਸੁਣਾ ਕੇ ਹੰਕਾਰ ਆ ਜਾਂਦਾ ਹੈ। ਬੜੇ ਵੇਦ ਸ਼ਾਸਤਰ ਪੜ ਲੈਂਦੇ, ਬੜੇ ਗ੍ਰੰਥ ਪੜ ਲੈਂਦੇ, ਤੇ ਮਨ ਦੇ ਅੰਦਰ ਫਿਰ ਵੀ ਹੰਕਾਰ ਆ ਜਾਂਦਾ ਹੈ। ਵਾਸ਼ਨਾ ਛਾ ਦੇਣ, ਜਿਵੇਂ ਦੁਰਵਾਸਾ ઋષਿ ਨਾ ਬੜੀ ਸੁਰੀਲੀ ਆਵਾਜ਼ ਸੀ, ਮਾਫ ਕਰਨਾ ਭਾਰਦਵਾਜ ਜਿਹੜਾ ઋષਿ ਸੀ, ਉਹਦੀ ਆਵਾਜ਼ ਬੜੀ ਸੁਰੀਲੀ ਸੀ। ਤੇ ਪੂਰਾ ਜੀਵਨ ਲੋਕਾਂ ਨੂੰ ਪਾਠ ਕਰ ਕਰਕੇ ਸੁਣਾਈ ਜਾਵੇ। ਆਪਣੇ ਗਲੇ ਤੇ ਬੂਟੀਆਂ ਖਾ ਕੇ, ਔਖਦੀਆਂ ਖਾ ਕੇ ਗਲੇ ਨੂੰ ਸੁਧਾਰ ਕੇ ਰੱਖਿਆ ਕਰੇ ਕਿ ਲੋਕ ਮੇਰਾ ਪਾਠ ਸੁਣਦੇ ਨੇ, ਮੇਰੀ ਬੜੀ ਸੁਰੀਲੀ ਆਵਾਜ਼ ਨੇ। ਤੇ ਜਦੋਂ ਬਜ਼ੁਰਗ ਹੋ ਗਿਆ ਨਾ, ਫਿਰ ਵੀ ਵਾਸ਼ਨਾ ਨਹੀਂ ਤਿਆਗੀ ਹੈ। ਇੰਦਰ ਉਹਨੂੰ ਜਦੋਂ ਮਿਲਣ ਆਇਆ, ਇੰਦਰ ਕਹਿੰਦਾ ਏ ਜੇ ਤੈਨੂੰ ਹੋਰ ਜੀਵਨ ਦੇ ਦੇਵਾਂ ਤੇ ਕੀ ਕਰੇਗਾ? ਕਹਿਣ ਲੱਗਾ ਹੁਣ ਗਲੇ ਨੂੰ ਸੁਧਾਰ ਕਰਕੇ ਲੋਕਾਂ ਨੂੰ ਫਿਰ ਪਾਠ ਸੁਣਾਇਆ ਕਰਾਂਗਾ। ਇਹ ਸ਼ਾਸਤਰ ਦੀ ਵਾਸ਼ਨਾ ਸਾਡੇ ਮਨਾਂ ਅੰਦਰ ਛਾਈ ਹੁੰਦੀ ਹੈ ਸਾਧ ਸੰਗਤ ਜੀ।
ਸ਼ਾਸਤਰ ਵਾਸਨਾ ਵੀ ਕਹਿੰਦੇ ਨੇ ਮਹਾਂਪੁਰਖ ਇਹ ਭੈੜੀ ਹੈ, ਇਹਨੂੰ ਵੀ ਤਿਆਗ ਦੇਣਾ ਕਰੋ। ਇਸ ਪ੍ਰਕਾਰ ਦੀਆਂ ਇਹ ਸੰਸਾਰਕ ਵਾਸਨਾਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਜਦੋਂ ਤੱਕ ਤਿਆਗ ਨਹੀਂ ਕਰਦੇ। ਸ਼ੁੱਧ ਵਾਸਨਾ ਕੀ ਹੁੰਦੀ? ਇਹਨਾਂ ਵਾਸਨਾ ਦਾ ਤਿਆਗ ਕਰਨਾ, ਇਹੀ ਸ਼ੁੱਧ ਵਾਸਨਾ ਹੈ ਸਾਧ ਸੰਗਤ। ਪਰ ਵਿਅਕਤੀ ਇਹਨਾਂ ਵਾਸਨਾ ਵਿੱਚ ਫਸਿਆ ਹੋਇਆ, ਇਹਨਾਂ ਵਾਸਨਾ ਦਾ ਬੱਝਾ ਹੋਇਆ ਪਾਪ ਕਰਮ ਕਰਦਾ ਹੀ ਰਹਿੰਦਾ, ਜਿਸ ਕਰਕੇ ਇਹਨਾਂ ਵਾਸਨਾਵਾਂ ਕਰਕੇ ਹੀ ਫਿਰ ਸਾਧ ਸੰਗਤ ਜੀ ਜਨਮ ਲੈਣਾ ਪੈਂਦਾ। ਜੇ ਸ਼ੁੱਧ ਵਾਸਨਾ ਧਾਰਨ ਕਰ ਲੈਣਾ ਤੇ ਫਿਰ ਆਪ ਦਾ ਰੂਪ ਵੀ ਸ਼ੁੱਧ ਹੋ ਜਾਂਦਾ ਹੈ। ਗਰੀਬ ਨੇ ਸੱਚੇ ਪਾਤਸ਼ਾਹ ਮਹਾਰਾਜ ਪਾਣੀ ਅੰਦਰ ਫੁਰਮਾਨ ਕਰਦੇ ਭਗਤ ਤ੍ਰਿਲੋਚਨ ਜੀ, ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੇ ਜੋ ਮਰੇ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੇ। ਕਹਿੰਦੇ ਵਾਹਿਗੁਰੂ ਦੇ ਨਾਮ ਦੀ ਵਾਸਨਾ ਜਿਨ੍ਹਾਂ ਦੇ ਹਿਰਦੇ ਅੰਦਰ ਸ਼ੁੱਧ ਵਾਸਨਾ ਹੋ ਜਾਵੇ ਨਾ, ਉਹ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ। ਪਰ ਵਿਅਕਤੀ ਭੈੜੀਆਂ ਵਾਸਨਾਵਾਂ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਨੇ, ਜਿਸ ਕਰਕੇ ਜਨਮ ਤੇ ਮਰਨ ਦੇ ਚੱਕਰ ਵਿੱਚ ਸਾਧ ਸੰਗਤ ਜੀ ਹਰ ਹਮੇਜ ਫਿਰਦੇ ਰਹਿੰਦੇ, ਬੜਾ ਦੁੱਖ ਭੋਗਦੇ। ਦਰਬ ਗਿਆ ਸਭ ਜੀਆ ਕਾ ਸਾਥੇ। ਐਸੇ ਪਾਪ ਕਰਮਾਂ ਕਰਕੇ, ਐਸੀਆਂ ਵਾਸਨਾਵਾਂ ਕਰਕੇ ਜਿਹੜਾ ਸ਼ੁਭ ਗੁਣਾ ਰੂਪੀ ਦਰਬ ਹੁੰਦਾ ਹੈ ਨਾ, ਉਹ ਸ਼ੁਭ ਗੁਣਾ ਦੇ ਦਰਬ ਨੂੰ ਗਵਾ ਲੈਂਦੇ ਨੇ। ਸ਼ੁਭ ਗੁਣ ਉਹਨਾਂ ਦੇ ਇਹ ਪਾਪ ਕਰਮ ਜਿਹੜੇ ਨੇ ਖੋਹ ਲੈਂਦੇ ਨੇ, ਤੇ ਜਿਹੜਾ ਅਮੋਲਕ ਜੀਵਨ ਵਾਹਿਗੁਰੂ ਨੇ ਸਾਨੂੰ ਪ੍ਰਦਾਨ ਕੀਤਾ ਏ, ਇਹਨੂੰ ਕੌੜੀਆਂ ਦੇ ਬਦਲੇ ਵੇਚ ਕਰਕੇ ਗਵਾ ਦਿੰਦੇ ਨੇ, ਵਿਅਰਥ ਕਰ ਦਿੰਦੇ ਨੇ। ਜੋ ਵਾਹਿਗੁਰੂ ਨੇ ਇਹ ਜੀਵਨ ਸਾਨੂੰ ਬੰਦਗੀ ਕਰਨ ਵਾਸਤੇ, ਭਜਨ ਕਰਨ ਵਾਸਤੇ ਦਿੱਤਾ ਸੀ, ਉਸ ਅਮੋਲਕ ਹੀਰੇ ਵਰਗੇ ਜੀਵਨ ਨੂੰ ਸਾਧ ਸੰਗਤ ਜੀ ਕੌੜੀਆਂ ਦੇ ਬਦਲੇ ਵਿਅਰਥ ਕਰ ਦਿੰਦੇ। ਨਾਨਕ ਸ਼ਰਨ ਪਰੇ ਦਰਬਾਰ। ਹਜੂਰ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਦਾਤਾਰ ਜੀਓ, ਅਸੀਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਏ ਹਾਂ। ਰਾਖੀ ਪੈਜ ਮੇਰਾ ਕਰਤਾਰ। ਇਸ ਕਰਕੇ ਇਹ ਵਾਹਿਗੁਰੂ ਜੀ ਸਾਰੇ ਹੀ ਆਸਰੇ ਤਿਆਗ ਕਰਕੇ ਆਪ ਦੇ ਸ਼ਰਨਾਂ ਵਿੱਚ ਆਏ ਹਾਂ। ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਰੇ ਆਸਰੇ ਤਿਆਗ ਕੇ ਆਪ ਦੇ ਸ਼ਰਨ ਵਿੱਚ ਆਏ ਹਾਂ। ਸੱਚੇ ਪਾਤਸ਼ਾਹ ਸਾਡੀ ਰੱਖਿਆ ਕਰਨਾ ਕਰੋ, ਸਾਡੀ ਪ੍ਰਤਪਾਲਨਾ ਕਰਨਾ ਕਰੋ। ਅਸੀਂ ਭੁੱਲਣਹਾਰ ਹਾਂ, ਅਕਿਰਤ ਘਣ ਹਾਂ, ਦਾਤਾ ਮੰਗ ਲੈਂਦੇ ਆ ਪਰ ਤੇਰੀ ਕੀਤੀ ਨੂੰ ਵਿਸਾਰ ਦਿੰਦੇ ਆ। ਸੱਚੇ ਪਾਤਸ਼ਾਹ ਦਾਤਾਂ ਨਾਲ ਮੋਹ ਲਾ ਲੈਂਦੇ, ਗਰੀਬ ਨਿਵਾਜ ਕਿਰਪਾ ਕਰੋ ਸਾਡੇ ਵਰਗੇ ਅਕਿਰਤ ਘਣਾਂ ਨੂੰ ਆਪਣਾ ਪੁੱਤਰ ਜਾਣ ਕੇ ਸਾਡੇ ਅਵਗੁਣਾਂ ਨੂੰ ਨਾ ਚਿਤਾਰੋ, ਤੇ ਸਤਿਗੁਰੂ ਸਾਡੇ ਤੇ ਰਹਿਮ ਭਰਿਆ ਹੱਥ ਰੱਖਣਾ ਕਰੋ, ਸਾਡੀ ਰਾਖੀ ਕਰਨਾ ਕਰੋ। ਅਸੀਂ ਆਪ ਦੇ ਬਾਰਕ ਹਾਂ, ਆਪ ਦੇ ਬੱਚੇ ਹਾਂ। ਜਿਵੇਂ ਇੱਕ ਮਾਤਾ ਆਪਣੇ ਪੁੱਤਰ ਦੇ ਅਵਗੁਣਾਂ ਨੂੰ ਕਦੀ ਵੀ ਨਹੀਂ ਚਿਤਾਰਦੀਆਂ, ਸਤਿਗੁਰੂ ਆਪਣੇ ਪੁੱਤਰਾਂ ਦੇ, ਆਪਣੇ ਦਾਸਾਂ ਦੇ ਅਵਗੁਣਾਂ ਨੂੰ ਨਾ ਚਿਤਾਰਨਾ ਕਰਿਓ। ਸੱਚੇ ਪਾਤਸ਼ਾਹ ਜੇ ਅਵਗੁਣ ਕੀਤੇ ਵੀ ਹੋਣ ਤੇ ਅਣਡਿੱਠ ਕਰਕੇ ਬਖਸ਼ ਦਿਓ। ਸੱਚੇ ਪਾਤਸ਼ਾਹ ਆਪ ਵਰਗਾ ਦਾਤਾ, ਆਪ ਵਰਗਾ ਬਖਸ਼ਣਹਾਰ ਸੰਸਾਰ ਅੰਦਰ ਨਹੀਂ ਹੈ। ਮਾਂ ਨਹੀਂ ਜੇ ਚਿਤਾਰਦੀ, ਭਾਵੇਂ ਲੱਖਾਂ ਅਵਗੁਣ ਪੁੱਤਰ ਅੰਦਰ ਕਿਉਂ ਨਾ ਹੋਣ, ਲੇਕਿਨ ਮਾਂ ਪੁੱਤਰਾਂ ਦੇ ਅਵਗੁਣਾਂ ਨੂੰ ਨਹੀਂ ਚਿਤਾਰਦੀ, ਕਿਉਂਕਿ ਉਹਦਾ ਪ੍ਰੇਮ ਨਿਰਮਲ ਹੁੰਦਾ ਹੈ ਆਪਣੇ ਪੁੱਤਰਾਂ ਦੇ ਪਰਥਾਏ। ਵਾਹਿਗੁਰੂ ਦਾ ਪ੍ਰੇਮ ਵੀ ਆਪਣੇ ਪੁੱਤਰਾਂ, ਆਪਣੇ ਸਿੱਖਾਂ ਦੇ ਪਰਥਾਏ ਨਿਰਮਲ ਹੈ। ਇਸ ਕਰਕੇ ਵਾਹਿਗੁਰੂ ਵੀ ਆਪਣੇ ਪੁੱਤਰਾਂ ਦੇ ਅਵਗੁਣਾਂ ਨੂੰ ਨਹੀਂ ਜੇ ਚਿਤਾਰਦਾ ਏ, ਬਖਸ਼ ਦਿੰਦਾ ਜੇ ਉਹਦੀ ਸ਼ਰਨ ਵਿੱਚ ਆਈਏ ਤੇ ਗੁਨਾਹ ਦੀ ਕਬੂਲੀ ਕਰੀਏ। ਇਹ ਸੱਚੇ ਪਾਤਸ਼ਾਹ ਅਸੀਂ ਤੇਰੀ ਸ਼ਰਨ ਆਏ, ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਜੀਤ ਨ ਰਾਖਸ ਤੇ ਰਾਮਈਆ, ਹਉ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ। ਸਤਿਗੁਰੂ ਮੇਰੇ ਅਵਗੁਣਾਂ ਨੂੰ ਵੀ ਖੰਡ ਦਿਓ। ਸੱਚੇ ਪਾਤਸ਼ਾਹ ਨਾਸ਼ ਕਰੋ ਤੇ ਆਪਣਾ ਦਾਸ ਕਰਕੇ ਸਤਿਗੁਰੂ ਜੀ ਸਾਨੂੰ ਨਿਵਾਜਣਾ ਕਰੋ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨਾ ਕਰੋ। ਸਤਿਗੁਰੂ ਸਾਡੇ ਤੇ ਦਇਆ ਕਰੋ, ਮਿਹਰ ਕਰੋ। ਸਤਿਗੁਰੂ ਕਿਰਪਾ ਕਰਨ, ਸਾਰੇ ਜੀਆਂ ਦੇ ਚਾਹੇ ਸੱਚੇ ਪਾਤਸ਼ਾਹ ਆਪਣਾ ਮੇਰਾ ਭਰਿਆ ਹੱਥ ਰੱਖਣ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ਬਦਾਂ ਰਾਹੀਂ ਬਖਸ਼ਿਸ਼ ਕਰਨਾ ਕੀਤਾ ਸੀ। ਸਤਿਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨ ਸ਼ਰਨ ਵਿੱਚ ਬਿਠਾ ਕਰਕੇ ਆਪਣੇ ਪਾਵਨ ਅਸਥਾਨਾਂ ਦੀ ਸੇਵਾ ਪ੍ਰਦਾਨ ਕੀਤੀ ਹੈ। ਕੋਟਾਨ ਕੋਟ ਸ਼ੁਕਰਾਨਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਗੁਰੂ ਕੀਆਂ ਸੰਗਤਾਂ ਦਾ, ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ, ਬਾਬਾ ਰਾਮ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਇਹ ਸੇਵਾ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ, ਆਗਾ ਤੋਂ ਸੁਮਤ ਬਖਸ਼ਣੀ ਜੀ, ਲੇਖੇ ਕਤਹਿ ਨਾ ਛੁੱਟੀ ਹੈ, ਖਿਨ ਖਿਨ ਭੁੱਲਨਹਾਰ ਬਖਸ਼ਨਹਾਰ ਬਖਸ਼ ਲਾਏ, ਨਾਨਕ ਪਾਰ ਉਤਾਰ। ਨਾਨਕ ਸ਼ਰਨ ਪਰੇ ਦਰਬਾਰ, ਰਾਖੀ ਪਾਜ ਮੇਰਾ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।